ਕੱਲ੍ਹ ਸਾਡਾ ਝਗੜਾ ਫਿਰ ਉਹ ਚੱਲਦਾ ਸੀਗਾ। ਉਹਨੂੰ ਕਈ ਵਾਰੀ ਕਿਹਾ ਸੀ ਕਿ ਇਹ ਟੂਟੀ ਪੱਟ ਕੇ ਅੰਦਰ ਲਾ, ਉਹ ਪਸ਼ੂ ਨੂੰ ਨਲਾਉਂਦਾ, ਉੱਥੇ ਗੰਦ ਬਹੁਤ ਪੈਂਦਾ। ਜਿਨ੍ਹਾਂ ਦੇ ਮਕਾਨ ਨਹੀਂ ਡਿੱਗੇ ਸੀ ਉਹਨਾਂ ਨੂੰ ਵੀ ਗਰਾਂਟਾਂ ਦੇ ਦਿੱਤੀਆਂ ਗਈਆਂ, ਜਿਨ੍ਹਾਂ ਨੇ ਆਪ ਢਾਏ ਸੀ ਉਹਨਾਂ ਨੂੰ ਵੀ ਗਰਾਂਟਾਂ ਦੇ ਦਿੱਤੀਆਂ ਗਈਆਂ। ਇਹ ਇੱਕ ਕੌੜਾ ਸੱਚ ਆ, ਕਿਸੇ NRIs ਨੇ ਪਿੰਡ ਵੱਲ ਕੋਈ ਤਵੱਜੋ ਨਹੀਂ ਦਿੱਤੀ। ਜਿਹੜੇ ਟੀਚਰ ਇੱਥੇ ਆਣ ਕੇ ਆਪਣੇ ਗੱਲਾਂ ਕਰਦੇ ਰਹਿੰਦੇ, ਫੋਨ ਕਰਦੇ ਰਹਿੰਦੇ, ਤੇ ਉਹਨਾਂ ਦਾ ਫਾਇਦਾ ਹੀ ਕੋਈ ਨਹੀਂ। ਅਸੀਂ ਪਿੰਡ ਆਲਮਗੀਰ ਬਲਾਕ ਭੋਗਪੁਰ ਦਾ ਇੱਕ ਹਿੱਸਾ ਹੈ ਔਰ ਜਲੰਧਰ ਜ਼ਿਲ੍ਹੇ ਦਾ ਪਿੰਡ ਆ। ਇੱਥੇ 1971 ਦੀ ਜੰਗ ਵਿੱਚ ਇੱਕ ਨਹੀਂ 3 ਤੋਂ 4 ਬੰਬ ਡਿੱਗੇ ਸੀ। ਉਸ ਤੋਂ ਬਾਅਦ ਕਾਫੀ ਪਿੰਡ ਦਾ ਨੁਕਸਾਨ ਹੋਇਆ ਸੀ ਔਰ ਉਸ ਦੇ ਬਾਵਜੂਦ ਵੀ ਪਿੰਡ ਜਿਹੜਾ ਹੌਲੀ ਹੌਲੀ ਕਰਕੇ ਆਪਣੇ ਪੈਰਾਂ 'ਤੇ ਆਇਆ। ਤੇ ਮਿਲਦੇ ਹਾਂ ਪਿੰਡ ਦੇ ਸਰਪੰਚ ਸਾਹਿਬ ਨਾਲ ਔਰ ਸਮੂਹ ਪੰਚਾਇਤ ਨਾਲ, ਗੱਲਬਾਤ ਕਰਦੇ ਹਾਂ ਪਿੰਡ ਦੀ ਤਰੱਕੀ ਬਾਰੇ, ਪਿੰਡ ਦੇ ਕੰਮਾਂ ਬਾਰੇ ਔਰ 1971 ਦੀ ਜੰਗ ਬਾਰੇ। ਕੀ ਨਾਮ ਜੀ ਆਪਣਾ? ਕੁਲਦੀਪ ਕੌਰ, ਸਰਪੰਚ ਪਿੰਡ ਆਲਮਗੀਰ। ਠੀਕ ਹੈ ਜੀ। ਕੀ ਨਾਮ ਜੀ? रमेश चंद्र जी, पंच आलमगीर। ਕਿੰਨੇ ਨੰਬਰ ਵਾਰਡ 'ਚੋਂ? 5 नंबर वार्ड। ਕੀ ਨਾਮ ਜੀ? मैं ओंकार चंद, पंच वार्ड नंबर 2 तो हाँ जी। ਕੀ ਨਾਮ ਜੀ? बलवीर राम, पंच वार्ड नंबर 1। DAV University Jalandhar, world class infrastructure, quality education, student friendly campus and highly qualified faculty, enviable placements. DAV University Jalandhar। ਬਾਬਾ ਮੋੜ ਐਵੇਂ ਨਹੀਂ ਕਿਹਾ ਜਾਂਦਾ। ਕਈ ਪਿੰਡਾਂ ਵਿੱਚ ਅੱਜ ਵੀ ਇਹ ਦਰਖਤ ਜਿਹੜੇ ਆ ਮਿਲਦੇ ਆ। ਸ਼ਹਿਰਾਂ ਵਿੱਚ ਤਾਂ ਕੋਈ ਦਰਖਤ ਨਹੀਂ ਮਿਲਦਾ, ਪਰ ਪਿੰਡਾਂ 'ਚ ਅੱਜ ਵੀ ਇੱਦਾਂ ਦੇ ਦਰਖਤ ਮਿਲਦੇ ਆ। ਬਾਕੀ ਸਰਪੰਚ ਸਾਹਿਬ ਨੂੰ ਪੁੱਛਦੇ ਆ ਕਿ ਦਰਖਤ ਜਿਹੜਾ ਕਦੋਂ ਤੋਂ ਇੱਥੇ ਆ। ਸਰਪੰਚ ਸਾਹਿਬ ਕਦੋਂ ਤੋਂ ਦਰਖਤ ਇੱਥੇ? ਇਹ ਦਰਖਤ ਸਾਡੇ ਬਜ਼ੁਰਗਾਂ ਦੇ ਟਾਈਮ ਦਾ ਹੀ ਆ, ਘੱਟੋ ਘੱਟ 500 ਸਾਲ ਪੁਰਾਣਾ। ਕੋਈ ਹੋਰ ਵੀ ਹੈ ਇੱਦਾਂ ਦਾ? ਨਹੀਂ, ਇੱਕ ਹੀ ਹੈਗਾ ਆ, ਪਰ ਉਹ ਇੰਨਾ ਜ਼ਿਆਦਾ ਪੁਰਾਣਾ ਨਹੀਂ। ਇਹ ਬਹੁਤ ਜ਼ਿਆਦਾ ਪੁਰਾਣਾ ਹੈਗਾ। ਪਿੰਡ 'ਚ ਹੋਰ ਇੱਕ ਕੋਈ ਲਾਗੇ ਥਾਗੇ ਮੇਰੇ ਖਿਆਲ ਦੇ ਵਿੱਚ ਇੱਦਾਂ ਦਾ ਦਰਖਤ ਇੰਨਾ ਭਾਰਾ ਨਹੀਂ ਹੋਊਗਾ। ਇੰਨਾ ਭਾਰਾ ਨਹੀਂ ਹੈਗਾ, ਇੰਨਾ ਭਾਰਾ ਨਹੀਂ। ਇਹ 500 ਸਾਲ ਪੁਰਾਣਾ। ਸਾਡੇ ਬਜ਼ੁਰਗ ਵੀ ਇੱਥੇ ਸ਼ਾਮ ਆਣ ਕੇ ਗਏ ਆ ਸਾਰੇ। ਇਹ ਸਾਡਾ ਆਪਣਾ ਡੇਰਾ ਹੈ। ਸ਼ੁਰੂਆਤ ਕਰਦੇ ਹਾਂ ਆਪਾਂ ਪਿੰਡ ਆਲਮਗੀਰ ਦੇ ਸ਼ਮਸ਼ਾਨ ਘਾਟ ਤੋਂ। BC ਸ਼ਮਸ਼ਾਨ ਘਾਟ ਆ, ਜਿਸ ਨੂੰ ਜ਼ਿੰਦਗੀ ਦਾ ਲਾਸਟ ਪੜਾਅ ਕਿਹਾ ਜਾਂਦਾ ਹੈ। ਆਓ ਚਲੀਏ ਦੇਖਦੇ ਹਾਂ ਕਿ ਕਿੰਨੇ ਕੰਮ ਹੋਏ ਆ ਔਰ ਕਿੰਨੇ ਕੁ ਰਹਿੰਦੇ ਆ। ਤੁਹਾਡੇ ਟਾਈਮ ਦੇ ਵਿੱਚ ਸ਼ਮਸ਼ਾਨ ਘਾਟ ਦੀ ਕੰਡੀਸ਼ਨ ਕਿੱਦਾਂ ਦੀ ਸੀ? ਸਰ ਬਹੁਤ ਮਾੜੀ ਸੀਗੀ, ਤੇ ਬੂਝੇ ਸੀਗੇ, ਬਹੁਤ ਘਾਹ ਬੂਟ ਉੱਗਿਆ ਪਿਆ ਸੀਗਾ, ਬਹੁਤ ਜਾਣੀ ਮਾੜੀ ਸੀ। ਫਿਰ ਅਸੀਂ ਸਾਰੇ ਪੰਚਾਇਤ ਨੇ ਨਿਰਣਾ ਲਿਆ ਕਿ ਅਸੀਂ ਪਹਿਲਾਂ ਸ਼ੁਰੂਆਤ ਇੱਥੋਂ ਕਰੀਏ। ਫਿਰ ਅਸੀਂ ਇਹ ਸ਼ਮਸ਼ਾਨ ਘਾਟ ਸ਼ੁਰੂ ਕਰੇ, ਮਿੱਟੀ ਪਵਾਈ। ਬਹੁਤ ਡੂੰਘਾ ਵੀ ਸੀਗਾ। ਕਿੰਨੀ ਕੁ ਟਾਇਲ ਲੱਗੀ ਇੱਥੇ? ਘੱਟੋ ਘੱਟ ਇਹ 'ਚ 20,000 ਟਾਇਲ ਲੱਗ ਗਈ। ਪਾਣੀ ਪੀਣ ਦੀ ਪਹਿਲਾਂ ਜਿਹੜੀ ਸੁਵਿਧਾ ਸੀਗੀ ਕਿ ਨਹੀਂ? ਨਹੀਂ, ਕੁਛ ਵੀ ਨਹੀਂ ਸੀਗਾ, ਕੁਛ ਵੀ ਨਹੀਂ ਸੀਗਾ। ਸਾਰਾ ਨਵਾਂ ਹੀ ਆ। ਟੋਏ ਸੀਗੇ, ਮਿੱਟੀ ਸੀ, ਝੰਗ ਵੇਲਾ ਹੀ ਸੀਗਾ। ਠੀਕ ਹੈ ਜੀ। ਹਾਂਜੀ, ਪਿੰਡ ਵਾਸੀਆਂ ਨਾਲ NRI ਨੇ ਰਲ ਕੇ ਸਾਡੇ ਨਾਲ ਬਹੁਤ ਸਹਿਯੋਗ ਦਿੱਤਾ ਤੇ ਇਹ ਬਣੇ। ਤੁਹਾਡੀ ਪੰਚਾਇਤ ਦੇ ਯਤਨਾਂ ਸਦਕੇ ਜਿਹੜਾ ਇਹ ਸ਼ਮਸ਼ਾਨ ਘਾਟ ਅੱਜ ਦੇਖਣ ਲਾਇਕ ਆ, ਵਧੀਆ ਤਰੀਕੇ ਦਾ ਇੱਥੇ ਹਰ ਫੈਸਿਲਿਟੀ ਨਾਲ ਲੈਸ ਆ। ਦੂਜੀਆਂ ਪੰਚਾਇਤਾਂ ਨੂੰ ਕਿੱਦਾਂ ਸੰਦੇਸ਼ ਦੇਣਾ ਚਾਹੁੰਦੇ ਹੋ? ਦੂਜੀਆਂ ਪੰਚਾਇਤਾਂ ਨੂੰ ਵੀ ਇੱਦਾਂ ਹੀ, ਜਿੱਦਾਂ ਅਸੀਂ ਇਹ ਬਹੁਤ ਵਧੀਆ ਬਣਵਾਈ ਹੈ, ਇੱਦਾਂ ਹੀ ਉਹ ਸਾਰੇ ਪਿੰਡਾਂ ਦੇ ਕੰਮਕਾਰ ਕਰਾਉਣ ਤਾਂ ਵਧੀਆ ਰਹੇਗਾ ਜੀ। ਹਾਂਜੀ, ਤਾਂ ਮਤਲਬ ਸਾਡੀ ਆ ਆਪਣੀ ਸ਼ਮਸ਼ਾਨ ਘਾਟ ਆ, ਇਹ ਬਹੁਤ ਵਧੀਆ ਸਰਕਾਰ ਦੀ ਸਹਿਯੋਗ ਦੇ ਨਾਲ, NRI ਪੀਰਾਂ ਦੇ ਨਾਲ ਬਹੁਤ ਸਹਿਯੋਗ ਦੇ ਨਾਲ ਬਹੁਤ ਵਧੀਆ ਬਣੀ ਹੈ ਜੀ। ਤਾਂ ਅਸੀਂ ਧੰਨਵਾਦੀ ਹਾਂ ਸਰਕਾਰ ਦੇ, ਜਿਹਨਾਂ ਨੇ ਸਾਨੂੰ ਸਪੋਰਟ ਕੀਤੀ ਹੈ। ਆਉਣ ਵਾਲੇ ਟਾਈਮ 'ਚ ਸ਼ਮਸ਼ਾਨ ਘਾਟ ਦੇ ਵਿੱਚ ਹੋਰ ਵੀ ਫੈਸਿਲਿਟੀਆਂ ਹੋਣਗੀਆਂ ਜੀ। ਜਿੱਦਾਂ ਬਾਹਰੋਂ ਪੈਸਾ ਆਈ ਜਾਂਦਾ, ਉੱਦਾਂ ਅਸੀਂ ਲਾਈ ਜਾ ਰਹੇ ਹਾਂ। ਫਿਰ ਵੀ ਗਾਂ ਅੱਗੇ ਵੀ ਲਾਵਾਂਗੇ। ਬਾਕੀ ਪਿੰਡਾਂ ਦੇ ਸ਼ਮਸ਼ਾਨ ਘਾਟ ਨਾਲੋਂ ਇਸ ਸ਼ਮਸ਼ਾਨ ਘਾਟ ਦਾ ਕੀ ਅੰਤਰ? ਬਹੁਤ ਵਧੀਆ ਜੀ। ਸਾਡੀ ਬਹੁਤ ਮਿਹਨਤ ਹੋਈ ਹੈ ਸਾਰੀ। ਸਾਡੇ ਜਿੱਦਾਂ ਆਪਣੇ NRI ਭਰਾਵਾਂ ਦੇ ਸਰਕਾਰ ਵੱਲੋਂ ਵੀ ਬਹੁਤ ਪੈਸਾ ਆਇਆ ਇੱਧਰ ਜੀ। ਦੇਖ ਲਓ ਜੀ, ਪਹਿਲਾਂ ਇਹਨਾਂ ਦੇ ਟਾਈਮ ਤੋਂ ਪਿਛਲੀ ਪੰਚਾਇਤ ਨੇ ਇੱਥੇ ਸ਼ਮਸ਼ਾਨ ਘਾਟ ਦੇ ਵਿੱਚ ਕੋਈ ਗ੍ਰਾਂਟ ਦਾ ਜਿਹੜਾ ਉਹ ਨਹੀਂ ਲਗਾਇਆ ਸੀਗਾ। ਨਾ ਇਹ ਸ਼ਮਸ਼ਾਨ ਘਾਟ ਦੀ ਬਹੁਤ ਹੀ ਵਧੀਆ ਕੰਡੀਸ਼ਨ ਸੀ। ਇੱਥੇ ਵਧਾਈ ਦੇ ਪਾਤਰ ਸਮੂਹ ਪੰਚਾਇਤ ਆਲਮਗੀਰ ਦੀ ਔਰ ਪਿੰਡ ਦੇ NRI ਵੀਰ, ਜਿਨ੍ਹਾਂ ਦੇ ਯਤਨਾਂ ਸਦਕਾ ਇਹ ਸ਼ਮਸ਼ਾਨ ਘਾਟ ਦੀ ਇਸ ਟਾਈਮ ਜਿਹੜੀ ਆ ਉਹ ਤਸਵੀਰ ਦੇਖਣ ਲਾਇਕ ਆ। ਤੁਹਾਨੂੰ ਦਿਖਾਉਣਾ ਕਿ ਸ਼ਮਸ਼ਾਨ ਘਾਟ ਤਮਾਮ ਸਹੂਲਤਾਂ ਨਾਲ ਲੈਸ ਆ। ਪਾਣੀ ਪੀਣ ਵਾਲਾ ਵੀ ਹੈ ਇੱਥੇ, ਵਧੀਆ ਤਰੀਕੇ ਦੀ ਸ਼ੈੱਡ ਬਣੀ ਹੈ, ਬੈਠਣ ਨੂੰ ਵੀ ਕਾਫੀ ਵਧੀਆ ਤਰੀਕੇ ਦੀ ਸ਼ੈੱਡ ਬਣਾਈ ਆ, ਬੂਟੇ ਵਗੈਰਾ ਲਗਾਏ ਆ। ਆਓ ਦੇਖਦੇ ਹਾਂ ਕਿ ਐਸੀ ਸ਼ਮਸ਼ਾਨ ਘਾਟ ਜਿਹੜਾ ਹੈ ਉਹਦੀ ਕੰਡੀਸ਼ਨ ਇੰਨੀ ਮਾੜੀ ਕਿਉਂ ਆ, ਕਿੰਨੇ ਚਿਰ ਤੋਂ ਇੰਨੀ ਕੰਡੀਸ਼ਨ ਮਾੜੀ ਆ।
ਪੰਚਾਇਤ ਦੇ ਕੁਝ ਨੁਮਾਇੰਦੇ ਹੈਗੇ ਆ, ਪੰਚ ਤੇ ਸਰਪੰਚ, ਉਹਨਾਂ ਨਾਲ ਗੱਲ ਕਰਦੇ ਆ ਕਿ ਆਪਣੇ ਕਾਰਜਕਾਲ ਵਿੱਚ ਉਹਨੇ ਕਿੰਨੇ ਕੁ ਪੈਸੇ ਇੱਥੇ ਲਾਏ ਆ। ਕੀ ਨਾਮ ਹੈ ਸਾਹਿਬ ਆਪਣਾ? ਹਾਂਜੀ, ਓਮਕਾਰ ਚੰਦ ਜੀ। ਓਮਕਾਰ ਚੰਦ ਜੀ, ਸਰਕਾਰਾਂ ਕਿੱਦਾਂ ਦਾ ਕੰਮ ਕਰਦੀਆਂ? ਸਰਕਾਰਾਂ ਤਾਂ ਬਹੁਤ ਵਧੀਆ ਕੰਮ ਕਰਦੀਆਂ ਜੀ। ਸਾਡੀ ਪਿਛਲੀ ਪੰਚਾਇਤ ਨੇ ਥੋੜਾ ਜਿਹਾ ਇਹਦੇ ਵੱਲ ਧਿਆਨ ਨਹੀਂ ਕੀਤਾ। ਕਬਰਾਂ ਜਿਹੜੀਆਂ ਸੀਗੀਆਂ ਐਸੀ ਕਬਰਾਂ ਸੀਗੀਆਂ। ਜਿਹੜਾ ਐਸੀ ਸ਼ਮਸ਼ਾਨ ਘਾਟ ਆ, ਦੇਖੋ BC ਸ਼ਮਸ਼ਾਨ ਘਾਟ ਗਏ, ਉੱਥੇ ਕਾਫੀ ਵਧੀਆ ਤਰੀਕੇ ਨਾਲ ਕੰਮ ਹੋਇਆ। ਕੀ ਕਾਰਨ ਹੈ ਕਿ ਐਸੀ ਸ਼ਮਸ਼ਾਨ ਘਾਟ ਵਿੱਚ ਕੰਮ ਨਹੀਂ ਹੋਇਆ? ਸਰ, ਪਿਛਲੀ ਪੰਚਾਇਤ ਨੇ ਇਹਦੇ ਵੱਲ ਖਿਆਲ ਨਹੀਂ ਕੀਤਾ ਉੱਦਾਂ। ਵੈਸੇ ਤਾਂ ਸਰਕਾਰ ਤਾਂ ਸਪੋਰਟ ਬਹੁਤ ਕਰਦੀ ਆ। ਸਰਕਾਰ ਨੇ ਤਾਂ ਪਿਛਲੀ ਸਾਡੀ ਉਹ ਜਿਹੜੀ ਨਾਲ ਵਾਲੀ ਕਬਰਾਂ ਜਾਣੀਆਂ ਆਪਣੀਆਂ, ਉਹਨੇ ਬਹੁਤ ਵਧੀਆ ਉਹਦੇ ਬਾਰੇ ਸਰਕਾਰ ਨੇ ਸਪੋਰਟ ਕੀਤੀ। 3 ਸਾਲ ਤੱਕ ਤੁਹਾਡੇ ਕਾਰਜਕਾਲ ਹੋਏ, ਤੁਸੀਂ ਕਿਉਂ ਨਹੀਂ ਪੈਸੇ ਲਾਏ ਇੱਥੇ? ਸਰ, ਸਰਕਾਰ ਨੇ ਪੈਸਾ ਸਾਨੂੰ ਭੇਜਿਆ ਨਹੀਂ। ਵੈਸੇ 2 ਲੱਖ ਰੁਪਈਆ ਭੇਜਿਆ ਸੀਗਾ, ਤਾਂ ਲੱਖ ਰੁਪਈਆ ਉੱਧਰ ਲਾਤਾ, ਲੱਖ ਇੱਥੇ ਕ ਲਾਤਾ। ਇੱਟਾਂ ਉੱਟਾਂ ਨੂੰ ਪੂਰੀ ਬਣੀਆਂ ਨਹੀਂ ਹੈਗੀ। ਹਾਲ ਤੇ ਕੋਈ ਪੈਸਾ ਨਹੀਂ ਇੱਥੇ ਮੇਰੇ ਹਿਸਾਬ ਦੇ ਨਾਲ ਤਾਂ ਕੋਈ ਇੱਟ ਨਹੀਂ ਤੁਸੀਂ ਲਾਈ, ਹਲੇ ਕੋਈ ਪੈਸਾ ਨਹੀਂ ਲੱਗਾ। ਫਿਰ ਕਿਸੇ 2 ਲੱਖ ਲਾਇਆ? ਸਰ, ਇਹ ਤਾਂ ਹੁਣ ਪਿਛਲੀ ਪੰਚਾਇਤ ਨੂੰ ਪਤਾ ਹੋਵੇਗਾ। ਪੰਚ ਸਾਹਿਬ, ਕੀ ਕਾਰਨ ਹੈ ਕਿ ਪੰਚਾਇਤ ਦੇਖੋ ਬਾਕੀ ਕੰਮ ਵਧੀਆ ਹੈ, ਇੱਥੇ ਇੱਕ ਪੰਚਾਇਤ ਕਿਉਂ ਹਾਰ ਜਾਂਦੀ ਹੈ? ਨਹੀਂ ਸਰ, ਗੱਲ ਇੱਦਾਂ ਆ, ਜਦੋਂ ਅਸੀਂ ਬਣੇ ਆ ਸਰਪੰਚ, ਜਿਹੜਾ ਜਨਰਲ ਸ਼ਮਸ਼ਾਨ ਘਾਟ ਆ ਨਾ, ਉਹਦੇ ਲਈ ਸਰਕਾਰ ਨੇ 4 ਲੱਖ ਰੁਪਏ ਦਿੱਤਾ ਸੀ। ਇਹ ਫਿਲਹਾਲ ਇਹਦੇ ਲਈ ਕੁਝ ਨਹੀਂ ਦਿੱਤਾ ਸੀ। ਹੁਣ ਸਾਨੂੰ ਇਸ ਸ਼ਮਸ਼ਾਨ ਘਾਟ ਲਈ 1 ਲੱਖ ਰੁਪਈਆ ਮਿਲਿਆ ਸਿਰਫ। ਲੱਖ ਰੁਪਏ ਦੇ ਵਿੱਚ ਅਸੀਂ ਹੁਣ ਇਹ ਥੜਾ ਸਟਾਰਟ ਕਰ ਦਿੱਤਾ ਬਣਨਾ। ਲੱਖ ਵਿੱਚ ਇੰਨਾ ਕੀ ਬਣਨਾ ਆ। ਸਰਕਾਰ ਨੂੰ ਬੇਨਤੀ ਹੈ ਕਿ ਸਾਨੂੰ ਹੋਰ ਵੀ ਗ੍ਰਾਂਟ ਦੇਵੇ ਤਾਂ ਅਸੀਂ ਉਹ ਜਨਰਲ ਵਰਗਾ ਇਹ ਵੀ ਬਣਾ ਦਈਏ। ਕੋਈ NRI ਵੀਰਾਂ ਨੂੰ ਵੀ ਕੋਈ ਬੇਨਤੀ? ਹਾਂਜੀ, NRI ਭਰਾਵਾਂ ਨਾਲ ਅਸੀਂ ਗੱਲ ਕੀਤੀ ਹੈ। ਉਹ ਕਹਿੰਦੇ ਤੁਸੀਂ ਸ਼ੁਰੂ ਕਰੋ, ਜਿੰਨੇ ਜੋਗੇ ਅਸੀਂ ਕਰਾਂਗੇ ਜ਼ਰੂਰ। ਇਹਨੂੰ ਵੀ ਅਸੀਂ ਉਹਦੇ ਵਾਂਗੂ ਹੀ ਬਣਾਉਣਾ ਆ, ਵਧੀਆ ਕਰਕੇ ਬਣਾਵਾਂਗੇ ਸਰ। ਹਾਂਜੀ, ਇਹ ਦੂਸਰਾ ਜਿਹੜਾ ਸ਼ਮਸ਼ਾਨ ਘਾਟ ਦਿਖਾਇਆ, ਇਹ ਐਸੀ ਸ਼ਮਸ਼ਾਨ ਘਾਟ ਜਿਸ ਦੀ ਕੰਡੀਸ਼ਨ ਬਹੁਤ ਮਾੜੀ ਆ। ਪ੍ਰੋਪਰਲੀ ਕਿਸੇ ਵੀ ਚੀਜ਼ ਦੀ ਇੱਥੇ ਫੈਸਿਲਿਟੀ ਨਹੀਂ ਹੈਗੀ, ਨਾ 4 ਦੀਵਾਰੀ ਆ, ਨਾ ਪੀਣ ਵਾਲੇ ਪਾਣੀ ਦੀ ਫੈਸਿਲਿਟੀ ਆ, ਔਰ ਨਾ ਹੀ ਕੋਈ ਬੈਠਣ ਨੂੰ ਜਗ੍ਹਾ ਆ। ਪੰਚਾਇਤ ਦਾ ਇਹ ਆਸ਼ਵਾਸਨ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਵੀ ਅਸੀਂ NRI ਵੀਰਾਂ ਨੂੰ ਵੀ ਕਹਿੰਦੇ ਆ, ਔਰ ਸਰਕਾਰ ਨੂੰ ਵੀ ਉਹਨੇ ਮੰਗ ਕੀਤੀ ਕਿ ਸਾਨੂੰ ਵੱਧ ਤੋਂ ਵੱਧ ਗ੍ਰਾਂਟ ਦੇਣ ਤਾਂ ਕਿ ਅਸੀਂ ਇਸ ਸ਼ਮਸ਼ਾਨ ਘਾਟ ਨੂੰ ਵੀ ਦੂਸਰੇ ਵਰਗਾ ਬਣਾ ਸਕੀਏ। ਅੱਗੇ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਸਰਦਾਰ ਰਵਿੰਦਰ ਸਿੰਘ ਜੀ, ਜੋ ਇਸ ਪਿੰਡ ਦੇ NRI ਆ। ਉਹਨਾਂ ਦੀ ਇਸ ਪਿੰਡ ਨੂੰ ਕਾਫੀ ਦੇਣ। ਆਓ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਜੀ ਆਪਣਾ? ਮੇਰਾ ਨਾਮ ਰਵਿੰਦਰ ਸਿੰਘ ਹੈ ਜੀ। ਮੈਂ ਜਰਮਨੀ ਨਿਵਾਸ ਰੱਖਦਾ। ਇਹ ਮੇਰਾ ਜਨਮ ਭੂਮੀ ਪਿੰਡ ਆ। ਪਰ ਅਸੀਂ ਜਿੰਨੇ ਵਿਦੇਸ਼ ਵਿੱਚ ਵੱਸਦੇ NRI ਆ, ਚਾਹੇ ਉਹ ਕੋਈ ਜਰਮਨੀ 'ਚ ਆ, ਇਟਾਲੀਆ 'ਚ ਆ, ਅਮਰੀਕਾ, ਕੈਨੇਡਾ ਜਾਂ ਆਸਟ੍ਰੇਲੀਆ ਵਿੱਚ ਆ, ਇਟਲੀ ਵਿੱਚ ਆ, ਸਾਡਾ ਸਾਰਿਆਂ ਦੀ ਇੱਕ ਭਾਵਨਾ ਆ ਕਿ ਅਸੀਂ ਇਸ 27 ਕਨਾਲ 9 ਮਰਲੇ ਛੱਪੜ ਨੂੰ ਪਿੰਡ ਦਾ ਇੱਕ ਅਪ ਟੂ ਡੇਟ ਸਿਸਟਮ ਬਣਾ ਕੇ ਇਹਦੇ ਵਿੱਚ ਟਰਮੀਨੇਟ ਜੋ ਥਾਪਰ ਮਾਡਲ ਆ ਉਹਦੇ ਨਾਲ ਅਨੁਸਾਰ ਬਣਾਇਆ ਜਾਵੇ। ਉਹ ਲਗਭਗ 3 ਕਨਾਲ ਜਗ੍ਹਾ 'ਚ ਬਣੇ। ਬਾਕੀ ਬਚਦਾ ਹੀ ਜਿਹੜੀ ਜ਼ਮੀਨ ਆ, ਭਾਵ 24 ਕਨਾਲ 3 ਕਿੱਲੇ, ਉਸ ਨੂੰ ਪਿੰਡ ਦੀ ਪੰਚਾਇਤ ਜੇ ਕਹੇ ਪਾਰਕ ਬਣਾਉਣਾ, ਅਸੀਂ ਪਾਰਕ ਬਣਾ ਦਿਆਂਗੇ। ਜੇ ਇਹ ਜ਼ਮੀਨ ਜਿਹੜੀ ਆ, ਇਸ ਨੂੰ ਇਹਦੇ ਵਿੱਚ ਪੱਧਰਾ ਕਰਕੇ, ਜਿਵੇਂ ਹੁਣ ਜੋ ਇਹਦੇ ਹਾਲਾਤ ਆ, ਅਸੀਂ ਇਹਨੂੰ ਮੱਛੀ ਪਾਲਣ ਵੀ ਬਣਾ ਕੇ ਪਿੰਡ ਨੂੰ ਦੇ ਸਕਦੇ ਹਾਂ ਤਾਂ ਕਿ ਪਿੰਡ ਦੀ ਆਮਦਨ ਦਾ ਸਾਧਨ ਬਣ ਜਾਏ। ਜਾਂ ਇਹਨੂੰ ਪੱਧਰਾ ਕਰਕੇ ਇਹਦੇ ਵਿੱਚ ਹਾਈਬ੍ਰਿਡ ਜਿਹੜੀ ਆ ਬੂਟੇ ਲਾਏ ਜਾਣ, ਜਿਹੜੇ 4.5 ਸਾਲ ਬਾਅਦ ਤਿਆਰ ਹੋਣ। ਕੀ ਕਾਰਨ ਹੈ ਕਿ ਇੱਥੇ ਕਿਉਂ ਨਹੀਂ ਕੰਮ ਹੋ ਪਾ ਰਿਹਾ? ਇਹ ਪਿਛਲੇ ਕਾਫੀ ਸਮੇਂ ਦੇਖੋ, ਅੱਜ ਤੋਂ 20-25 ਸਾਲ ਪਹਿਲਾਂ ਇਹ ਛੱਪੜ ਜਿੱਦਾਂ ਸੀ ਉੱਦਾਂ ਹੀ ਆ। ਕੀ ਕਾਰਨ ਆ? ਕਿਹਨੂੰ ਤੁਸੀਂ ਕਸੂਰਵਾਰ ਮੰਨਦੇ ਹੋ? ਇਹ ਜਿਹੜਾ ਆ ਸਿਸਟਮ ਪਿਛਲੀਆਂ ਸਾਡੀਆਂ ਪੰਚਾਇਤ ਦੇ ਕੋਲ, ਕਿਉਂਕਿ ਸਾਡੇ ਕੋਲ ਇੱਕ ਫੰਡਸ ਨਹੀਂ ਹੈਗੇ, ਇੱਕ ਵਾਕ ਵੀ ਨਹੀਂ ਹੈਗੀ, ਉਹਨਾਂ ਨੇ ਇੱਧਰ ਧਿਆਨ ਨਹੀਂ ਦਿੱਤਾ। ਅਸੀਂ 2019 ਤੋਂ, ਜਦ ਤੋਂ ਸਾਡੀ ਹੁਣ ਇਹ ਪਿੰਡ ਦੀ ਪੰਚਾਇਤ ਹੈ, ਕੁਲਦੀਪ ਕੌਰ ਜੀ ਸਰਪੰਚ ਨੇ, ਉਹਨਾਂ ਨਾਲ ਜੋ ਪੰਚਾਂ ਦੀ ਟੀਮ ਆ ਉਹ ਵਰਕ ਕਰ ਰਹੀ ਆ, ਸਾਡੇ ਪਿੰਡ ਦੀ ਡਿਵੈਲਪਮੈਂਟ ਹੋ ਰਹੀ ਆ। ਉਸ ਤੋਂ ਬਾਅਦ ਸਾਡੇ 3 ਪ੍ਰੋਜੈਕਟ ਵੱਡੇ ਨੇ, ਇਹ ਛੱਪੜ, ਉਸ ਤੋਂ ਬਾਅਦ ਮੈਦਾਨ। ਅੱਜ ਵੀ ਮੈਂ ਉਸੇ ਸੰਬੰਧ ਵਿੱਚ ਹੀ ਜਿਹੜਾ ਆ ਉਹ ਬੈਠ ਕੇ ਆਇਆ ਉਹਨਾਂ ਸਾਰੇ ਸੱਜਣਾਂ ਨਾਲ। ਉਹ ਸਾਨੂੰ ਸਕੂਲ ਲਈ ਸਰਦਾਰ ਪ੍ਰਗਟ ਸਿੰਘ ਵੱਲੋਂ ਇਹ ਵਾਅਦਾ ਦਿੱਤਾ ਗਿਆ ਕਿ ਅਸੀਂ ਗਰਾਊਂਡ ਬਣਾਉਣ ਲਈ ਤੁਹਾਨੂੰ ਪੂਰਾ ਸਹਿਯੋਗ ਦੇਵਾਂਗੇ, ਜਿਮ ਖਾਨੇ ਲਈ ਪੂਰਾ ਸਹਿਯੋਗ ਦੇਵਾਂਗੇ। ਉਹਨਾਂ ਨੇ ਮਾਰਕ ਕਰ ਦਿੱਤਾ ਸਾਡਾ ਉਹ ਮਤਾ, ਉਹ ਚੋਣ ਜ਼ਾਬਤੇ ਤੋਂ ਪਹਿਲਾਂ ਜਿੱਦਾਂ ਲਾਗੂ ਹੋ ਜਾਊਗਾ। ਆਉਣ ਵਾਲੇ ਟਾਈਮ 'ਚ ਕਿਹਨਾਂ ਫੈਸਿਲਿਟੀਆਂ ਨਾਲ ਇਹ ਜਿਹੜੀ ਜਗ੍ਹਾ ਆ ਲੈਸ ਹੋਊਗੀ? ਇਹਦੇ ਵਿੱਚ ਸਾਡੇ ਕੋਲ NRIs ਨੇ। ਅਸੀਂ ਜਿੰਨੇ ਵਿਦੇਸ਼ਾਂ 'ਚ ਬੈਠੇ ਹਾਂ, ਰਾਤ ਵੀ ਸਾਡੇ ਸਾਬਕਾ ਸਰਪੰਚ ਨੇ ਸੁਖਦੇਵ ਸਿੰਘ, ਜੋ ਲਗਭਗ 20 ਸਾਲ ਪਹਿਲਾਂ ਇੱਥੇ ਸਰਪੰਚ ਰਹੇ ਨੇ, ਇਸ ਵੇਲੇ ਟੋਰਾਂਟੋ ਵੱਸਦੇ ਨੇ। ਮੇਰੀ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ, ਕਹਿੰਦੇ ਜੋ ਵੀ ਆ, ਜਿਵੇਂ ਵੀ ਆ, ਜੋ ਸਾਨੂੰ ਸੇਵਾ ਲਾਉਂਗੇ ਅਸੀਂ ਹਾਜ਼ਰ ਹਾਂ। ਇਸੇ ਤਰ੍ਹਾਂ ਹੀ ਅਮਰੀਕਾ
ਦੇ ਗ੍ਰੀਨ ਕਾਰਡ ਹੋਲਡਰ ਨੇ ਸਾਡੇ ਸਾਬਕਾ ਸਰਪੰਚ ਅਵਤਾਰ ਸਿੰਘ, ਜਿਹੜੇ 2003 ਤੱਕ ਇੱਥੋਂ ਦੇ ਸਰਪੰਚ ਰਹੇ। ਉਹਨਾਂ ਵੱਲੋਂ ਵੀ ਫੁੱਲ ਸਹਿਯੋਗ ਆ। ਜਦੋਂ ਸਾਡੇ ਪਿੰਡ ਦੀ ਪਹਿਲੀ ਪੰਚਾਇਤ ਬਣੀ, ਉਸ ਦੇ ਵਿੱਚ ਬੀਬੀ ਅਮਰਜੀਤ ਕੌਰ ਜੀ ਸਾਡੇ ਸਰਪੰਚ ਸੀ। ਜਦੋਂ ਮਤਲਬ ਦੂਸਰੇ ਪਿੰਡਾਂ ਨਾਲੋਂ ਵੱਖਰੀ ਸਾਡੇ ਇਕੱਲੀ ਪੰਚਾਇਤ ਬਣੀ, ਜੋ ਜ਼ਿਲ੍ਹਾ ਪਰਿਸ਼ਦ ਮੈਂਬਰ ਤੱਕ ਤੇ ਰਹਿ ਕੇ ਆਪਣੇ ਇਸ ਸੰਸਾਰ ਤੋਂ ਚਲੇ ਗਏ। ਉਹਨਾਂ ਦੇ ਬੇਟੇ ਨੇ DSP ਜਤਿੰਦਰਜੀਤ ਸਿੰਘ, ਉਹਨਾਂ ਵੱਲੋਂ ਸਾਨੂੰ ਫੁੱਲ ਸਹਿਯੋਗ ਆ। ਕੱਲ੍ਹ ਵੀ ਮੇਰੇ ਨਾਲ ਗੱਲਬਾਤ ਹੋ ਰਹੀ ਸੀ। ਅਸੀਂ ਇੱਥੇ ਇੱਕ ਸਮਾਗਮ ਰੱਖਿਆ ਹੋਇਆ, ਉਹਦੇ ਵਿੱਚ ਉਹਨਾਂ ਕੱਲ੍ਹ ਵੀ ਹਾਜ਼ਰੀ ਭਰਨੀ ਆ ਵੀ ਆਪਾਂ ਇੱਕ ਪੰਚਾਇਤ ਘਰ ਪਿੰਡ ਨੂੰ ਅਸੀਂ ਬਣਾ ਕੇ ਦੇ ਰਹੇ ਹਾਂ, ਆਂਗਨਵਾੜੀ ਨੂੰ ਬਿਲਡਿੰਗ ਬਣਾ ਕੇ ਦੇ ਰਹੇ ਹਾਂ। ਇਹਦੇ ਵਿੱਚ NRI ਅਤੇ ਇੱਥੇ ਸਾਡੇ ਵਸਦੇ ਜਿਹੜੇ ਵੀਰ ਨੇ ਉਹਨਾਂ ਸਾਰਿਆਂ ਦਾ ਸਹਿਯੋਗ ਆ। ਅਸੀਂ ਸਰਕਾਰ ਤੋਂ ਬਾਹਲੀਆਂ ਗਰੰਟਾਂ ਦੀ ਨੂੰ ਹੀ ਲੋੜਦੇ। ਇਹ ਪਿੰਡ ਵਾਲਿਆਂ ਨੂੰ ਜੋ ਸਾਡਾ ਬਣਦਾ, ਜੋ ਚਾਹੇ ਸਾਡਾ MP ਕੋਟਾ ਚਾਹੇ MLA ਕੋਟਾ, ਉਹ ਸਾਨੂੰ ਸਾਡਾ ਬਣਦਾ ਦੇਣ। ਬਾਕੀ ਸਾਨੂੰ ਸਹਿਯੋਗ ਸਰਕਾਰ ਬਖਸ਼ੇ। ਅਸੀਂ NRI ਜਿਹੜਾ ਇਹਨੂੰ ਤਿਆਰ ਕਰਨ ਲਈ ਹਾਜ਼ਰ ਹਾਂ ਸਾਰੇ। ਸਰਪੰਚ ਸਾਹਿਬ, ਜਿਹੜੀਆਂ ਸਟਰੀਟ ਲਾਈਟ ਲੱਗੀਆਂ ਹਰ ਮੋੜ ਤੇ ਪਿੰਡ ਵਿੱਚ, ਕਿੰਨੀਆਂ ਰੋਡ ਲੱਗੀਆਂ? ਇਹ 50-51 ਹੈਗੀਆਂ। ਕਿੰਨੇ ਸਹਿਯੋਗ ਲੱਗੀ ਜੀ? ਇਹ NRI ਭਰਾ ਜਿਹੜਾ ਸਾਡਾ ਭਰਾ ਤਾਂ ਨਹੀਂ ਮੈਂ ਕਹਿੰਦੀ, ਸਾਡਾ ਬੱਚਾ ਹੀ ਆ, ਰਵਿੰਦਰ ਸਿੰਘ ਆ, ਨਾਲ ਪਰਿਵਾਰ ਆ। ਇਹਨਾਂ ਦੇ ਸਹਿਯੋਗ ਨਾਲ ਇਹ ਸਾਰੀਆਂ ਲਾਈਟਾਂ ਲੱਗੀਆਂ ਤੇ 10 ਲਾਈਟਾਂ ਜਲਾਲਾਬਾਦ 'ਚ ਲੱਗੀਆਂ, ਇੱਕ ਚੌਂਕੀ ਪਚਰੰਗੇ ਲੱਗੀ ਤੇ ਬਾਕੀ ਸਾਡੇ ਪਿੰਡ 'ਚ ਲੱਗੀਆਂ 40। ਰਵਿੰਦਰ ਜੀ, ਕਿੰਨੀਆਂ ਕੁ ਲਾਈਟਾਂ ਲੱਗੀਆਂ ਹੈਗੀਆਂ? ਅਸਲ ਵਿੱਚ ਇਹ ਲਾਈਟਾਂ ਜਿਹੜੀਆਂ ਟੋਟਲ ਨੇ ਆਲਮਗੀਰ ਪਿੰਡ 'ਚ 40 ਲਾਈਆਂ ਜੀ। ਨਾਲ ਦਾ ਸਾਡੇ ਜਲਾਲਵਾਲ ਪਿੰਡ ਆ, ਅਸੀਂ ਸਾਂਝੇ ਵੀ ਚੱਲਦੇ ਹਾਂ, ਉੱਥੇ ਅਸੀਂ 10 ਲਾਈਟਾਂ ਲਾਈਆਂ। ਇੱਕ ਲਾਈਟ ਅਸੀਂ ਜਿਹੜੀ ਸਾਡਾ ਪ੍ਰਸ਼ਾਸਨ ਆ, ਪੁਲਿਸ ਚੌਂਕੀ, ਉਹਨਾਂ ਨੂੰ ਲਾ ਕੇ ਦਿੱਤੀ। ਇਸ ਤਰ੍ਹਾਂ 51 ਲਾਈਟਾਂ ਨੇ। ਪੁਲਿਸ ਚੌਂਕੀ ਪਚਰੰਗਾ ਜੀ ਕਿਹੜਾ? ਹਾਂਜੀ, ਪਚਰੰਗਾ ਪੁਲਿਸ ਚੌਂਕੀ 'ਚ ਲਾਈਟ ਲਾਈ ਹੈ। ਉੱਥੇ ਲੱਗੀ ਹੈ ਜੀ? ਹਾਂਜੀ, ਟੋਟਲ 51 ਲਾਈਟਾਂ ਲੱਗੀਆਂ। ਟੋਟਲ 51 ਲਾਈਟਾਂ ਨੇ। ਇਹਨਾਂ ਵਿੱਚ NRI ਵੀਰਾਂ ਦਾ ਸਹਿਯੋਗ ਆ ਜਾਂ ਪੰਚਾਇਤ ਦਾ ਵੀ? ਇਹ ਟੋਟਲ ਜਿਹੜਾ ਆ ਸਾਡੀ NRI ਜਿਹੜੀ ਅਸੀਂ ਰੂਰਲ ਡਿਵੈਲਪਮੈਂਟ ਕਲੱਬ ਬਣਾਇਆ ਹੋਇਆ ਵਿਦੇਸ਼ ਦੇ ਵਿੱਚ, ਯੂਰਪ ਦੇ ਵਿੱਚ, ਉਹਨਾਂ ਵੱਲੋਂ ਲਾਈਆਂ ਗਈਆਂ। ਤੇ ਔਰ ਇਹਨਾਂ ਲਾਈਟਾਂ ਪਿੱਛੇ ਸਾਡਾ ਪਰਪਸ ਆ, ਸਾਡੇ ਪਿੰਡ 'ਚ ਜਿਹੜੀ ਭਾਰਤ ਪਾਕ ਜੰਗ ਆ 1971 ਦੀ, ਜੋ 3 ਦਸੰਬਰ ਤੋਂ ਲੈ ਕੇ 17 ਦਸੰਬਰ 1971 ਨੂੰ ਚੱਲੀ, ਉਸ ਜੰਗ ਦੇ ਵਿੱਚ ਸਾਡੇ ਪਿੰਡ ਨੂੰ ਆਦਮਪੁਰ ਹਵਾਈ ਅੱਡਾ ਮੰਨ ਕੇ 8-9 ਦਸੰਬਰ ਦੀ ਦਰਮਿਆਨੀ ਰਾਤ ਨੂੰ ਬੰਬਾਰੀ ਹੋਈ। ਇਸ ਬੰਬਾਰੀ ਨਾਲ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਮੇਰੇ ਜਨਮ ਤੋਂ ਇਹ ਪਹਿਲੀ ਗੱਲ ਆ। ਔਰ ਇਹ ਦੱਸਿਆ ਜਾਂਦਾ ਵੀ ਸਾਡਾ ਸਾਰਾ ਪਿੰਡ ਜਿਹੜਾ ਉਜੜਿਆ ਔਰ ਜਾਨਵਰ ਕੋਈ ਨਹੀਂ ਬਚਿਆ। 15 ਵਿਅਕਤੀ ਪਿੰਡ ਦੇ ਉਹਨਾਂ ਦੀ ਡੈਥ ਹੋਈ। ਮੇਰੇ ਨਾਲ ਮੇਰੀ ਭੈਣ ਖੜੀ ਆ। ਇਹਨਾਂ ਦਾ ਇਹ ਸਹੁਰੇ ਪਿੰਡ ਆ, ਪਰ ਇਹਨਾਂ ਦਾ ਜਿਹੜਾ ਪੇਕਾ ਪਿੰਡ ਘੋੜਾਵਾਈ ਆ, ਪਹਿਲਾਂ ਉੱਥੇ ਬੰਬ ਡਿਗੇ, ਉੱਥੋਂ ਬੰਬ ਸਿੱਟ ਕੇ ਜਹਾਜ਼ ਜਿਹੜਾ ਆ ਫਿਰ ਸਾਡੇ ਇਸ ਪਿੰਡ ਆਇਆ। ਉੱਥੇ 3 ਪਰਿਵਾਰਾਂ ਦੇ ਉਹਨਾਂ ਦੀ ਡੈਥ ਹੋਈ। ਸਾਡੇ ਪਿੰਡ 'ਚ 15 ਵਿਅਕਤੀਆਂ ਦੀ ਮੌਤ ਹੋਈ। ਸਾਰੇ ਪਰਿਵਾਰ ਜਿਹੜੇ ਆ ਉਹ ਫਨਾਹ ਹੋਏ, ਮਤਲਬ ਵਿੱਤੀ ਨੁਕਸਾਨ ਹੋਇਆ। 2 ਬੱਚੇ ਆਪਣੀਆਂ ਮਾਵਾਂ ਨਾਲ ਪਏ ਹੋਏ ਬਚ ਗਏ, ਪਰ ਉਹਨਾਂ ਦੀਆਂ ਮਾਵਾਂ ਖਤਮ ਹੋ ਗਈਆਂ। ਇੱਕ ਬੱਚਾ 5 ਮਹੀਨੇ ਦਾ ਸੀ, ਇੱਕ ਬੱਚਾ 1.25 ਸਾਲ ਦਾ ਸੀ। NRI ਵੀਰਾਂ ਦਾ ਪਿੰਡ ਨੂੰ ਕਿੱਦਾਂ ਸਹਿਯੋਗ ਹੈ? ਹਾਂਜੀ, ਬਹੁਤ ਹੀ ਜ਼ਿਆਦਾ ਬਹੁਤ ਵਧੀਆ ਉਪਰਾਲਾ ਆ। ਜਿੱਦਾਂ ਸਾਡੇ ਸਤਿਕਾਰਯੋਗ ਭਾਈ ਰਵਿੰਦਰ ਸਿੰਘ ਜੀ ਜਦੋਂ ਦੇ ਪਿੰਡ ਵਿੱਚ ਆਏ ਆ, ਇਹਨਾਂ ਨੇ ਬਹੁਤ ਹੀ ਜ਼ਿਆਦਾ ਪਿੰਡ ਦੀ ਭਲਾਈ ਲਈ ਕਾਰਜ ਕੀਤੇ ਆ। ਜਿੱਦਾਂ ਲਾਈਟਾਂ ਲਗਵਾਈਆਂ ਆ, ਪਹਿਲਾਂ ਬਹੁਤ ਲੋਕਾਂ ਨੂੰ ਪ੍ਰੋਬਲਮ ਹੁੰਦੀ ਸੀ ਆਉਣ ਜਾਣ ਦੀ, ਕਿਉਂਕਿ ਸਰਕਾਰੀ ਬੱਤੀ ਤੁਹਾਨੂੰ ਪਤਾ ਹੀ ਆ ਕਿੰਨੀ ਕੁ ਜੇ ਰਹਿੰਦੀ ਆ। ਇਸ ਤੋਂ ਬਾਅਦ ਲਾਈਟਾਂ ਤੋਂ ਬਾਅਦ ਇਹਨਾਂ ਨੇ ਸਕੂਲ ਦੇ ਵਿੱਚ ਇੱਕ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਆ। ਉਹਦੇ ਵਿੱਚ ਸਾਡੇ ਜਿਹੜੇ ਬੱਚੇ ਆਪਣੀ ਮੋਰਲ ਐਜੂਕੇਸ਼ਨ ਤੋਂ ਟੁੱਟ ਰਹੇ ਆ, ਉਹਨਾਂ ਨੂੰ ਬਹੁਤ ਹੀ ਵਧੀਆ ਉੱਥੋਂ ਆਪਣੇ ਲਈ ਸਿੱਖਿਆ ਲੈਣਗੇ, ਐਜੂਕੇਸ਼ਨ ਲੈਣਗੇ, ਜਿਹਦੇ ਨਾਲ ਉਹ ਵਧੀਆ ਬੱਚੇ ਸਾਡੇ ਸਮਾਜ ਦੇ ਵਧੀਆ ਸਿਟੀਜ਼ਨ ਬਣ ਸਕਣਗੇ। ਨੈਕਸਟ ਇਹਨਾਂ ਨੇ ਜਿਹੜਾ ਪਲੇਗਰਾਊਂਡ ਦਾ ਕੀਤਾ ਆ, ਜਿੱਦਾਂ ਹੁਣ ਸਾਡੇ ਬੱਚੇ ਅੱਜ ਕੱਲ੍ਹ ਬਹੁਤੀ ਤੁਸੀਂ ਦੇਖਦੇ ਆ ਯੰਗ ਜਨਰੇਸ਼ਨ ਜਿਹੜੀ ਆ ਨਸ਼ਿਆਂ ਵਿੱਚ ਪੈ ਰਹੀ ਆ, ਗਲਤ ਕੰਮਾਂ ਵਿੱਚ ਪੈ ਰਹੀ ਆ। ਜਦੋਂ ਪਲੇਗਰਾਊਂਡ ਦੇ ਵਿੱਚ ਆਪਣੇ ਵਿੱਚ ਇਹ ਖੇਲਣਗੇ, ਆਪਣੀ ਸਰੀਰ ਇਹਨਾਂ ਦਾ ਵਧੀਆ ਬਣੂਗਾ, ਐਜੂਕੇਸ਼ਨ ਪੱਖੋਂ ਵੀ ਵਧੀਆ ਬੱਚੇ ਬਣਨਗੇ। ਜਿੱਦਾਂ ਲਾਇਬ੍ਰੇਰੀ ਦਾ ਕੀਤਾ ਆ, ਨੈਕਸਟ ਪਲੇਗਰਾਊਂਡ ਦਾ, ਹੋਰ ਵੀ ਬਹੁਤ ਉਪਰਾਲੇ ਕਰ ਰਹੇ ਆ। ਜਿੱਦਾਂ ਸਾਡੇ ਇਹ ਛੱਪੜ ਦਾ ਆ ਕੰਮ ਆ, ਇਹਨੂੰ ਮਤਲਬ ਵਧੀਆ ਤਰੀਕੇ ਨਾਲ ਇਹਨਾਂ ਦਾ ਕਰਨਗੇ। ਜਿਹੜਾ ਪਿੰਡ ਦਾ ਪਾਣੀ ਵੀ ਆ, ਜਿੱਦਾਂ ਤੁਸੀਂ ਦੇਖਦੇ ਆ ਹੈ ਨਾ ਕਿੰਨਾ ਕਿੱਧਰਲੇ ਪਾਸੇ ਜਾ ਰਿਹਾ ਆ, ਉਹ ਵਧੀਆ ਤਰੀਕੇ ਨਾਲ ਪ੍ਰਬੰਧ ਕਰਨਗੇ ਅਤੇ ਪਿੰਡ ਦਾ ਜਿਹੜਾ ਇੱਕ ਨਕਸ਼ਾ ਬਹੁਤ ਵਧੀਆ ਬਣੂਗਾ। ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ। ਹੁਣ ਜਿੱਦਾਂ 15 ਦਿਨ ਲਈ ਆਏ ਆ, ਇਹ ਸਵੇਰ ਤੋਂ ਚੱਲ ਪੈਂਦੇ ਆ,
ਸ਼ਾਮ ਨੂੰ ਕਿਤੇ ਮੁਸ਼ਕਲ ਨਾਲ ਕਿਤੇ ਆ ਵੀ ਖਾਣਾ ਖਾਂਦੇ, ਹੁਣ ਵੀ ਸਾਡੇ ਨਾਲ ਆਏ ਆ ਬੜੀ ਮੁਸ਼ਕਲ ਨਾਲ। ਮੈਂ ਕਿਹਾ ਭਾਜੀ ਆਪਾਂ ਸਵੇਰ ਦੇ ਚੱਲੇ ਆ, ਕੁਝ ਖਾ ਲਈਏ। ਕਹਿੰਦੇ ਨਹੀਂ ਨਹੀਂ, ਉੱਥੇ ਪਿੰਡ 'ਚ ਆਏ ਆ, ਮੈਂ ਜਾ ਕੇ ਕੰਮ ਕਰਨਾ। ਬਹੁਤ ਹੀ ਜ਼ਿਆਦਾ ਮਿਹਨਤ ਕਰ ਰਹੇ ਆ ਆਪਣੇ ਪਿੰਡ ਦੀ ਭਲਾਈ ਦੇ ਲਈ। ਅਸੀਂ ਸਾਰਿਆਂ ਦੇ ਬਹੁਤ ਹੀ ਧੰਨਵਾਦੀ। ਸਰਪੰਚ ਸਾਹਿਬ ਕਿੰਨੇ ਨੰਬਰ ਵਾਰਡ ਹੈ? ਇਹ 2 ਨੰਬਰ ਵਾਰਡ ਹੈ। ਕਿੰਨੇ ਕੰਮ ਹੋਏ ਉਹਦੇ? ਇਹਦੇ ਤਕਰੀਬਨ ਹੋ ਗਏ ਆ। ਗਲੀ ਜਿਹੜੀ ਸਾਡੀ ਪੰਚਾਇਤ 'ਚ ਬਣੀ ਸੀ ਇਹ ਰਹਿੰਦੀ ਸੀਗੀ, ਬਣ ਗਏ। ਹਾਂਜੀ, ਹੁਣ ਜਿਹੜੀਆਂ ਨਾਲੀਆਂ ਦੀ ਰਿਪੇਅਰ ਹੈ ਨਾ ਉਹ ਅਸੀਂ ਕਰਨੀ ਆ। ਗਲੀਆਂ ਕੰਪਲੀਟ ਹੈ ਇਸ ਵਾਰਡ ਦੀਆਂ। ਕਿੰਨੀਆਂ ਗਲੀਆਂ ਇਸ ਵਾਰਡ 'ਚ? ਇਸ ਵਾਰਡ 'ਚ ਤਾਂ ਮੇਨ ਗਲੀ ਤਾਂ ਇਹੀ ਸੀਗੀ ਧਰਮਸ਼ਾਲਾ ਦੇ ਅੱਗੇ, ਤੇ ਬਾਕੀ ਛੋਟੀ ਛੋਟੀਆਂ ਜਿਹੜੀਆਂ ਸੀ ਉਹ ਸਾਬਕਾ ਸਰਪੰਚ ਸਾਹਿਬ ਨੇ ਬਣਾਈਆਂ ਸੀਗੀਆਂ। ਜਿਹੜੀਆਂ ਜਿੰਨੀਆਂ ਵੱਡੀਆਂ ਗਲੀਆਂ ਉਹ ਸਾਡੀ ਸਰਪੰਚੀ 'ਚ ਬਣੀਆਂ। ਤੁਸੀਂ ਆਪਣੇ ਕਾਰਜਕਾਲ 'ਚ ਕਿੰਨੀ ਟੋਟਲ ਈਟ ਲਾਈ ਇੱਥੇ? ਟੋਟਲ ਇਹ ਦੇਖ ਲਓ 500 ਫੁੱਟ ਗਲੀ ਆ ਇਹ ਫੀਟ ਆ। ਹਾਂਜੀ, ਤੇ ਇਹ ਇੱਥੋਂ ਲੈ ਕੇ ਧੁਰ ਤੱਕ ਲੱਗ ਹੀ ਗਈ ਹੋਣੀ ਆ 20,000 ਇੱਟ ਲੱਗ ਗਈ। ਰਵਿੰਦਰ ਜੀ, ਪੰਚਾਇਤ ਦਾ ਕਾਰਜਕਾਲ ਜਿਹੜਾ ਹੈ ਨਾ ਗਲੀਆਂ ਨਾਲੀਆਂ ਨੂੰ ਲੈ ਕੇ ਦਿੰਦਾ ਹੈ? ਬਹੁਤ ਵਧੀਆ ਕੰਮ ਕਰ ਰਹੇ ਆ। ਤਕਰੀਬਨ ਸਾਡੇ ਪਿੰਡ ਦੀਆਂ ਸਾਰੀਆਂ ਗਲੀਆਂ ਇੰਟਰਲੌਕ ਹੋ ਚੁੱਕੀਆਂ। ਜਿਹੜੀਆਂ 2-4 ਗਲੀਆਂ ਰਹਿੰਦੀਆਂ ਆ ਉਹਨਾਂ ਦੀ ਵੀ ਕੰਮ ਚੱਲ ਰਿਹਾ, ਪਟਾਈ ਹੋਈ ਆ, ਕੰਪਲੀਟ ਹੋ ਜਾਣਾ ਆ। ਮੈਨੂੰ ਇਹ ਲੱਗਦਾ ਵੀ ਇਸ ਸਮੇਂ ਦੇ ਵਿੱਚ ਇਹ ਕੰਪਲੀਟ ਕਰ ਲੈਣਗੇ। ਜਿਹੜਾ ਸਾਡਾ ਬਾਕੀ ਸਮਾਂ ਆ, ਜੋ ਸਾਨੂੰ ਸਰਕਾਰ ਵੱਲੋਂ ਸਹਿਯੋਗ ਮਿਲੇ ਉਹ ਮੁਬਾਰਕ ਆ, ਪਰ ਅਸੀਂ ਇਹ ਜਿਹੜਾ ਇੱਦਾਂ ਗੰਦ ਅਸੀਂ ਪਿੰਡ 'ਚ ਨਹੀਂ ਦੇਖਣਾ ਚਾਹੁੰਦੇ। ਕੋਈ ਢੇਰ ਨਾ ਹੋਵੇ। ਅਸੀਂ ਇੱਕ ਬਾਗਨ ਬਣਾਈ ਆ, ਉਹ ਘਰ ਘਰ ਜਾਂਦੀ ਆ। ਘਰ ਘਰ ਤੋਂ ਕੂੜਾ ਡਿਸਟ੍ਰੀਬਿਊਟ ਲਿਆ ਜਾਂਦਾ, ਰਿਸੀਵ ਕੀਤਾ ਜਾਂਦਾ। ਬਾਅਦ ਵਿੱਚ ਉਹਨੂੰ ਜਿਹੜਾ ਆ ਉੱਥੇ ਅਸੀਂ ਬਾਹਰ ਬਣਾਉਣਾ ਚਾਹੁੰਦੇ ਇੱਕ ਡੰਪ, ਜਿਵੇਂ ਤੁਸੀਂ ਵਿਦੇਸ਼ਾਂ 'ਚ ਦੇਖਦੇ ਹੋ। ਸਾਰਾ ਕੂੜਾ ਉੱਥੇ ਡੰਪ ਹੋਊਗਾ। ਉਹਨੂੰ ਡੰਪ ਕਰਨ ਤੋਂ ਬਾਅਦ ਉਹ ਜਿਹੜਾ ਕੂੜਾ ਆ ਉਹਦੇ ਵਿੱਚੋਂ ਛਾਂਟੀ ਹੋਊਗੀ, ਉਹਨੂੰ ਐਰੋਬੈਰਿਕ ਖਾਦ ਬਣਾਇਆ ਜਾਵੇ। ਜਿਹੜੀ ਉਹ ਜੈਵਿਕ ਖਾਦ ਆ ਉਹ ਪਿੰਡ ਵਾਲੇ ਵੇਚ ਸਕਣ ਤੇ ਆਪਣੇ ਆਮਦਨ ਦਾ ਸਾਧਨ ਬਣ ਸਕੇ। ਯਾਨੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ਾਂ ਨਾਲ ਪਿੰਡ ਲੈਸ ਹੋਊਗਾ। ਟਾਰਗੇਟ ਆ ਜਿਹੜਾ ਸਾਡਾ ਰੂਰਲ ਡਿਵੈਲਪਮੈਂਟ ਕਲੱਬ ਆ, ਉਹਦੇ ਵੱਲੋਂ ਅਸੀਂ ਇਸ ਪਿੰਡ ਨੂੰ 2 ਸਾਲ ਲਈ ਅੱਗੇ ਅਡਾਪਟ ਕਰਨਾ। ਪਰ ਉਸ ਸਮੇਂ ਦੇ ਵਿੱਚ ਅਸੀਂ ਇਹ ਜਿਹੜਾ ਆ ਇਹ ਸਾਡੇ ਪ੍ਰੋਜੈਕਟ ਆ, ਇਹਨਾਂ ਨੂੰ ਕੰਪਲੀਟ ਕਰਾਂਗੇ। ਪਿੰਡ ਨੂੰ ਜੈਵਿਕ ਖਾਦ ਬਣਾਉਣ ਦੀ ਇੱਕ ਸਿਸਟਮ ਦੇਵਾਂਗੇ ਬਣਾ ਕੇ, ਸ਼ੈੱਡ ਬਣਾ ਕੇ। ਉੱਥੇ ਕੂੜਾ ਜਾਊਗਾ, ਕੂੜੇ ਨੂੰ ਛਾਂਟੀ ਕੀਤਾ ਜਾਊਗਾ। ਉੱਥੇ ਟੋਏ ਬਣਾਏ ਜਾਣਗੇ ਜਿਹੜੇ ਕਿ ਉਹਨਾਂ ਟੋਇਆਂ ਦੇ ਵਿੱਚ ਉਹ ਖਾਦ ਤਿਆਰ ਹੋ ਸਕੇ ਤੇ ਉਸ ਤੋਂ ਬਾਅਦ ਉਹ ਵੇਚੀ ਜਾ ਸਕੇ ਪੈਕਿੰਗ ਕਰਕੇ। ਜੇ ਕਿਸੇ ਨੇ ਇੱਦਾਂ ਦਾ ਦੇਖਣਾ ਹੋਵੇ, ਸਾਡੇ ਭੋਗਪੁਰ ਵਾਲਿਆਂ ਨੇ ਬਣਾ ਲਿਆ, ਨਗਰ ਕਮੇਟੀ ਨੇ। ਤੇ ਜਿਹੜੀ ਪੰਚਾਇਤ ਆ ਮਾਛੀਵਾੜੇ ਲਾਗੇ, ਮੈਨੂੰ ਚੰਗੀ ਤਰ੍ਹਾਂ ਪਤਾ, ਉਹ ਬੰਦੇ 3 ਲੱਖ ਰੁਪਈਆ ਪਿੰਡ ਲਈ ਆਮਦਨ ਕੱਢ ਰਹੇ ਆ ਮਾਛੀਵਾੜੇ ਤੋਂ, ਜਿਹੜਾ ਲੁਧਿਆਣੇ ਨੂੰ ਖਾਦ ਦੇ ਕੇ ਲੋਕੀ ਆਪਣੇ ਘਰਾਂ ਲਈ ਲੈ ਜਾਂਦੇ। ਅਸੀਂ ਵੀ ਇੱਦਾਂ ਦਾ ਇੱਕ ਪ੍ਰਪੋਜ਼ਲ ਲੈ ਕੇ ਚੱਲ ਰਹੇ ਹਾਂ ਵੀ ਸਾਡੇ ਲਾਗੇ ਜਲੰਧਰ ਸ਼ਹਿਰ ਆ, ਇੱਥੋਂ ਕੋਈ ਆਵੇ 2 ਕਿਲੋ ਦੀ ਥੈਲੀ ਉਹਨੂੰ ਕੱਚੀ ਰੂੜੀ ਦੀ ਚਾਹੀਦੀ ਆ, 5 ਕਿਲੋ ਦੀ ਚਾਹੀਦੀ ਆ, ਚੱਕੇ। ਕੀ ਨਾਮ ਜੀ ਆਪਣਾ? ਮੇਰਾ ਨਾਮ ਜੀ ਪ੍ਰੀਤਮ ਲਾਲ ਆ। ਪ੍ਰੀਤਮ ਲਾਲ ਜੀ, ਪੰਚਾਇਤ ਦਾ ਕਾਰਜਕਾਲ ਕਿੱਦਾਂ ਦਾ ਹੈ? ਇਹ ਦੇਖੋ ਜੀ, ਸਾਡੇ ਪਿੰਡ ਦੀ ਜਿਹੜੀ ਪੰਚਾਇਤ ਆ ਨਾ ਜੀ, ਇਹਨੀ ਤਾਂ ਸੋਨਾ ਬਣਾਤਾ ਸਾਡਾ ਪਿੰਡ ਜੀ। ਹਾਂਜੀ, ਉਸ ਤੋਂ ਬਾਅਦ ਇਹਨਾਂ ਨੂੰ 5 ਸਾਲ ਅਗਲੇ ਵੀ ਦੇਣੇ ਅਸੀਂ। ਲੇਕਿਨ ਥੋੜਾ ਜਿਹਾ ਇੱਕ ਪ੍ਰੋਬਲਮ ਹੈਗੀ ਆ। ਇੱਕ ਸਾਡਾ ਛੱਪੜ ਆ, ਉਹ ਜਿਹੜੇ ਆਪਣੇ ਜ਼ਿਮੀਂਦਾਰ ਬਾਹਰ ਰਹੇ ਆ ਨਾ, ਉਹ ਛੱਡ ਨਹੀਂ ਰਹੇ ਹਲੇ। ਸਰਪੰਚ ਸਾਹਿਬ ਨੇ ਬੜਾ ਜ਼ੋਰ ਲਾਇਆ, ਲੇਕਿਨ ਇਹ ਛਡਾਉਣਗੇ, ਸਾਨੂੰ ਇਹਨਾਂ ਦਾ ਮਾਣ ਆ। ਇੱਕ ਲੇਕਿਨ ਥੋੜਾ ਜਿਹਾ ਪ੍ਰੋਬਲਮ ਹੈਗਾ, ਉਹ ਟੂਟੀ ਸਾਡੇ ਲੱਗੀ ਹੋਈ ਆ, ਉਹ ਗੁਰਦੁਆਰੇ ਨਾਲ, ਰਵਿਦਾਸ ਗੁਰਦੁਆਰੇ ਮਹਾਰਾਜ ਦੇ ਨਾਲ। ਉਹ ਸਾਬਕਾ ਸਰਪੰਚ ਹੈਗਾ, ਉਹਨੂੰ ਕਈ ਵਾਰੀ ਕਿਹਾ ਸੀ ਕਿ ਇਹ ਟੂਟੀ ਪੱਟ ਕੇ ਅੰਦਰਲਾ ਉਹ ਪਸ਼ੂ ਨਲਾਉਂਦਾ, ਉੱਥੇ ਗੰਦ ਬਹੁਤ ਪੈਂਦਾ। ਹਾਂਜੀ, ਕੱਲ ਸਾਡਾ ਝਗੜਾ ਫਿਰ ਉਹ ਚੱਲਦਾ ਸੀਗਾ, ਲੇਕਿਨ ਉਹ ਇੱਟਾਂ ਪੰਚਾਇਤੀ ਪਈਆਂ। ਹਾਂਜੀ, ਉਹਨੇ ਚੱਕਣ ਨਹੀਂ ਦਿੱਤੀਆਂ। ਸਰਪੰਚ ਸਾਹਿਬ ਨੂੰ ਕਿਹਾ, ਉਹ ਕਹਿੰਦੇ ਕਿ ਅਸੀਂ ਚੁਕਾਵਾਂਗੇ। ਸਾਡੇ ਸਰਪੰਚ ਸਾਹਿਬ ਬਹੁਤ ਵਧੀਆ, ਇਹਨਾਂ ਨੂੰ 5 ਸਾਲ ਅਸੀਂ ਅਗਲੇ ਵੀ ਦੇਣੇ ਆ। ਲੇਕਿਨ ਸਾਡਾ ਛੱਪੜ ਦਾ ਕੰਮ ਜਿਹੜਾ ਬਹੁਤ ਜ਼ਰੂਰੀ ਆ। ਹਾਂਜੀ, ਜਿੱਥੇ ਆਪਾਂ ਪਿੰਡ ਦੀ ਡਿਵੈਲਪਮੈਂਟ ਦੀ ਗੱਲ ਕਰ ਰਹੇ ਹਾਂ, ਉੱਥੇ ਆਪਾਂ ਇਹ ਗੱਲ ਪਹਿਲਾਂ ਕਰ ਚੁੱਕੇ ਹਾਂ ਕਿ ਸਾਡੇ ਪਿੰਡ ਵਿੱਚ ਅੱਜ ਤੋਂ 50 ਸਾਲ ਪਹਿਲਾਂ ਜਦੋਂ ਭਾਰਤ ਪਾਕ ਜੰਗ 1971 ਹੋਈ, ਉਸ ਵਿੱਚ 9 ਦਸੰਬਰ ਦੀ ਜੋ ਰਾਤ ਆ, 8-9 ਦਸੰਬਰ ਦੀ ਦਰਮਿਆਨੀ ਰਾਤ ਨੂੰ ਠੀਕ 3:30 ਤੇ ਪਿੰਡ 'ਤੇ ਬੈਰੀ ਦੇ ਜਹਾਜ਼ ਨੇ ਹਮਲਾ ਕੀਤਾ। ਆਦਮਪੁਰ ਹਵਾਈ ਅੱਡਾ ਮੰਨ ਕੇ ਲਗਭਗ 7 ਤੋਂ ਜ਼ਿਆਦਾ ਬੰਬ ਸਿੱਟੇ, ਜਿਹਦੇ ਵਿੱਚੋਂ 3 ਬੰਬ ਪਿੰਡ ਵਿੱਚ ਡਿੱਗੇ। ਉਹਨਾਂ ਬੰਬਾਂ ਦੇ ਡਿੱਗਣ ਨਾਲ ਇੱਥੇ ਪਿੰਡ ਦਾ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ, ਉੱਥੇ ਜਾਨੀ ਨੁਕਸਾਨ ਵੀ ਹੋਇਆ। 3 ਪਰਿਵਾਰਾਂ ਦੇ 15 ਵਿਅਕਤੀ ਜਿਹੜੇ ਨੇ ਉਹ ਵਿਛੜੇ। ਸਭ ਤੋਂ ਜ਼ਿਆਦਾ ਨੁਕਸਾਨ
ਸਾਡੇ ਨਾਲ ਖੜੇ ਨੇ ਡਾਕਟਰ ਪਿਆਰਾ ਰਾਮ ਜੀ, ਇਹਨਾਂ ਦੇ ਪਰਿਵਾਰ ਦਾ ਹੋਇਆ। ਇਹਨਾਂ ਦੇ ਇੱਕ ਭਰਾਤਾ ਇਹਨਾਂ ਤੋਂ ਵੱਡੇ ਕਾਬਲ ਜੀ, ਉਹਨਾਂ ਦਾ ਸਾਰਾ ਪਰਿਵਾਰ, ਤੇ ਖੁਸ਼ੀਆ ਰਾਮ ਜੀ ਦੇ ਪਰਿਵਾਰ ਦੇ ਜੀ ਲਗਭਗ 8 ਜੀ ਇਹਨਾਂ ਦੇ ਪਰਿਵਾਰ ਦੇ ਉਸ ਦੁਖਾਂਤ ਵਿੱਚ ਇਹਨਾਂ ਤੋਂ ਵਿਛੜੇ। ਇਸੇ ਪ੍ਰਕਾਰ ਸਾਡੇ ਮੁਨਸ਼ੀ ਰਾਮ ਜੀ, ਉਹਨਾਂ ਦੇ ਬੇਟਾ ਔਰ ਉਹਨਾਂ ਦੇ ਬੇਟੇ ਦੇ 2 ਬੱਚੇ ਪ੍ਰੀਤਮ ਜੀ ਦੇ ਛੋਟੇ ਜਿਹੜੇ ਸੀ, ਇੱਕ ਬੇਟੀ ਇੱਕ ਬੇਟਾ, ਉਹ ਉਸ ਵਿੱਚ ਵਿਛੜੇ। ਇਸੇ ਪ੍ਰਕਾਰ ਬਜ਼ੁਰਗ ਸਰਦਾਰ ਮੱਖਣ ਸਿੰਘ ਜੀ, ਉਹਨਾਂ ਦੀਆਂ 3 ਬੇਟੀਆਂ ਔਰ ਇੱਕ ਨੂੰਹ ਜੋ ਆ ਉਹ ਇਸ ਵਿੱਚ ਵਿਛੜੇ। ਇਸ ਤਰ੍ਹਾਂ 14 ਪਰਿਵਾਰਾਂ ਮਤਲਬ ਜੀ ਜਿਹੜੇ ਆ ਸਾਡੇ ਨਾਲੋਂ ਉਹਨਾਂ ਦੇ ਵਿਛੜੇ। ਡਾਕਟਰ ਪਿਆਰਾ ਰਾਮ ਜੀ ਸਾਡੇ ਨਾਲ ਖੜੇ ਨੇ, ਬਾਕੀ ਤੁਸੀਂ ਉਹਨਾਂ ਤੋਂ ਵੀ ਜਾਣਕਾਰੀ ਲੈ ਸਕਦੇ ਹੋ। ਹਾਂਜੀ ਡਾਕਟਰ ਪਿਆਰਾ ਰਾਮ ਜੀ, ਸਤਿ ਸ਼੍ਰੀ ਅਕਾਲ। ਤੁਹਾਡੇ ਕਿਹਨਾਂ ਦਾ ਨੁਕਸਾਨ ਹੋਇਆ, ਤੁਹਾਡੇ ਕੀ ਲੱਗਦੇ ਸੀ ਉਹ? ਸਾਰਿਆਂ ਨੂੰ ਵੱਡੇ ਮੇਰੇ ਬ੍ਰਦਰ ਖੁਸ਼ੀ ਰਾਮ ਜੀ, ਉਹਨਾਂ ਦੇ ਧਰਮ ਪਤਨੀ ਜੀ ਗੁਰਦੀਪ ਕੌਰ, ਉਹਨਾਂ ਦਾ ਬੇਟਾ ਬਿੱਟੂ, ਬੇਟੀ ਸੰਦਲ, ਕਾਕਾ ਮਾਕੂ, ਮਤਲਬ 3 ਬੱਚੇ। ਉਹਨਾਂ ਦੀ ਵਾਈਫ ਉਹ ਐਕਸਪਾਇਰ ਹੋਏ। ਆਪ ਵੀ ਖੁਦ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸੀ, ਜਿਹਦੇ ਕਰਕੇ ਉਹਨਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਤੇ ਉਹਨਾਂ ਤੋਂ ਛੋਟੇ ਔਰ ਮੇਰੇ ਤੋਂ ਵੱਡੇ ਕਾਬਲ ਰਾਮ ਜੀ, ਉਹਨਾਂ ਦੀ ਧਰਮ ਪਤਨੀ ਤੇ ਬੇਟੀ ਪੰਮੀ ਔਰ ਕਾਕੂ, ਇਹ ਮਤਲਬ ਚਾਰੋਂ ਜੀ ਉਹ ਪੂਰੀ ਦੀ ਪੂਰੀ ਫੈਮਿਲੀ ਉਹ ਸ਼ਹੀਦ ਹੋ ਗਏ। ਮੈਂ ਤਾਂ ਉਸ ਵੇਲੇ ਭੂਟਾਨ ਬਾਰਡਰ 'ਤੇ ਸੀ ਆਰਮੀ ਦੇ ਵਿੱਚ, ਤੇ ਜਿੱਦਾਂ ਹੀ ਸੀਜ਼ ਫਾਇਰ ਹੋਇਆ ਮੈਨੂੰ ਉਦਣ ਰਾਤ ਨੂੰ ਟੈਲੀਗ੍ਰਾਮ ਮਿਲੀ ਹੈ 8 ਐਕਸਪਾਇਰ, ਮਦਰ ਐਂਡ ਬ੍ਰਦਰ ਐਡਮਿਟਡ ਇਨ ਦਾ ਹੌਸਪੀਟਲ। ਤੇ ਦੂਸਰੇ ਦਿਨ ਫਿਰ ਮੈਨੂੰ ਛੁੱਟੀ ਦੇ ਦਿੱਤੀ ਗਈ। ਮੈਂ ਜਦੋਂ ਆ ਕੇ ਇੱਥੇ ਦੇਖਿਆ ਤੇ ਸਾਰਾ ਪਿੰਡ ਤਹਿਸ ਨਹਿਸ ਸੀ। ਤੇ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਿ ਇਹ ਜੀ ਜਿਹੜੇ ਆ ਇਹ ਸ਼ਹੀਦ ਹੋਏ ਆ। ਤੇ ਉਸ ਤੋਂ ਪਹਿਲਾਂ ਤਾਂ ਮੈਨੂੰ ਉੱਥੇ ਇਹੀ ਸੀ ਕਿ 8 ਜੀ ਪਤਾ ਨਹੀਂ ਕਿਹੜੇ ਉਹ ਸ਼ਹੀਦ ਹੋ ਗਏ। ਤੇ ਇੱਥੇ ਆ ਕੇ ਪਤਾ ਲੱਗਿਆ ਕਿ ਵੱਡੇ ਭਾਈ ਸਾਹਿਬ ਦੀ ਪਤਨੀ, 3 ਬੱਚੇ ਤੇ ਕਾਬਲ ਰਾਮ ਜੀ ਦੇ 2 ਬੱਚੇ ਔਰ ਵਾਈਫ, ਇਹ ਚਾਰੋਂ ਜੀ ਖਤਮ ਹੋ ਗਏ। ਟੋਟਲ 8 ਜੀ। ਔਰ ਛੋਟੀ ਜਿਹੜੀ ਭਰਜਾਈ ਸੀ ਉਹ ਪ੍ਰੈਗਨੈਂਟ ਸੀ, ਮਤਲਬ 3 ਬੱਚੇ ਕਾਬਲ ਰਾਮ ਦੇ ਉਹ ਸ਼ਹੀਦ ਹੋਏ। ਤੇ ਉਸ ਤੋਂ ਬਾਅਦ ਸਰਕਾਰਾਂ ਨੇ ਕੋਈ ਇਹਨਾਂ ਵਾਸਤੇ ਕੀਤਾ ਕੁਛ? ਸਰਕਾਰ ਨੇ 500 ਰੁਪਈਆ ਉਦੋਂ ਪਰ ਹੈੱਡ, ਮਤਲਬ 4000 ਰੁਪਈਆ ਟੋਟਲ ਦਿੱਤਾ ਸੀ। ਤੇ ਉਹ ਤੋਂ ਬਾਅਦ 'ਚ ਦੁਬਾਰਾ ਫਿਰ ਮੈਂ ਆ ਕੇ DC ਦਾ ਇੱਥੇ ਦੌਰਾ ਕਰਾਇਆ, ਕਿਉਂਕਿ ਉਹਦੇ ਵਿੱਚ ਕਾਫੀ ਧਾਂਦਲੀਆਂ ਹੋ ਗਈਆਂ ਸੀ। ਜਿਨ੍ਹਾਂ ਦੇ ਮਕਾਨ ਨਹੀਂ ਡਿੱਗੇ ਸੀ ਉਹਨਾਂ ਨੂੰ ਵੀ ਗਰਾਂਟਾਂ ਦੇ ਦਿੱਤੀਆਂ ਗਈਆਂ, ਜਿਨ੍ਹਾਂ ਨੇ ਆਪ ਢਾਏ ਸੀ ਉਹਨਾਂ ਨੂੰ ਵੀ ਗਰਾਂਟਾਂ ਦੇ ਦਿੱਤੀਆਂ ਗਈਆਂ। ਜਿਨ੍ਹਾਂ ਦੇ ਬੰਬਾਂ ਦੇ ਕਾਰਨ ਡਿੱਗੇ ਸੀ ਸਾਡੇ ਸਿਰਫ ਜੀਆਂ ਦੇ ਪੈਸੇ ਮਿਲੇ। ਜਿਨ੍ਹਾਂ ਦੇ ਮਕਾਨਾਂ ਨੂੰ ਸਾਡੇ ਮਤਲਬ ਮਕਾਨਾਂ ਨੇ ਸਾਡੇ ਜੀ ਮਾਰੇ, ਉਹਨਾਂ ਗਰਾਂਟਾਂ ਦੀ ਵੀ ਉਹਦੀ ਕੋਈ ਗਰਾਂਟ ਨਹੀਂ ਸਾਨੂੰ ਦਿੱਤੀ ਗਈ। ਤੇ ਇਸ ਤਰ੍ਹਾਂ ਮਤਲਬ ਟੋਟਲ 8000 ਰੁਪਈਆ ਉਦੋਂ ਸਾਨੂੰ ਦਿੱਤਾ ਗਿਆ। ਤੋ ਚਲੋ ਜੋ ਵੀ ਹੈ ਸਰਕਾਰ ਨੇ ਉਸ ਟਾਈਮ ਮਦਦ ਕੀਤੀ ਉਹ ਵੀ ਬਹੁਤ ਹੈ। ਮਾਲਕ ਇਹੋ ਜਿਹਾ ਨਾ ਹੀ ਕਿਸੇ ਤੋਂ ਕੋਈ ਹੈਲਪ ਲਵੇ ਤਾਂ ਬਿਹਤਰ ਹੈ। ਤੇ ਇੱਦਾਂ ਦਾ ਦੁਖਾਂਤ ਸੀ ਜਿਹੜਾ ਅੱਜ 50 ਸਾਲ ਹੋਣ ਜਾ ਰਿਹਾ। ਤੇ ਅਸੀਂ ਇਹੀ ਕਾਮਨਾ ਕਰਦੇ ਹਾਂ ਕਿ ਉਹਨਾਂ ਪਰਿਵਾਰਾਂ ਦੀ, ਉਹਨਾਂ ਜੀਆਂ ਦੀ ਮਾਲਕ ਆਪਣੇ ਚਰਨਾਂ 'ਚ ਜਗ੍ਹਾ ਦੇਵੇ, ਚੜ੍ਹਦੀ ਕਲਾ ਰੱਖੇ, ਜਿੱਥੇ ਵੀ ਹੈ ਉੱਥੇ ਉਹ ਖੁਸ਼ ਰਹਿਣ। ਸੰਨ 71 ਦੀ ਬੰਬਾਰੀ ਦਾ ਇੱਕ ਜਿੰਦਾ ਜਾਗਦਾ ਸਬੂਤ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ। ਇਹ ਤੁਹਾਡੇ ਨਾਲ ਖੜੇ ਆ, ਇਹ ਸੰਨ 71 ਦੀ ਜੰਗ ਦਾ ਸ਼ਿਕਾਰ ਆ ਜੀ। ਛੋਟਾ ਬੱਚਾ ਸੀ ਉਸ ਟਾਈਮ ਜੀ। ਇਹ ਕੱਚੇ ਮਕਾਨ ਹੁੰਦੇ ਸੀ ਤਾਂ ਮਕਾਨ ਡਿੱਗ ਪਿਆ, ਥੱਲੇ ਦੱਬ ਗਏ। ਅੱਜ ਇਹਦੀ ਇਹ ਹਾਲਤ ਹੈ। ਮਾਂ ਪਿਓ ਵੀ ਨਹੀਂ ਹੈ ਇਹਦਾ ਕੋਈ, ਤੇ ਭਰਾਵਾਂ ਨੇ ਸਾਂਭਿਆ। ਰੋਟੀ ਪਾਣੀ ਖਾ ਛੱਡਦਾ ਹੈ, ਤੁਰਿਆ ਫਿਰਦਾ ਰਹਿੰਦਾ ਸਾਰਾ ਦਿਨ, ਨਾ ਬੋਲਦਾ ਹੈ ਨਾ ਚੱਲ ਹੀ ਸਕਦਾ ਸਹੀ। 1971 ਦੀ ਜੰਗ ਵਿੱਚ ਜਿਹੜੇ ਬੰਦੇ ਇਸ ਦਾ ਪ੍ਰਭਾਵਿਤ ਹੋਏ ਆ ਉਸ ਜੰਗ ਨਾਲ, ਬੰਬਾਰੀ ਨਾਲ, ਉਹਨਾਂ ਬੱਚਿਆਂ ਦੀ ਇਹਦੇ ਕੀ ਦਾ ਸਬੂਤ ਆਪਣੇ ਖੜਾ ਹੈ। ਸਰਕਾਰਾਂ ਨੇ ਕੋਈ ਸਾਰ ਲਈ ਕਿ ਨਹੀਂ? ਇਸ ਬਾਰੇ ਕੋਈ ਸਰਕਾਰ ਨੇ ਕਦੀ ਸਾਰ ਨਹੀਂ ਲਈ, ਕਦੀ ਕੁਛ ਨਹੀਂ ਪੁੱਛਿਆ। ਆ ਵੀ ਜਿਹੜਾ ਅਸੀਂ ਉਪਰਾਲਾ ਕਰ ਰਹੇ ਹਾਂ, ਚਾਹੇ ਉਹ ਸੋਲਰ ਲਾਈਟਸ ਨੇ ਜਾਂ ਹੁਣ ਅਸੀਂ 9 ਦਸੰਬਰ ਵਾਲੇ ਦਿਨ ਉਸ ਦਿਨ ਨੂੰ ਯਾਦ ਕਰਦੇ ਹਾਂ 50 ਸਾਲਾਂ ਨੂੰ, ਜਿੱਥੇ ਸੁਖਮਨੀ ਸਾਹਿਬ ਦੇ ਪਾਠ ਕਰਕੇ ਉਹਨਾਂ ਵਿਛੜਿਆਂ ਲਈ ਅਰਦਾਸ ਕੀਤੀ। ਉੱਥੇ ਅਸੀਂ ਡਿਜੀਟਲ ਲਾਇਬ੍ਰੇਰੀ ਬਣਾਉਣ ਦਾ ਉਹਨਾਂ ਦੀ ਯਾਦ 'ਚ
ਜਿਹੜਾ ਪ੍ਰਪੋਜ਼ਲ ਆਰੰਭ ਕੀਤਾ ਉਹਦੇ 'ਚ ਅਸੀਂ ਕਿਸੇ ਤਰ੍ਹਾਂ ਦੀ ਸਰਕਾਰ ਤੋਂ ਸਹੂਲਤ ਨਹੀਂ ਲੈ ਰਹੇ, ਨਾ ਅਸੀਂ ਪਹੁੰਚ ਕੀਤੀ ਆ, ਨਾ ਕਦੀ ਸਰਕਾਰ ਨੇ ਸਾਨੂੰ ਪੁੱਛਿਆ ਹੀ ਆ। ਸਰਕਾਰਾਂ ਨੇ ਕਦੀ ਨਹੀਂ ਪੁੱਛਿਆ ਕਿ ਇੱਦਾਂ ਵੱਡੀ ਦੁਖਦਾਂਤ ਘਟਨਾ ਸੀ, ਉਹ ਇੰਨੀ ਬੰਬਾਰੀ ਹੋਈ, ਉਹਦੇ 'ਚ ਪ੍ਰਭਾਵਿਤ ਜਿਹੜੇ ਲੋਕ ਆ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਉਹਨਾਂ ਨੇ ਕੋਈ? ਕਦੀ ਕੋਈ ਨਹੀਂ ਆਇਆ ਇੱਥੇ। ਆਪ ਜੀ ਨੂੰ ਡਾਕਟਰ ਸਾਹਿਬ ਦੱਸ ਚੁੱਕੇ ਨੇ ਪਹਿਲਾਂ, ਡਾਕਟਰ ਪਿਆਰਾ ਰਾਮ ਜੀ, ਔਰ ਕਿਉਂਕਿ ਮੈਂ ਤਾਂ ਬੰਬਾਰਮੈਂਟ ਤੋਂ ਬਾਅਦ ਦਾ, ਪਰ ਕਦੀ ਵੀ ਇਸ ਤਰ੍ਹਾਂ ਨਹੀਂ ਹੋਇਆ। ਹੁਣ ਵੀ ਅਸੀਂ ਜੋ ਕਰ ਰਹੇ ਹਾਂ ਆਪਣੇ ਪੱਧਰ 'ਤੇ NRI ਦੇ ਸਹਿਯੋਗ ਨਾਲ ਹੀ ਕਰ ਰਹੇ ਹਾਂ। ਉਹ ਇਹ ਆ ਕਿ ਜਿੱਦਾਂ ਇਹ ਬੱਚਾ, ਮੈਨੂੰ ਤਾਂ ਅੱਜ ਹੀ ਪਤਾ ਲੱਗਾ ਹੈ ਬਹੁਤਾ, ਵੀ ਇਸ ਤਰ੍ਹਾਂ ਆ, ਇਹ ਮੰਦਬੁੱਧੀ ਹੋ ਚੁੱਕਾ। ਇਸੇ ਤਰ੍ਹਾਂ ਹੀ ਜਿਹੜੇ ਪਰਿਵਾਰਾਂ ਦੇ ਵਿੱਚ ਦਿਖਾਂਤ ਵਾਪਰਿਆ ਉਹਨਾਂ ਵਿੱਚੋਂ ਡਾਕਟਰ ਸਾਡੇ ਮਾਸਟਰ ਗੁਰਮੀਤ ਸਿੰਘ ਜੀ ਨੇ, ਉਹਨਾਂ ਦੇ ਬ੍ਰਦਰ ਸਰਦਾਰ ਗੁਰਦੇਵ ਸਿੰਘ ਮੈਨੇਜਰ ਨੇ, ਜਿਨ੍ਹਾਂ ਦੀਆਂ 2 ਅਨਮੈਰਿਡ ਸਿਸਟਰਸ, ਇੱਕ ਵਿਆਹੀ ਹੋਈ ਭੈਣ ਤੇ ਸਰਦਾਰ ਗੁਰਮੇਜ ਸਿੰਘ ਜੀ ਦੀ ਪਤਨੀ, ਜੋ ਜਿਸ ਨਾਲ 5 ਮਹੀਨੇ ਦਾ ਬੱਚਾ ਪਰਮਿੰਦਰ ਸਿੰਘ ਲੇਟਿਆ ਹੋਇਆ ਸੀ, ਉਹ ਇਸ ਵੇਲੇ ਅਮਰੀਕਾ ਵਿੱਚ ਨੇ। ਕਰੋਨਾ ਕਾਰਨ ਇਸ 50 ਸਾਲਾਂ ਵਿੱਚ ਆ ਨਹੀਂ ਸਕੇ, ਪਰ ਮੇਰੇ ਨਾਲ ਜਿੱਦਣ ਪਰਮਿੰਦਰ ਸਿੰਘ ਦੀ ਗੱਲਬਾਤ ਹੋ ਰਹੀ ਸੀ, ਉਸ ਨਾਲ ਜਦੋਂ ਮੇਰੀ ਗੱਲ ਹੋ ਰਹੀ ਸੀ, ਤੇ ਪਰਮਿੰਦਰ ਸਿੰਘ ਤੋਂ ਵੱਡੀ ਸਰਦਾਰ ਗੁਰਮੇਜ ਸਿੰਘ ਜੀ ਦੀ ਬੇਟੀ ਰਾਣੀ, ਜਿਨ੍ਹਾਂ ਦੀ ਮਾਂ ਇਸ ਦਿਖਾਂਤ ਵਿੱਚ ਗਈ, ਉਹ ਕਹਿੰਦੇ ਅਸੀਂ ਤਾਂ 50 ਸਾਲ ਰਵਿੰਦਰ ਸਿੰਘ ਉਹਨਾਂ ਨੂੰ ਯਾਦ ਇਸ ਕਰਕੇ ਨਹੀਂ ਕਰ ਸਕੇ, ਜਦੋਂ ਵੀ ਅਸੀਂ ਗੱਲ ਕਰਦੇ ਹਾਂ ਸਾਡੇ ਬਾਪ ਨੂੰ ਸਾਨੂੰ ਸੰਗਲ ਲਾਉਣੇ ਪੈਂਦੇ ਆ। ਉਸ ਬੰਬਬਾਰੀ ਦਾ ਸਾਡੇ ਪਿੰਡ 'ਤੇ ਇਹ ਅਸਰ ਹੈ ਵੀ ਬਹੁਤ ਸਾਰੇ ਬੰਦੇ ਸਮੇਂ-ਸਮੇਂ ਵਾਇਲੈਂਟ ਹੋ ਜਾਂਦੇ ਆ। ਈਵਨ ਇੱਥੋਂ ਤੱਕ ਮਾਸਟਰ ਜੀ ਅੱਜ ਕੈਨੇਡਾ ਵਿੱਚ ਬੈਠੇ ਨੇ, ਜਦੋਂ ਮੈਂ ਉਹਨਾਂ ਨਾਲ ਗੱਲ ਕਰਦਾ ਤੇ ਜਦੋਂ ਵੀ ਮੈਂ ਕਹਿੰਦਾ ਵੀ ਮੈਂ ਸੋਵੀਨਰ ਛਾਪਣਾ ਚਾਹੁੰਦਾ ਜਾਂ ਆਹ ਕਰਨਾ ਚਾਹੁੰਦਾ, ਉਹ ਰੋਣ ਲੱਗ ਪੈਂਦੇ ਆ। ਤਾਂ ਹੀ ਕਹਿੰਦੇ ਮੈਂ 2 ਸਾਲ ਉੱਠ ਨਹੀਂ ਸਕਿਆ, ਪਰ ਸਾਨੂੰ ਮੈਥ ਪੜ੍ਹਾਉਂਦੇ ਰਹੇ ਆ, ਹਿਸਾਬ ਦੇ ਸਾਡੇ ਟੀਚਰ ਸੀ, ਅਸੀਂ ਜਾਣਦੇ ਹਾਂ ਵੀ ਕਦੋਂ ਉਹ ਵਾਇਲੈਂਟ ਹੋ ਜਾਂਦੇ ਸੀ। ਇਹ ਉਸ ਸੰਤਾਪ ਦਾ ਅਸਰ ਆ ਸਾਡੇ ਪਿੰਡ 'ਤੇ। ਅਸੀਂ ਉਹਨੂੰ ਭੁਲਾਉਣਾ ਚਾਹੁੰਦੇ ਹਾਂ ਔਰ ਉਹਦੀਆਂ ਯਾਦਾਂ ਜ਼ਰੂਰ ਸਥਾਪਿਤ ਕਰਨੀਆਂ ਚਾਹੁੰਦੇ ਹਾਂ ਪਿੰਡ ਦੇ ਵਿੱਚ। ਉਸੇ ਲੜੀ ਤਹਿਤ ਹੀ ਅਸੀਂ ਗੁਰਮਤਿ ਚੇਤਨਾ ਸਮਾਗਮ ਰਚਿਆ ਹੋਇਆ, ਜੋ ਇਸ ਵਿੱਚ ਕੱਲ੍ਹ ਨੂੰ ਇਸ ਗੁਰਦੁਆਰਾ ਸਾਹਿਬ ਵਿੱਚ ਜਿੱਥੇ ਆਪਾਂ ਖੜ੍ਹੇ ਹਾਂ, ਗੁਰਦੁਆਰਾ ਰਵਿਦਾਸ ਧਰਮਸ਼ਾਲਾ, ਉੱਥੇ ਅਖੰਡ ਜਾਪ ਚੱਲ ਰਹੇ ਨੇ। ਠੀਕ 10 ਵਜੇ ਸੰਪੂਰਨਤਾ ਹੋਏਗੀ। ਉਪਰੰਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਹੁੰਚ ਕੇ 5 ਪਿਆਰੇ ਇਹ ਸਾਹਮਣੇ ਗੁਰਦੁਆਰਾ ਸਾਹਿਬ ਜਿੱਥੇ ਸਮਾਗਮ ਹੋਣਾ ਹੈ, ਉਹਦੇ ਵਿੱਚ ਉਸ ਦੇ ਸਾਹਮਣੇ ਪਾਰਕਿੰਗ ਬਣਾ ਰਹੇ ਅਸੀਂ ਉਹਨਾਂ ਦੀ ਯਾਦ ਵਿੱਚ। ਉਹਦੇ ਪਹਿਲੀਆਂ 5 ਇੱਟਾਂ 5 ਪਿਆਰੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਹੁੰਚ ਕੇ ਰੱਖ ਰਹੇ ਨੇ, ਤਾਂ ਕਿ ਜਦੋਂ ਕੋਈ ਪਿੰਡ 'ਚ ਆਵੇ, ਅੱਜ ਤੁਸੀਂ ਜਿਸ ਵੀ ਸੋਲਰ ਲਾਈਟ ਦੇ ਕੋਲ ਦੀ ਲੰਘੋਗੇ, ਤੁਹਾਨੂੰ ਉੱਥੇ ਪੜ੍ਹਨ ਨੂੰ ਮਿਲੇਗਾ 9 ਦਸੰਬਰ 1971 50 ਸਾਲਾ ਬੰਬਾਰੀ ਯਾਦ। ਔਰ ਇਸੇ ਤਰ੍ਹਾਂ ਅਸੀਂ ਜਿੱਥੇ ਬਾਕੀ, ਕਿਉਂਕਿ ਧਾਰਮਿਕ ਨੁਮਾਇੰਦਾ ਹੋਣ ਦੇ ਨਾਤੇ ਮੈਂ ਸ਼ਤਾਬਦੀਆਂ ਦੇ ਸੰਬੰਧ 'ਚ ਅਸੀਂ ਲਾਈਟਾਂ ਲਾਈਆਂ, ਉੱਥੇ 50 ਲਾਈਟਾਂ ਦਾ ਸਾਡਾ ਟਾਰਗੇਟ ਮੁੱਖ ਇਹ ਸੀ, ਕਿਉਂਕਿ 50 ਸਾਲ ਸਾਡੇ ਪਿੰਡ ਦੇ ਵਿੱਚ ਬੰਬਾਰਮੈਂਟ ਹੋਈ ਨੂੰ ਹੋਏ ਆ। ਇਸ ਕਰਕੇ ਅਸੀਂ 50 ਲਾਈਟਾਂ ਨੂੰ ਗਿਣਤੀ 'ਚ ਰੱਖਿਆ। 51ਵੀਂ ਲਾਈਟ ਜਿਹੜੀ ਆ ਉਹ ਅਸੀਂ ਐਕਸਟਰਾ, ਜੋ ਸਾਡੇ ਰਾਖੇ ਮੰਨੇ ਜਾਂਦੇ ਆ ਪੁਲਿਸ ਵਾਲੇ, ਉਹਨਾਂ ਨੂੰ ਚੌਂਕੀ 'ਚ ਲਵਾ ਕੇ ਦਿੱਤੀ। ਅੱਗੇ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਪਿੰਡ ਆਲਮਗੀਰ ਧਰਮਸ਼ਾਲਾ। ਇਹਦਾ ਕੀ ਇਤਿਹਾਸ ਆ, ਜਾਣਦੇ ਇਹਨਾਂ ਕੋਲ। ਕੀ ਨਾਮ ਜੀ ਆਪਣਾ? ਮੇਰਾ ਨਾਮ ਪਿਆਰਾ ਰਾਮ ਹੈ, ਮੈਂ ਇਸ ਧਰਮਸ਼ਾਲਾ ਦਾ ਕੈਸ਼ੀਅਰ ਹਾਂ। ਹਾਂਜੀ। ਔਰ ਕਦੋਂ ਸਥਾਪਨਾ ਹੋਈ ਇਸ ਧਰਮਸ਼ਾਲਾ ਦੀ? ਇਹ ਅੱਜ ਤੋਂ ਕੋਈ 60 ਸਾਲ ਪਹਿਲੇ ਇੱਥੇ 2 ਕਮਰੇ ਬਣਾਏ ਗਏ ਸੀ। ਇੱਕ 3 ਖਾਨੇ ਦਾ ਕਮਰਾ ਸੀ, ਇੱਕ 2 ਖਾਨੇ ਦਾ ਕਮਰਾ ਸੀ, ਤੇ ਹਾਲਤ ਮਾੜੀ ਸੀ। ਤੇ ਉਹ ਤੋਂ ਬਾਅਦ 'ਚ ਲਾਲੀ ਸਾਹਿਬ ਨੇ ਇੱਥੇ ਦੌਰਾ ਕੀਤਾ, ਤੇ ਉਹ ਤੋਂ ਬਾਅਦ 'ਚ ਉਹਨੇ ਸਾਨੂੰ ਕਾਫੀ ਮਤਲਬ ਮਦਦ ਦਿੱਤੀ ਹੈ ਇਹਨੂੰ ਬਣਾਉਣ ਦੀ। ਉਹਨੇ ਇਹੀ ਕਿਹਾ ਸੀ ਵੀ ਪੈਸਾ ਅਸੀਂ ਦੇਵਾਂਗੇ ਤੇ ਬਣਾਉਣਾ ਤੁਹਾਡਾ ਕੰਮ ਹੈ, ਇਹ ਨਾ ਵੀ ਹੋਵੇ ਪੈਸਾ ਖਾ ਕੇ ਤੇ ਲਾਂਭੇ ਹੋਵੋ। ਤੇ ਉਦੋਂ ਤੋਂ ਅਸੀਂ ਲੱਗੇ ਹਾਂ ਦੋਨੋਂ ਜਣੇ। ਇਹ ਪ੍ਰਧਾਨ ਸਾਹਿਬ ਆ ਮਹਿੰਦਰਪਾਲ ਜੀ, ਤੇ ਅੱਜ ਇਸ ਹਾਲਤ ਦੇ ਵਿੱਚ ਆ। ਤੇ ਅਸੀਂ ਇਹੀ ਕਰਦੇ ਵੀ ਸਾਡੇ ਘਰਾਂ ਦੇ ਵਿੱਚ ਕੋਈ ਖਾਸ ਜਗ੍ਹਾ ਨਹੀਂ ਹੈ ਬੈਠਣ ਉੱਠਣ ਦੇ, 4 ਪ੍ਰਾਹੁਣੇ ਆਉਣ ਤੇ ਕੋਈ ਫੰਕਸ਼ਨ ਹੋਵੇ ਤੁਸੀਂ ਕਰ ਸਕਦੇ ਇੱਥੇ। ਹਾਂ, ਉਹੀ ਹੈ ਵੀ ਕਿਸੇ ਦਾ ਵੀ ਕੋਈ ਵੀ ਫੰਕਸ਼ਨ ਸੋਗ ਦਾ ਹੋਵੇ, ਖੁਸ਼ੀ ਦਾ ਹੋਵੇ, ਉਹ ਸਾਰੇ ਦਾ ਸਾਰਾ ਫੰਕਸ਼ਨ ਅਸੀਂ ਸਾਰੇ ਰਲ ਮਿਲ ਕੇ ਇੱਥੇ ਕਰਦੇ ਹਾਂ। ਕੀ ਨਾਮ ਜੀ ਆਪਣਾ? ਮੇਰਾ ਨਾਮ ਜੀ ਮਹਿੰਦਰਪਾਲ ਹੈ ਜੀ। ਤੇ ਕਦੋਂ ਤੋਂ ਸਥਾਪਨਾ ਹੈ ਤੇ ਕਿਹੜੀਆਂ ਫੈਸਿਲਿਟੀਆਂ ਲਿਆ ਸੀ ਇਸ ਟਾਈਮ? ਦੇਖੋ ਭਾਜੀ, ਅੱਜ ਤੋਂ ਤਕਰੀਬਨ ਸਾਡੀ ਉਮਰ ਤੋਂ ਪਹਿਲਾਂ ਦੀ ਸ਼ੁਰੂ ਹੋਈ ਆ। ਤਕਰੀਬਨ 50-55 ਸਾਲ ਹੋ ਗਏ, 60 ਸਾਲ ਹੋ ਗਏ ਆ।
ਸੰਨ 71 ਚ ਬੰਬ ਪਏ ਸੀ। ਉਸ ਤੋਂ ਬਾਅਦ ਇਹ ਸਥਾਪਨਾ ਕੀਤੀ ਗਈ ਆ। ਹਾਂਜੀ, ਮੈਨੂੰ ਇਹ ਦੱਸੋ ਵੀ ਇਹਦੀ ਧਰਮਸ਼ਾਲਾ ਦੇ ਵਧੀਆ ਬਣਨ ਦੇ ਨਾਲ ਗਰੀਬ ਲੋਕਾਂ ਨੂੰ ਕਿੰਨੀ ਕੁ ਸਹੂਲਤ ਹੈਗੀ ਹੈ? ਦੇਖੋ ਜੀ, ਸਾਡੇ ਕੋਈ ਗਰੀਬ ਪਰਿਵਾਰ ਦਾ ਵਿਆਹ ਸ਼ਾਦੀ ਹੋਵੇ ਜਾਂ ਕੋਈ ਕਿਸੇ ਦੇ ਘਰ ਮੌਤ ਹੋ ਜਾਂਦੀ ਆ, ਕੋਈ ਫੰਕਸ਼ਨ ਹੋਵੇ ਤਾਂ ਸਾਡਾ ਗਰੀਬ ਪਰਿਵਾਰ ਔਰ ਪਿੰਡ ਵਾਸੀ ਸਾਰੇ ਇੱਥੇ ਆਣ ਕੇ ਵਧੀਆ ਢੰਗ ਨਾਲ ਕਰ ਲੈਂਦੇ ਆ। ਸਾਨੂੰ ਇਸ ਧਰਮਸ਼ਾਲਾ ਦਾ ਬਹੁਤ ਫਾਇਦਾ ਆ। ਅਸੀਂ ਤਾਂ ਇਹ ਕਹਿੰਦੇ ਵੀ ਅੱਗੇ ਤੋਂ ਵੀ ਸਾਡੇ ਪਿੰਡ ਦਾ ਸੰਯੋਗ ਮਿਲਦਾ ਰਹੇ ਤਾਂ ਇਹ ਵੱਧ ਤੋਂ ਵੱਧ ਬਣਾਈ ਜਾਵੇ। ਉਹ NRA ਦਾ ਸਹਿਯੋਗ ਵੀ ਹੈਗਾ? ਹਾਂਜੀ, NRI ਵੀ ਦਿੰਦੇ ਆ ਸਾਨੂੰ, ਬਾਕੀ ਸਾਡੇ ਨਗਰ ਵਾਸੀ ਵੀ ਦਿੰਦੇ ਆ ਸਾਨੂੰ, ਕਿਉਂ ਇਕੱਲੇ ਬੰਦੇ ਦਾ ਇਹ ਕੰਮ ਨਹੀਂਗਾ। ਸਾਰੇ ਭਰਾਵਾਂ ਨਾਲ ਰਲ ਮਿਲ ਕੇ ਦੋਨਾਂ ਪਿੰਡਾਂ ਦੇ ਸਹਿਯੋਗ ਨਾਲ ਇਹ ਤਿਆਰ ਹੁੰਦੀ ਆ ਤੇ ਔਰ ਵਧੀਆ ਢੰਗ ਨਾਲ ਕਮੇਟੀ ਸਾਡਾ ਕੰਮ ਚਲਾ ਰਹੀ ਹੈ। ਕੀ ਨਾਮ ਜੀ ਆਪਣਾ? ਦਾਸ ਰਾਮ ਜੀ। ਸਾਬਕਾ ਸਰਪੰਚ? ਹਾਂਜੀ ਹਾਂਜੀ, ਸਾਬਕਾ ਸਰਪੰਚ ਹੈ। ਤੁਹਾਡੇ ਪੰਚਾਇਤ ਦੇ ਟਾਈਮ ਤੇ ਕਿੰਨੇ ਕੰਮ ਹੋਏ ਸੀ? ਜਨਾਬ ਤਕਰੀਬਨ ਤਾਂ ਕੰਮ ਤਾਂ ਹੁਣ ਬਥੇਰੇ ਹੋਏ ਆ। ਹੁਣ ਨਹੀਂ, ਤੁਹਾਡੇ ਟਾਈਮ 'ਚ ਕਿੰਨੇ ਹੋਏ? ਨਹੀਂ ਮੇਰੇ ਟਾਈਮ ਦੀ ਗੱਲ ਕਰਦਾ, ਕੰਮ ਤਾਂ ਕੀਤੇ ਬਥੇਰੇ ਤੇ ਪਰ ਹੁਣ ਇੰਨਾ 5-7 ਸਾਲ ਹੋ ਗਏ। ਕਿਹੜਾ ਜ਼ਿਆਦਾ ਕਿਹੜਾ ਕੀਤਾ, ਕਿਹੜਾ ਕੰਮ ਤਕਰੀਬਨ ਕਾਫੀ ਕੀਤੇ ਪਿੰਡ ਦੇ। ਠੀਕ ਹੈ। ਤੁਹਾਡੀ ਪੰਚਾਇਤ ਜਿਹੜੀ ਹੈ ਕਿਦਾਂ ਦਾ ਕੰਮ ਕਰਦੀ ਹੈ? ਬਹੁਤ ਵਧੀਆ ਕੰਮ ਕਰੇ ਜੀ। ਵਧੀਆ ਟਾਈਮ ਕਿਦਾਂ ਦੀ ਪੰਚਾਇਤ ਚਾਹੀਦੀ ਹੈ? ਕਿਉਂ ਜਿੱਦਾਂ ਦੀ ਪੰਚਾਇਤ ਹੋਣਾ ਉੱਧਰ ਦੀ ਹੋਣੀ ਚਾਹੀਦੀ ਕੰਮ ਵੀ। ਕਿ ਜਿੱਦਾਂ ਹੁਣ ਕੰਮ ਵਧੀਆ ਹੋਏ ਆ, ਕਿਉਂ ਟੈਂਕੀ ਮੇਰੇ ਸਮਝ ਲੱਗੀ ਆ। ਠੀਕ ਹੈ ਜੀ। ਮੈਂ ਟੈਂਕੀ ਲੋਈ ਆਪਣੀ। ਹਾਂਜੀ, ਬਾਕੀ ਨਹੀਂ ਵੀ ਕੰਮ ਹੁਣ ਸਰਪੰਚ ਸਾਹਿਬ ਕਰਦੇ, ਬਹੁਤ ਵਧੀਆ ਕਰਦੇ ਆ। ਹਾਂਜੀ। ਇਹ ਜਿਹੜੀ ਟੂਟੀ ਸਾਹਮਣੇ ਤੁਹਾਡੀ ਹੈ ਜੀ? ਹਾਂਜੀ ਹਾਂਜੀ, ਸਾਡੀ ਹੈ ਜੀ। ਤੁਹਾਡੇ ਤੇ ਇੱਕ ਹੈਗਾ ਵਿਅਕਤੀ, ਉਹਦੇ ਤੇ ਐਲੀਗੇਸ਼ਨ ਕਹਿੰਦਾ ਵੀ ਟੂਟੀ ਬਾਹਰ ਜਿਹੜੀ ਲਗਾਈ ਆ ਉਹ ਬਾਹਰ ਪਸ਼ੂ ਵਗੈਰਾ ਨਹਾਉਂਦੇ ਆ, ਜਿਹਨਾਂ ਗਾਰਾ ਹੁੰਦਾ ਤੇ ਔਰ ਪਰੇਸ਼ਾਨੀ ਹੁੰਦੀ ਉਹਨਾਂ ਨੂੰ। ਸਾਰਾ ਆਪ ਜਦੋਂ ਕਿੱਥੇ ਗਾਰਾ, ਕਿੰਨਾ ਗਾਰਾ ਪਿਆ, ਧੰਦੀ ਦਾ ਗਾਰਾ ਸੀ ਬੜੇ ਕੋਈ। ਤੁਸੀਂ ਆਪਾਂ ਪਸ਼ੂ ਨਹਾਉਣੇ ਸੀ? ਨਹੀਂ, ਬਿਲਕੁਲ ਪਸ਼ੂ ਨਹੀਂ ਨਹਾਉਂਦੇ। ਨਹੀਂ ਨਹਾਉਂਦੇ ਪਸ਼ੂ। ਇਹਦੇ ਘਰ ਵੀ ਆਪਾਂ ਜਾਣਾ, ਆਪਾਂ ਇਹਦੇ ਵਕੀਲ ਦੱਸਣੇ ਆਪਾਂ। ਇਹਦੇ ਘਰ ਬੋਰ ਖੜਾ, ਮੈਂ ਤੇ ਗੱਲ ਕਰਨੀ ਇਹਦੇ ਘਰ ਕੋਲੇ। ਠੀਕ ਹੈ, ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਗਲੀ 'ਚ ਨੰਗਾ ਪੈ ਕੇ ਨਹਾਉਂਦਾ ਜੀ ਇਹ ਬੰਦਾ। ਠੀਕ ਹੈ। ਗਲੀ 'ਚ ਨੰਗਾ ਕੇ ਨਹਾਉਂਦਾ। ਦੱਸੋ ਜੀ। ਹਾਂਜੀ ਦੱਸੋ। ਇੱਕ ਮਿੰਟ। ਹਾਂਜੀ। ਇਹ ਸਾਬਕਾ ਸਰਪੰਚ ਆ, ਜੋ ਇਹਨੇ ਘਪਲੇ ਕੀਤੇ ਆ ਧਰਮਸ਼ਾਲਾ ਦੇ, ਉਹ ਸਾਰਿਆਂ ਨੂੰ ਪਤਾ। ਮੇਰੇ ਕੋਲ ਚਿੱਠੀ ਵੀ ਲਿਖੀ ਵੀਡੀਓ ਸਾਹਿਬ ਦੀ। ਲੇਕਿਨ ਅਸੀਂ ਇਹਨੂੰ ਕਿਹਾ ਵੀ ਟੂਟੀ ਅੰਦਰ ਲੱਗਣੀ ਚਾਹੀਦੀ ਆ। ਇੱਥੇ ਸਵੇਰੇ ਪਸ਼ੂ ਨਲਾਉਂਦਾ, ਇਹ ਬਾਅਦ 'ਚ ਸਾਫ਼ ਕਰ ਦਿੰਦਾ ਜ਼ਰੂਰ। ਅੱਛਾ। ਗੋਹਾ ਇੱਥੇ ਹੁੰਦਾ ਪਸ਼ੂਆਂ ਦਾ, ਲੇਕਿਨ ਉਹ ਨਹੀਂ ਹੋਣਾ ਚਾਹੀਦਾ। ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜਾਂ ਪੰਚਾਇਤ ਤੋਂ ਕੀ ਮੰਗ ਕਰਦੇ ਹੋ? ਅਸੀਂ ਪੰਚਾਇਤ ਆਪਣੇ ਇਹ ਪੰਚਾਇਤ ਤੋਂ ਕੀ, ਪੰਚਾਇਤ ਨੂੰ ਕੀ ਕਹਿਣਾ ਚਾਹੁੰਦੇ ਹੋ? ਇਹ ਟੂਟੀ ਅਸੀਂ ਸਰਪੰਚ ਸਾਹਿਬ ਨੂੰ ਇਹ ਕਹਿੰਦੇ ਆ ਕਿ ਇਹ ਟੂਟੀ ਪਟਵਾ ਕੇ ਅੰਦਰ ਲਵਾਓ, ਇਹ ਰਾਹ ਬਹਿ ਨਾ ਜਾਵੇ, ਨਵਾਂ ਰਾਹ ਬਣਾਇਆ। ਠੀਕ ਹੈ ਜੀ। ਇਹ ਆਪਣਾ ਗੁੱਸਾ ਕਰਦੇ ਕਰੀ ਜਾਣ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਸਾਡੇ ਕੋਲ ਸੱਚਾਈ ਹੈਗੀ ਆ, ਸੱਚਾਈ ਦੱਸੀ ਜਾਣੀ ਆ। ਇਹ ਆਪਣੇ ਸਾਬਕਾ ਸਰਪੰਚ ਆ, ਇਹਨੇ ਬਥੇਰੇ ਘਪਲੇ ਕੀਤੇ ਆ। ਉਹ ਅਸੀਂ ਤੁਹਾਨੂੰ ਬਾਅਦ 'ਚ ਦੱਸ ਸਕਦੇ ਹਾਂ। ਬਾਕੀ ਪਿੰਡ ਕਾਫੀ ਵਧੀਆ ਬਣਿਆ ਹੈ, ਪਰ ਇੱਥੇ ਆ ਕੇ ਪੰਚਾਇਤ ਕਿਉਂ ਹਾਰ ਜਾਂਦੀ ਹੈ ਕਿ ਦੇਖੋ ਕਿੰਨਾ ਬੁਰੀ ਹਾਲਤ ਇਸ ਨਾਲੀ ਦੀ ਹੈਗੀ ਆ। ਬੜੀ ਕੰਡੀਸ਼ਨ ਮਾੜੀ ਹੈ। ਸਰਪੰਚ ਸਾਹਿਬ ਨੂੰ ਪੁੱਛਦੇ ਆ ਕਿ ਇਹ ਨਾਲੀ ਕਿੰਨੇ ਚਿਰ ਤੋਂ ਇਦਾਂ ਦੀ ਕੰਡੀਸ਼ਨ 'ਚ ਆ? ਸਰਪੰਚ ਸਾਹਿਬ, ਕਿੰਨੇ ਚਿਰ ਤੋਂ ਕੰਡੀਸ਼ਨ ਇਦਾਂ? ਇਹ ਸਰ ਨਾਲੀਆਂ ਇਹ ਪਹਿਲੇ ਸਰਪੰਚ ਨੇ ਬਣਾਈਆਂ ਆ ਤੇ ਇਹ ਨਾਲੀਆਂ ਦੀ ਕੰਡੀਸ਼ਨ ਇਦਾਂ ਹੀ ਆ ਤੇ ਇਹ ਹੁਣ ਅਸੀਂ ਮਤਾ ਪਾ ਚੁੱਕੇ ਆ, ਗ੍ਰਾਂਟ ਆ ਚੁੱਕੀ ਆ। ਇਹ ਹੁਣ ਕੁਝ ਦਿਨਾਂ ਵਿੱਚ ਅਸੀਂ ਇਹਦੀ ਰਿਪੇਅਰ ਕਰ ਦੇਣੀ। ਇੱਕ ਉਹ ਪਰਿਵਾਰ ਆ ਜੋ 1971 ਦੀ ਜੰਗ ਵਿੱਚ ਜੋ ਬੰਬਾਰੀ ਹੋਈ ਸੀ, ਉਹਨਾਂ ਪ੍ਰਭਾਵਿਤ ਹੋਇਆ ਸੀ। ਕੀ ਨਾਮ ਜੀ ਆਪਣਾ? ਰਾਜ ਰਾਣੀ। ਇਹ 1971 ਦੇ ਵਿੱਚ ਤੁਹਾਡੇ ਇਸ ਘਰ ਤੇ ਬੰਬ ਡਿੱਗੇ ਸੀ? ਹਾਂਜੀ। ਤੇ ਕਿੰਨੇ ਕੁ ਜਿਹੜੇ ਵਿਅਕਤੀ ਸੀ ਪ੍ਰਭਾਵਿਤ ਹੋਏ ਆ? ਉਦੋਂ ਮੈਂ ਛੋਟੀ ਜਿਹੀ ਸੀ, ਮੈਨੂੰ ਇੰਨਾ ਪਤਾ ਨਹੀਂ ਹੈਗਾ। ਕੀ ਨਾਮ ਜੀ? ਰਾਮਪਾਲ। ਹਾਂਜੀ ਰਾਮਪਾਲ ਜੀ, ਉਹ ਪਰਿਵਾਰ ਆ ਜਿਹੜੇ ਇਸ ਹਾਂ ਤੁਹਾਡੇ ਸਹੁਰੇ ਨਾ, ਤੇ ਕਿੰਨੇ ਬੰਦੇ ਪ੍ਰਭਾਵਿਤ ਹੋਏ ਸੀ ਇੱਥੇ? ਮਤਲਬ ਸਾਡੇ ਘਰ 'ਚ 3 ਮੌਤਾਂ ਹੋਈਆਂ ਸੀ। ਅੱਛਾ ਜੀ। ਇੱਕ ਮੇਰੇ ਸਹੁਰਾ ਸਾਹਿਬ, ਇੱਕ ਸਾਲਾ ਸਾਹਿਬ ਤੇ ਇੱਕ ਮਤਲਬ ਸਾਲੀ। ਠੀਕ। ਇਹਨਾਂ ਵਾਸਤੇ ਕੋਈ ਪੰਚਾਇਤ ਲੈਵਲ ਦਾ ਜਾਂ ਕੋਈ NRA ਵੀਰਾਂ ਨੇ ਜਾਂ ਸਰਕਾਰਾਂ ਵੱਲੋਂ ਕਿੰਨੀ ਕੁ ਮਦਦ ਹੋਈ ਹੈ? ਅਸੀਂ ਇਹ ਸਾਡੀ ਭੈਣ ਆ, ਕੱਲ ਵੀ ਜਿਹੜਾ ਅਸੀਂ ਨੀਂਹ ਪੱਥਰ 9 ਦਸੰਬਰ ਨੂੰ ਰੱਖਿਆ, ਜਿੱਥੇ ਦੋਨੋਂ ਪਿੰਡਾਂ ਦੇ ਮੌਜੂਦਾ ਸਰਪੰਚ ਨਾਲ ਸਾਬਕਾ ਸਰਪੰਚ ਔਰ ਉਹਨਾਂ ਦੇ ਵਿਚਕਾਰ ਰਾਜ ਰਾਣੀ ਨੂੰ ਖੜੀ ਕਰਕੇ ਇਹਨਾਂ ਤੋਂ ਨੀਂਹ ਪੱਥਰ ਰਖਵਾਇਆ, ਭੈਣ ਤੋਂ ਇੱਟ ਰਖਵਾਈ ਆ। ਉਹਦੇ ਨਾਲ ਇਹਨਾਂ ਨੂੰ ਅਸੀਂ ਸਨਮਾਨਿਤ ਕੀਤਾ। ਉਸ ਤੋਂ ਬਾਅਦ ਅਸੀਂ NRI ਸਭਾ ਵੱਲੋਂ ਇਹਨਾਂ ਨੂੰ ਕਿਹਾ ਵੀ ਜਿੰਨੀ ਤੁਹਾਡੀ ਅਸੀਂ ਹੈਲਪ ਕਰ ਸਕਦੇ ਹਾਂ ਉਹ ਕਰਾਂਗੇ। ਇਸ ਸਮਾਗਮ 'ਚ ਅਸੀਂ ਇਹਨਾਂ ਨੂੰ 50,000 ਰੁਪਈਆ ਵੀ ਦੇ ਰਹੇ ਹਾਂ ਆਪਣੇ ਵੱਲੋਂ, ਹੈ ਨਾ। ਇੱਥੇ ਤਾਂ ਹੁਣ ਅਸੀਂ ਥੋੜ੍ਹਾ ਸਨਮਾਨ ਕਰਾਂਗੇ, 11,000 ਦੇਵਾਂਗੇ, ਪਰ ਉੱਥੋਂ ਜਾ ਕੇ ਜੋ ਸਾਡਾ ਮਤਾ ਆ ਉਹਦੇ ਵਿੱਚ ਟੋਟਲ ਜਿਹੜਾ ਬਕਾਇਆ ਉਹ ਉਹਨਾਂ ਨੂੰ ਭੇਜਿਆ ਜਾਊਗਾ। ਇਹ ਉਹ ਜਗ੍ਹਾ ਆ 1971 ਦੀ ਜੋ ਬੰਬਾਰੀ ਹੋਈ ਸੀ, ਇੱਥੇ ਇੱਕ ਬੰਬ ਡਿੱਗਿਆ ਸੀਗਾ 1000 ਪਾਉਂਡ ਦਾ। ਇੱਕ ਬੰਬ ਕਹਿੰਦੇ ਸਾਨੂੰ ਦੱਸਿਆ ਉਹਨਾਂ ਨੇ ਕਿ 1000 ਪਾਉਂਡ ਦਾ ਜਿਹੜਾ ਬੰਬ ਇਸ ਜਗ੍ਹਾ 'ਤੇ ਡਿੱਗਿਆ ਸੀ। ਹਾਲੇ ਵੀ ਦੇਖ ਲਓ ਇਹ ਧਰਤੀ ਜਿਹੜੀ ਆ ਪ੍ਰੋਪਰ ਤੌਰ 'ਤੇ ਦੇਖ ਲਓ, ਬਿਲਕੁਲ ਕਲੀਅਰ ਦਿਖਦਾ ਕਿ ਇੱਥੇ ਕੋਈ ਨਾ ਕੋਈ ਚੀਜ਼ ਇੱਥੇ ਡਿੱਗੀ ਆ ਜਿਹੜੀ ਜਿਸ 'ਚੋਂ ਇਹ ਧਰਤੀ ਪ੍ਰਭਾਵਿਤ ਹੋਈ ਆ। ਇਸ ਪਰਿਵਾਰ ਦੇ 3 ਮੈਂਬਰ ਜਿਹੜੇ ਆ ਇਸ ਬੰਬਾਰੀ ਦੇ ਵਿੱਚ ਸ਼ਹੀਦ ਹੋਏ ਸੀ। ਇਸ ਬੰਬਾਰੀ ਦੇ 3 ਜਣੇ, ਹਾਂਜੀ ਹਾਂ, ਬਾਕੀਆਂ ਸੱਟਾਂ ਚੋਟਾਂ ਵੀ ਲੱਗੀਆਂ, ਪਰ 3 ਬੰਦੇ ਜਿਹੜੇ ਆ ਉਹਨਾਂ ਦਾ ਨੁਕਸਾਨ, ਜਾਨੀ ਜਿਹੜਾ ਨੁਕਸਾਨ ਹੋ ਗਿਆ ਸੀਗਾ। ਕੀ ਨਾਂ ਸੀ ਉਹਨਾਂ ਦੇ ਜੀ? ਪ੍ਰੀਤਮ ਸਿੰਘ,
ਹਾਂਜੀ ਤੇ ਕਾਲਸਾ ਦੇਵੀ ਤੇ ਮੇਘਨਾਥ। ਤਕਰੀਬਨ ਜਿਹੜਾ ਆਲਮਗੀਰ ਦਾ ਗਲੀਆਂ ਦਾ ਕੰਮ ਆ ਤੁਸੀਂ ਨੇਪਰੇ ਚੜ ਚੁੱਕਾ ਹੈ ਸਾਰਾ। ਤਕਰੀਬਨ ਤੁਸੀਂ ਪਿੰਡ ਅਸੀਂ ਘੁੰਮ ਕੇ ਦੇਖਿਆ ਕਿ ਗਲੀਆਂ ਨਾਲੀਆਂ ਦਾ ਕੰਮ ਜਿਹੜਾ ਤੇ ਉਹ ਤੇ ਹੋ ਚੁੱਕਾ ਹੈ। ਬਾਕੀ ਵੀ ਆਪਾਂ ਦੇਖਦੇ ਹਾਂ ਕਿਹੜੇ ਕੰਮ ਰਹਿ ਗਏ ਉਹ ਵੀ ਦੇਖਦੇ ਹਾਂ। ਮੈਂ ਉਸੇ ਪਰਿਵਾਰ ਚੋਂ ਹਾਂ ਜਿਨ੍ਹਾਂ ਦੇ 8 ਜੀ ਸ਼ਹੀਦ ਹੋਏ ਸੀ ਸਨ 71 ਦੀ ਜੰਗ 'ਚ। ਇਹ ਆਹ ਨਾਲ ਦਾ ਜਿਹੜਾ ਮਕਾਨ ਹੈ ਇਹਦੇ ਵਿੱਚ ਮੱਝਾਂ ਵੱਜੀਆਂ ਸੀਗੀਆਂ ਜਦੋਂ ਬੰਬ ਉਹ ਚੱਲਿਆ 1000 ਪਾਉਂਡ ਦਾ। ਤਾਂ ਉਹ ਮੱਝਾਂ ਦਾ ਜਿੰਨਾ ਵੀ ਚੀਥੜੇ ਉੱਡ ਕੇ ਉਦੋਂ ਬਾਅਦ 'ਚ ਇੱਧਰ ਟਾਹਲੀ ਸੀਗੀ, ਟਾਹਲੀ ਦੇ ਉੱਪਰ ਟੰਗ ਹੋ ਗਿਆ। ਇਸ ਮਕਾਨ ਦੇ ਵਿੱਚ ਇੱਥੇ ਕੱਚਾ ਮਕਾਨ ਸੀਗਾ, ਉਹਦੇ ਵਿੱਚ 8 ਜਣੇ ਸੁੱਤੇ ਸੀਗੇ। ਤੇ ਮੇਰੇ ਮਦਰ ਜੀ ਹੈ, ਮਾਤਾ ਜੀ, ਭੈਣ ਜੀ ਤੇ ਜਿਹੜੇ ਪਰਿਵਾਰ ਖਤਮ ਹੋਏ ਆ ਉਹ ਇੱਥੇ ਇਸ ਕਮਰੇ ਵਿੱਚ ਹੀ ਉਹ ਸੁੱਤੇ ਸੀਗੇ ਕੱਚੇ ਮਕਾਨ। ਪਾਰਟੀ ਸੀ ਉਹ ਇਸ ਜਗ੍ਹਾ ਤੇ ਸੀਗੀ ਜਿਹਨਾਂ ਦੇ 8 ਜੀ ਸੀ ਇੱਕ ਪਰਿਵਾਰ ਦੇ, ਜਿਹੜੇ ਪੂਰੇ ਦੇ ਪੂਰੇ ਉਹ ਇਸ ਘਟਨਾ ਨਾਲ ਜਿਹੜੇ ਪ੍ਰਭਾਵਿਤ ਹੋਏ ਸੀ। 8 ਦੇ 8 ਜਿਹੜੇ ਜੀ ਆ ਉਹ ਖਤਮ ਹੋ ਗਏ ਸੀ। ਕੀ ਨਾਮ ਆਪਣਾ ਜੀ? ਗੁਰਜਿੰਦਰ ਕੌਰ। ਤੁਹਾਡਾ ਹੀ ਘਰ ਹੈ ਜੀ? ਹਾਂਜੀ। ਪੰਚਾਇਤ ਦਾ ਕਾਰਜ ਕਿਦਾਂ ਦਾ ਹੈ? ਚੰਗਾ ਹੋਇਆ, ਕਰੀ ਜਾਂਦੀ ਪੰਚਾਇਤ, ਚੰਗਾ ਹੀ ਕਰਦੀ ਹੈ। ਤੁਹਾਡੀ ਇਹ ਗਲੀ ਜਿਹੜੀ ਆ ਇਹ ਕਿੰਨੇ ਚਿਰ ਤੋਂ ਨਹੀਂ ਬਣੀ? ਇਹ 4-5 ਸਾਲ ਤੋਂ ਨਹੀਂ ਬਣੀ। ਤੁਸੀਂ ਨਵੀਂ ਪੰਚਾਇਤ ਨੂੰ ਕਿਹਾ ਨਹੀਂ? ਕਿਹਾ ਸੀਗਾ। ਕੀ ਕਹਿੰਦੇ ਫਿਰ? ਕਹਿੰਦੇ ਬਣਾ ਦੇਵਾਂਗੇ। ਵੋਟਾਂ ਲੈਣ ਆਉਂਦੀ ਤੁਹਾਡੇ ਕੋਲ? ਹਾਂਜੀ, ਵੋਟਾਂ ਲੈਣ ਤਾਂ ਆਉਂਦੇ ਹੀ ਆ। ਤੇ ਫਿਰ ਪ੍ਰੋਬਲਮ ਕਿਉਂ ਨਹੀਂ ਸੁਣੀ ਜਾਂਦੀ ਤੁਹਾਡੀ? ਇਹ ਹੁਣ ਜੀ ਇਹਨਾਂ ਨੂੰ ਪਤਾ ਹੋਊਗਾ। ਪੰਚਾਇਤ ਸਰਪੰਚ ਸਾਹਿਬ ਕਿੰਨੇ ਨੰਬਰ ਵਾਰਡ ਹੈ? ਇਹ 5 ਨੰਬਰ ਵਾਰਡ। ਕੌਣ ਪੰਚ ਇੱਥੇ? ਪੰਚ ਰਮੇਸ਼ ਚੰਦਰ। 4 ਚਲੋ 4 ਨੰਬਰ। ਕੌਣ ਪੰਚ ਇੱਥੇ? ਰਮੇਸ਼ ਚੰਦਰ। ਤੇ ਇਹ ਜਿਹੜੀ ਗਲੀ ਆ ਇਹ ਇਹਨਾਂ ਨੂੰ 4 ਸਾਲ ਹੋ ਗਏ ਨਹੀਂ ਬਣੀ, ਤੁਹਾਡੇ ਕਾਰਜਕਾਲ ਨੂੰ 3 ਸਾਲ ਹੋ ਗਏ। ਕੀ ਕਾਰਨ ਨਾ ਬਣਨ ਦਾ? ਕੀ ਕਾਰਨ? ਸਰ ਇਹ ਗਲੀ 2019 ਦੇ ਵਿੱਚ ਨਾ ਸਾਬਕਾ ਸਰਪੰਚ ਸਾਹਿਬ ਜਿਹੜੇ ਦਾਸ ਰਾਮ ਆ ਉਹਨਾਂ ਨੇ ਆਪਣੇ ਐਂਡਲੇ ਦਸੰਬਰ ਵਿੱਚ ਬਣਾਈ ਸੀ। ਤੇ ਇਹ ਹੁਣ ਸਰਕਾਰ ਸਾਨੂੰ ਹੱਲੇ ਮਨਜ਼ੂਰੀ ਨਹੀਂ ਦੇ ਰਹੀ ਪੱਟਣ ਦੀ, ਕਿਉਂਕਿ ਉਹ ਕਹਿੰਦੇ ਆ ਵੀ ਗਲੀ ਜਿਹੜੀ ਨਵੀਂ ਬਣੀ ਆ ਨਾ ਸਾਡੀ, ਭਾਵੇਂ ਇੱਟ ਲੱਗੀ ਆ ਚਾਹੇ ਕੁਛ ਵੀ ਆ, ਉਹ ਤੁਸੀਂ 20 ਸਾਲ ਤੋਂ ਪਹਿਲਾਂ ਨਹੀਂ, ਪਰ ਫੇਰ ਵੀ ਅਸੀਂ ਆਪਣੀ ਪ੍ਰਪੋਜ਼ਲ ਪਾਈ ਹੋ ਸਕਦਾ ਆ ਵੀ ਇਸ ਜਿਹੜੇ 5 ਸਾਲ ਦੇ ਐਂਡ ਵਿੱਚ ਅਸੀਂ ਇਹ ਛੇੜ ਦਈਏ ਗਲੀ। ਕਿੰਨੀਆਂ ਗਲੀਆਂ ਪਿੰਡ ਜਿੱਦਾਂ ਦੀਆਂ ਕੱਚੀਆਂ? ਬਸ ਇੱਕ ਇਹੀ ਆ, ਨਾਲ ਦੀ ਅਸੀਂ ਛੇੜ ਦਿੱਤੀ ਆ। ਇਹੀ ਆ ਵੀ ਕੋਸ਼ਿਸ਼ ਆ ਇਹ ਵੀ ਸਾਡੀ 22 ਤੱਕ ਬਣ ਜਾਵੇ। ਇਹ ਜਿਹੜੀ ਇਸ ਸਾਲ ਹੀ ਜਿਹੜੀ ਪੰਚਾਇਤ ਹੈਗੀ ਮੌਜੂਦਾ ਉਹਦੇ ਕਾਰਜਕਾਲ ਵਿੱਚ ਇਹ ਸੜਕ ਬਣੀ ਸੀ। ਸਰਪੰਚ ਸਾਹਿਬ ਪੁੱਛਦੇ ਆ ਕਿੰਨਾ ਨੰਬਰ ਵਾਰਡ ਆ ਔਰ ਕੌਣ ਪੰਚ ਇੱਥੇ? ਸਰਪੰਚ ਸਾਹਿਬ ਕੌਣ ਪੰਚ ਆ ਜੀ ਇੱਧਰ? ਇਹ ਵਾਰਡ ਨੰਬਰ ਕਿੰਨਾ ਜੀ? ਹਾਂਜੀ, ਵਾਰਡ ਨੰਬਰ 3 ਜੋਗਿੰਦਰ ਕੌਰ ਲੇਡੀ। ਜੋਗਿੰਦਰ ਕੌਰ ਲੇਡੀ ਕਿੱਥੇ ਆ ਇਸ ਟਾਈਮ? ਉਹ ਇਹ ਹੈਗੇ ਸਕੂਲੇ ਮਿਲਦੇ ਆਪਾਂ ਨੂੰ। ਠੀਕ ਹੈ ਜੀ। ਤੇ ਇਹ ਵੀ ਤੁਹਾਡੇ ਕਾਰਜਕਾਲ ਵਿੱਚ ਸੜਕ ਬਣੀ ਹੈ? ਸਾਡੀ ਪੰਚਾਇਤ 'ਚ। ਕਿੰਨੀ ਟਾਈਮ ਲੱਗੀ ਟੋਟਲ? ਇਹ ਦੇਖ ਲਓ 3-4 ਹਜ਼ਾਰ ਲੱਗੀ। 4000 ਦੇ ਕਰੀਬ ਹੈ। ਠੀਕ ਹੈ ਜੀ। ਅੱਗੇ ਜੀ ਪਿੰਡ ਆਲਮਗੀਰ ਦੀ ਵਾਟਰ ਸਪਲਾਈ ਕਿੰਨੇ ਘਰਾਂ ਨੂੰ ਇਹਦੀ ਫੈਸਿਲਿਟੀ ਔਰ ਕਿੰਨੇ ਕਨੈਕਸ਼ਨ ਆ? ਸਰਦਾਰ ਜੀ ਇਹ ਵਾਟਰ ਸਪਲਾਈ ਦੀ ਸਥਾਪਨਾ ਕਦੋਂ ਹੋਈ ਸੀ? ਇਹ 2016 ਦੇ ਵਿੱਚ ਹੋਈ ਹੈ ਜੀ। ਠੀਕ ਹੈ ਜੀ। ਵਾਟਰ ਸਪਲਾਈ ਉਸ ਵੇਲੇ ਸਾਡੀ ਜਿਹੜੀ ਪੰਚਾਇਤ ਸੀ ਉਹਨੂੰ ਜਿਹੜੇ ਸਰਪੰਚ ਲੀਡ ਕਰਦੇ ਸੀ ਦਾਸ ਰਾਮ ਨੇ। ਠੀਕ ਹੈ ਜੀ। ਉਹਨਾਂ ਦੇ ਨਾਲ ਉਹਨਾਂ ਦੀ ਪੰਚਾਇਤ ਨੇ ਇਹ ਜਿਹੜੀ ਟੈਂਕੀ ਆ ਇਸ ਸਮੇਂ ਦੀ ਸਰਕਾਰ ਉਸ ਵੇਲੇ ਦੀ ਕੋਲੋਂ ਲੈ ਕੇ ਇੱਥੇ ਸਥਾਪਿਤ ਕੀਤੀ ਆ। ਸਾਡੇ ਪਿੰਡ ਦੇ ਵਿੱਚ 150 ਘਰ ਆ ਟੋਟਲ, ਜਿਨ੍ਹਾਂ ਦੇ ਵਿੱਚੋਂ ਲਗਭਗ 75% ਘਰਾਂ ਨੂੰ ਜਿਹੜਾ ਪਾਣੀ ਸਪਲਾਈ ਆ ਇੱਥੋਂ। ਹਾਂਜੀ, ਕਨੈਕਸ਼ਨ ਦਿੱਤੇ ਹੋਏ ਨੇ। ਆਲਮਗੀਰ ਦੀ ਗਲੀ ਆ ਜਿਹੜੀ ਉਹ ਕੱਚੀ ਆ, ਆਓ ਘਰ ਵਾਲਿਆਂ ਨੂੰ ਜਾਣਦੇ ਆ ਕਿ ਕਿੰਨੀ ਕੁ ਮੁਸ਼ਕਿਲ ਸੀ ਤੇ ਹੁਣ ਕਿੱਦਾਂ ਦੀ ਪੰਚਾਇਤ ਨੇ ਕੰਮ ਕੀਤਾ। ਕੀ ਨਾਮ ਜੀ ਆਪਣਾ? ਰੁਪਿੰਦਰ। ਰੁਪਿੰਦਰ ਜੀ ਤੁਹਾਡਾ ਘਰ ਕਿੱਥੇ ਆ? ਸਾਡਾ ਇਹ ਵਾਲਾ ਘਰ ਹੈ। ਕਿੰਨੀ ਕੁ ਮੁਸ਼ਕਿਲ ਸੀ ਜਦੋਂ ਇਹ ਗਲੀ ਕੱਚੀ ਸੀ? ਮੁਸ਼ਕਿਲ ਸੀ ਕਾਫੀ। ਮੁਸ਼ਕਿਲ ਸੀ। ਹਾਂਜੀ। ਹੁਣ ਕਿੱਦਾਂ ਮਹਿਸੂਸ ਕਰਦੇ ਹੋ? ਨਹੀਂ ਹੁਣ ਤਾਂ ਠੀਕ ਹੈ, ਹੁਣ ਬਣ ਚੱਲੇ ਆ। ਹਾਂਜੀ। ਜਿਹੜੀ ਮੌਜੂਦਾ ਪੰਚਾਇਤ ਉਹ ਕਿੱਦਾਂ ਦਾ ਕੰਮ ਕਰਦੀ ਹੈ? ਵਧੀਆ ਕਰਦੀ। ਆਉਣ ਵਾਲੇ ਟਾਈਮ 'ਚ ਕਿੱਦਾਂ ਦੀ ਪੰਚਾਇਤ ਚਾਹੀਦੀ ਹੈ? ਇਦਾਂ ਦੀ ਠੀਕ ਹੈ ਸਾਡੇ ਹੁਣ ਪਿੰਡ 'ਚ। ਵਧੀਆ ਕੰਮ ਕਰਦੀ ਪੰਚਾਇਤ? ਹਾਂਜੀ ਹਾਂਜੀ। ਤੁਸੀਂ ਖੁਸ਼ ਹੋ? ਹਾਂਜੀ। ਕੋਈ ਡਿਮਾਂਡ ਹੋਵੇ ਤੁਹਾਡੀ, ਕੋਈ ਮੰਗ ਹੋਵੇ? ਨਹੀਂ ਇਹੀ ਹੈ ਬਸ, ਬਣੀ ਜਾਂਦਾ ਆਪਣੇ ਆਪ ਸਭ ਕੁਝ। ਕੀ ਨਾਮ ਜੀ? ਹਰਭਜਨ ਸਿੰਘ ਜੀ। ਹਰਭਜਨ ਸਿੰਘ ਜੀ ਤੁਸੀਂ ਇਸ ਪਿੰਡ ਦੇ ਵਾਸੀ ਹੋ? ਹਾਂਜੀ, ਇਸ ਪਿੰਡ ਦੇ ਵਾਸੀ ਹਾਂ। ਪੰਚਾਇਤ ਦਾ ਕਾਰਜਕਾਲ ਕਿੱਦਾਂ ਦਾ ਹੈ ਜੀ? ਬਹੁਤ ਸੋਹਣਾ ਹੋ ਰਿਹਾ ਜੀ, ਬਹੁਤ ਵਧੀਆ ਹੋ ਰਿਹਾ। ਠੀਕ ਹੈ ਜੀ। ਹਾਂਜੀ, ਬਹੁਤ ਵਧੀਆ। ਤੇ ਪੰਚਾਇਤ ਦੇ ਨਾਲ ਐਨਆਰਆਈ ਵੀਰ ਵੀ ਇਸ ਜਿਹੜੇ ਨਗਰ ਦੇ ਆ ਉਹ ਵੀ ਵਧਾਈ ਦੇ ਪਾਤਰ ਆ, ਜਿਹੜੇ ਸਰਕਾਰ ਦੇ ਨਾਲ ਮੋਢਾ ਲਾ ਕੇ ਤੁਰੇ ਹੋ ਆ ਔਰ ਵਧੀਆ ਕੰਮ ਕਰਦੇ ਹੋ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਹੁਤ ਵਧੀਆ ਕੰਮ ਕਰ ਰਿਹਾ ਜੀ। ਠੀਕ ਹੈ ਜੀ। ਹਾਂਜੀ, ਬਹੁਤ ਵਧੀਆ, ਬਹੁਤ ਜਾਨੀ ਰਿਸਪੌਂਸ ਮਿਲ ਰਿਹਾ। ਕੀ ਨਾਮ ਜੀ ਆਪਣਾ? ਰਣਜੀਤ ਸਿੰਘ ਜੀ। ਰਣਜੀਤ ਸਿੰਘ ਜੀ ਤੁਸੀਂ ਐਨਆਰਆਈ ਹੋ? ਹਾਂਜੀ ਹਾਂਜੀ। ਤੇ ਕਿੱਦਾਂ ਦਾ ਸਹਿਯੋਗ ਆ ਤੁਹਾਨੂੰ ਪੰਚਾਇਤ ਦਾ ਔਰ ਬਾਕੀ ਲੋਕਾਂ ਦਾ? ਬਹੁਤ ਵਧੀਆ ਸਹਿਯੋਗ ਮਿਲਦਾ ਜੀ, ਜਦੋਂ ਦੀ ਇਹ ਸਾਡੇ ਸਰਪੰਚ ਸਾਹਿਬ ਬਣੀ ਆ। ਬਹੁਤ ਵਧੀਆ ਕੰਮ ਕਰਾ ਰਹੀ ਪਿੰਡ ਦੇ।
ਹਾਂ ਤੇ ਅਸੀਂ ਨਾਲ ਰਲ ਕੇ ਮਤਲਬ ਮੋਢੇ ਨਾਲ ਮੋਢੇ ਜੋੜ ਕੇ ਕੰਮ ਕਰ ਰਹੇ ਹਾਂ ਤਗੜੇ ਹੋ ਕੇ। ਦੇਖੋ ਜੀ, ਪੰਚਾਇਤਾਂ ਦੇ ਨਾਲ ਅਗਰ NRB ਜਿੱਦਾਂ ਤੁਸੀਂ ਕਰਦੇ ਹੋ ਕੰਮ, ਇਸ ਪਿੰਡ ਦੇ ਜੋ ਹਾਲਾਤ ਸੀਗੇ ਜਾਂ 71 ਜੰਗ ਵਿੱਚ ਜਿੰਦਾ ਬਰਬਾਦ ਹੋਇਆ ਪਿੰਡ, ਇਹ ਦੁਬਾਰਾ ਪੈਰਾਂ ਤੇ ਆ ਗਿਆ ਤੇ ਉਹਦੇ ਵਿੱਚ ਤੁਹਾਡਾ ਬਹੁਤ ਯੋਗਦਾਨ ਆ, NRB ਦਾ ਬਹੁਤ ਯੋਗਦਾਨ ਆ ਤੇ ਸਰਕਾਰਾਂ ਦੇ ਨਾਲ ਤੁਸੀਂ ਵਧਾਈ ਦੇ ਪਾਤਰ ਹੋ। ਕਿਹੜੇ ਕੰਮ ਤੁਸੀਂ ਜਿਹੜੇ ਆ ਉਹ ਸਰਕਾਰਾਂ ਦੇ ਨਾਲ ਜਾਂ ਪੰਚਾਇਤ ਦੇ ਨਾਲ ਕਰਦੇ ਹੋ? ਪੰਚਾਇਤ ਦੇ ਨਾਲ ਜਿੱਦਾਂ ਹੁਣ ਸਟਰੀਟ ਲਾਈਟਾਂ ਲਵਾਈਆਂ ਵਾ, ਠੀਕ ਹੈ ਜੀ, ਤੇ ਵਰਦੀਆਂ ਸਕੂਲ ਦੇ ਵਿੱਚ ਹਰ ਸਾਲ ਹੀ ਮੁਫਤ ਦਿੰਦੇ ਆ ਸਾਰੇ, ਠੀਕ ਹੈ ਜੀ। ਹਾਂ, ਹੋਰ ਵੀ ਪੈਨਸਲਾਂ ਜੋ ਵੀ ਸਾਡੇ ਕੋਲ ਦਿੱਤਾ ਜਾਵੇ। ਕੋਈ ਲੋੜਵੰਦ ਪਰਿਵਾਰਾਂ ਵਾਸਤੇ ਕੁਝ ਕਰਦੇ ਹੋ? ਜ਼ਰੂਰ ਕਰਦਾ ਜੀ, ਹਾਂ ਹਾਂ, ਜੋ ਜ਼ਰੂਰ ਜਦੋਂ ਵੀ ਕਿਤੇ ਕਿਸੇ ਦਾ, ਜਿੱਦਾਂ ਪਿਛਲੇ ਸਾਲ ਮੈਂ ਇੱਥੇ ਪਿੰਡ ਦੀ ਇੱਕ ਲੜਕੀ ਆ, ਉਹਦਾ ਵਿਆਹ ਕੀਤਾ ਸੀ। ਹਾਂਜੀ, ਇੱਥੇ ਹਰ ਸਾਲ ਵੀ ਥੋੜ੍ਹਾ ਬਹੁਤਾ ਜਿੰਨਾ ਵੀ ਕੋਈ ਗਰੀਬ ਬੰਦਾ ਉਹਦੀ ਮਦਦ ਕਰੀਦੀ ਆ। ਹਾਂ ਵੀ ਹਾਂ। ਕੀ ਨਾਮ ਜੀ? ਬਖਸ਼ੀਸ਼ ਸਿੰਘ ਜੀ। ਪੰਚਾਇਤ ਕਿੱਦਾਂ ਦਾ ਕੰਮ ਕਰਦੀ? ਬਹੁਤ ਸੋਹਣਾ ਕਰਦੀ ਸੀ। ਅੱਗੇ 10 ਗੁਣਾ ਪਿਛਲੀ ਪੰਚਾਇਤਾਂ ਨਾਲ 10 ਗੁਣਾ ਵਧੀਆ ਕੀ। ਹੁਣ ਅਸੀਂ ਖੜੇ ਹਾਂ ਜੀ ਪਿੰਡ ਆਲਮਗੀਰ ਦੇ ਪ੍ਰੀ ਪ੍ਰਾਇਮਰੀ ਸਕੂਲ ਵਿੱਚ, ਜੋ ਸਾਰੀਆਂ ਸਹੂਲਤਾਂ ਨੂੰ ਸਿੱਖਣਾ ਹੈ। ਪ੍ਰੋਪਰ ਬਿਲਡਿੰਗ ਨਹੀਂ ਹੈਗੀ, ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈਗਾ, ਔਰ ਕੋਈ ਮੁੱਢਲੀ ਜਿਹਨੂੰ ਸਹਾਇਤਾ ਕਰੀਏ ਉਹ ਹੈ ਨਹੀਂ ਜੀ। ਨਾ ਤਾਂ ਪੰਚਾਇਤਾਂ ਦਾ ਇਸ ਵੱਲ ਧਿਆਨ ਆ ਔਰ ਨਾ ਹੀ ਜਿਹੜੇ ਸੰਬੰਧਿਤ ਮਹਿਕਮੇ ਉਹਨਾਂ ਨਾਲ ਧਿਆਨ ਆ। ਮੌਜੂਦਾ ਪੰਚਾਇਤ ਨੂੰ ਪੁੱਛਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ। ਸਰਪੰਚ ਸਾਹਿਬ, ਕਿੰਨਾ ਚਿਰ ਹੋ ਗਿਆ ਤੁਹਾਡੇ ਕਾਰਜਕਾਲ ਨੂੰ? 3 ਸਾਲ ਹੋ ਗਏ। 3 ਸਾਲ ਵਿੱਚ ਨਾ ਤਾਂ ਤੁਸੀਂ ਉਸ ਸਕੂਲ ਵਾਸਤੇ ਕੁਝ ਕੀਤਾ ਔਰ ਨਾ ਹੀ ਤੁਹਾਡੇ ਤੋਂ ਪਹਿਲਾਂ ਪੰਚਾਇਤਾਂ ਨੇ ਕੀਤਾ, ਉਹਦਾ ਕੀ ਕਾਰਨ ਆ? ਇਹ ਨਹੀਂ ਪੰਚਾਇਤਾਂ ਕਰਦੀਆਂ ਰਹੀਆਂ ਆ, ਜਾਨੀ ਸਕੂਲ ਦੇ ਅੰਦਰ ਕੋਈ ਜ਼ਿਆਦਾ ਨਹੀਂ ਕੁਝ ਕੀਤਾ ਹੈਗਾ। ਪਰ ਦੇਖੋ ਇੱਥੋਂ ਦੇਖੋ ਬੱਚਿਆਂ ਦੀ ਕਿੰਨੀਆਂ ਪ੍ਰੋਬਲਮਾਂ ਫੇਸ ਹੁੰਦੀਆਂ ਹੋਣੀਆਂ, ਨਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਆ, ਨਾ ਬਿਲਡਿੰਗ ਸਹੀ ਤਰੀਕੇ ਦੀ ਹੈਗੀ ਆ। ਹਾਂਜੀ, ਤਕਰੀਬਨ ਮੋਸਟਲੀ ਜਿਹੜੀਆਂ ਮੁੱਢਲੀਆਂ ਸਹੂਲਤਾਂ ਤੋਂ ਤਕਰੀਬਨ ਸਾਰੀਆਂ ਸਹੂਲਤਾਂ ਮੰਨ ਜਾ, ਉਹਦਾ ਕੀ ਕਾਰਨ ਆ? ਕਾਰਨ ਜਿਹੜੀ ਸਕੂਲ ਦੀ ਕਮੇਟੀ ਬਣੀ ਹੈ ਨਾ, ਇਹ ਇਹਨਾਂ ਨੇ ਕਦੀ ਇੱਧਰ ਤਵੱਜੋ ਹੀ ਨਹੀਂ ਦਿੱਤੀ ਵੀ ਕਿਸੇ ਸਰਪੰਚ ਨੂੰ ਕਹੀਏ। ਇਹ ਨਹੀਂ ਮੈਂ ਤਾਂ ਹੁਣ ਵਾਂ, ਪਹਿਲੇ ਸਰਪੰਚਾਂ ਦੀ ਵੀ ਸਲਾਹ ਨਹੀਂ ਲਈ ਜਾਂ ਉਹਨਾਂ ਨੂੰ ਕਿਹਾ ਹੀ ਨਹੀਂ ਹੈਗਾ ਵੀ ਆਹ ਸਾਨੂੰ ਚਾਹੀਦਾ ਆ। ਹੁਣ ਜਦੋਂ ਤੋਂ ਸਾਡੀ ਸਰਪੰਚੀ ਬਣੀ ਆ ਨਾ, ਅਸੀਂ ਬਣੇ ਆ, ਪੰਚਾਇਤ ਬਣੀ ਆ, ਹੁਣ ਇਹ ਰਸੋਈ ਵੀ ਬਣੀ ਆ, ਪਹਿਲਾਂ ਅਧੂਰੀ ਸੀ ਤੇ ਕੰਧਾਂ ਉੱਚੀਆਂ ਕਰਾਈਆਂ ਹੈਗੀਆਂ। ਇੰਟਰਲੋਕ ਲਈ ਹੁਣ ਅਸੀਂ ਇਹ ਵੀ ਪਾ ਰਹੇ ਆ ਤੇ NRI ਭਰਾ ਜਿਹੜੇ ਆ ਉਹ ਲਾਇਬ੍ਰੇਰੀ ਬਣਾ ਰਹੇ ਆ। ਹੁਣ ਸਕੂਲ ਵਾਲਾ ਤਵੱਜੋ ਹੀ ਆ, ਹੁਣ ਬਣ ਰਿਹਾ ਸਭ ਕੁਝ। ਹਾਂਜੀ, ਝੂਲੇ ਵਗੈਰਾ ਲਾਤੇ ਆ, ਜੋ ਵੀ ਸਪੋਰਟ ਜੇ ਤੇ ਅੰਦਰ ਜਿਹੜਾ ਕੰਮ ਆ ਨਾ ਇਹ ਹੋ ਜਾਊਗਾ 2 ਮਹੀਨਿਆਂ ਦੇ ਵਿੱਚ। ਹਾਂਜੀ, ਤੁਸੀਂ ਸਰ ਕੀ ਕਹਿਣਾ ਚਾਹੁੰਦੇ ਹੋ ਕਿ ਦੇਖੋ ਤੁਸੀਂ ਪਿੰਡ ਵਾਸਤੇ NRI ਵੀਰਾਂ ਨੇ ਕਾਫੀ ਇੱਥੇ ਸਹਿਯੋਗ ਕੀਤਾ, ਇੱਥੇ ਆ ਕੇ ਕਿਉਂ ਆਪਾਂ ਹਾਰ ਜਾਂਦੇ ਹਾਂ? ਕਿਉਂ ਨਹੀਂ ਆਪਾਂ ਕੁਝ ਕਰ ਪਾਉਂਦੇ ਇਹਨਾਂ ਬੱਚਿਆਂ ਵਾਸਤੇ ਜਾਂ ਸਕੂਲ ਵਾਸਤੇ? ਦੇਖੋ, ਇਸ ਤਰ੍ਹਾਂ ਬੇਨਤੀ ਆ ਵੀ ਪਿਛਲੇ ਪੀਰੀਅਡ ਦੇ ਵਿੱਚ ਅਸੀਂ ਕੁਝ ਨਹੀਂ ਕੀਤਾ, ਕਿਸੇ NRIs ਨੇ ਪਿੰਡ ਵੱਲ ਕੋਈ ਤਵੱਜੋ ਨਹੀਂ ਦਿੱਤੀ। ਇਹ ਇੱਕ ਕੌੜਾ ਸੱਚ ਆ। ਪਿਛਲੇ ਸਾਲ ਸਨ 2020 ਜਦੋਂ ਕਰੋਨਾ ਦਾ ਜਿਹੜਾ ਪ੍ਰਕੋਪ ਚੱਲ ਰਿਹਾ ਸੀ, ਇੱਥੋਂ ਮੈਂ ਰਹਿ ਕੇ ਕਰੋਨਾ ਕਾਰਨ ਰੁਕ ਕੇ ਜਦੋਂ ਵਾਪਸ ਗਿਆ, ਅਸੀਂ ਉੱਥੇ ਜਾ ਕੇ ਜਿਹੜੇ ਮੇਰੇ ਇਲਾਕੇ ਦੇ ਮੇਰੇ ਕਲਾਸ ਫੈਲੋ ਨੇ, ਚਾਹੇ ਉਹ ਨਜ਼ਦੀਕੀ ਕਿਸੇ ਵੀ ਪਿੰਡ ਤੋਂ ਨੇ, ਅਸੀਂ 25 ਮੈਂਬਰੀ ਇੱਕ ਕਮੇਟੀ ਬਣਾਈ। ਉਸ ਕਮੇਟੀ ਵਿੱਚ ਜਿਵੇਂ ਸਤਿਕਾਰਤ ਮੇਰੀਆਂ ਭੈਣਾਂ ਜਾਂ ਵੀਰ ਆਪਣੀ ਨਿੱਜੀ ਲੋੜਾਂ ਪੂਰੀਆਂ ਕਰਨ ਲਈ ਜਿਹੜਾ ਹੈਗਾ ਉਹ ਕਮੇਟੀਆਂ ਪਾਉਂਦੇ ਤੇ ਕਮੇਟੀਆਂ ਚੱਕਦੇ ਆ, ਮੈਂ ਆਪਣੇ ਪਿੰਡ ਲਈ ਕਮੇਟੀ ਚੱਕੀ ਔਰ ਉਹ ਕਮੇਟੀ ਚੱਕ ਕੇ ਮੇਰਾ ਮਨ ਦੀ ਭਾਵਨਾ ਇਹ ਬਣੀ ਵੀ ਅਗਲਾ ਸਾਲ ਜਿਹੜਾ ਉਹ ਸਾਡੇ ਪਿੰਡ 50 ਸਾਲ ਉਸ ਸੰਤਾਪ ਨੂੰ ਹੋ ਰਹੇ ਆ, ਜਦੋਂ ਸਾਡੇ ਪਿੰਡ ਦੇ ਵਿੱਚ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ, ਮਾਲੀ ਹਰ ਪਰਿਵਾਰ ਦਾ ਨੁਕਸਾਨ ਹੋਇਆ। ਉਸ 50 ਸਾਲਾਂ ਲਈ ਕੁਝ ਕੀਤਾ ਜਾਵੇ, ਭਾਵਨਾ ਸੀ ਸਮਾਰਕ ਬਣਾਇਆ ਜਾਵੇ। ਪਰ ਜਦੋਂ ਪਿੰਡ ਵਾਲਿਆਂ ਨਾਲ ਸਲਾਹ ਕੀਤੀ, ਕਹਿੰਦੇ ਸੋਲਰ ਲਾਈਟਸ ਲਵਾਈਆਂ ਜਾਣ, ਲਗਭਗ 7 ਲੱਖ ਰੁਪਈਆ ਜਿਹੜਾ ਅਸੀਂ ਸੋਲਰ ਲਾਈਟਸ ਦੇ ਦੋਨੋਂ ਪਿੰਡਾਂ ਵਿੱਚ ਲਾਇਆ। ਇਸ ਤੋਂ ਅਗਲਾ ਜਿਹੜਾ ਸਾਡਾ ਅਗਲਾ ਪ੍ਰੋਜੈਕਟ ਆ ਆਉਣ ਵਾਲੇ ਸਾਲ ਦਾ, ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਚੋਣ ਜਾਬਤਾ ਲੱਗ ਰਿਹਾ ਨਹੀਂ ਲੱਗ ਰਿਹਾ। ਇਹ ਅਸੀਂ ਹੁਣ ਮੈਂ ਇਸ ਸਕੂਲ ਦੇ ਜੋ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਨੇ ਨਿਸ਼ਾਨ ਸਿੰਘ, ਉੱਥੇ ਵਿਦੇਸ਼ ਵਿੱਚ ਬੈਠੇ, ਉਹਨਾਂ ਨਾਲ ਇਹ ਗੱਲ ਕੀਤੀ ਸੀ ਕਿ ਅਸੀਂ ਸਕੂਲ ਨੂੰ ਅਡਾਪਟ ਕਰ ਰਹੇ ਹਾਂ, ਤੁਸੀਂ ਸਾਡਾ ਸਹਿਯੋਗ ਇਹੀ ਦੇਣਾ ਕਿ ਕਿਉਂਕਿ ਇਹ ਸਰਕਾਰੀ ਪ੍ਰਾਪਰਟੀ ਆ, ਇਹਦੇ ਵਿੱਚ ਕੱਲ੍ਹ ਨੂੰ ਸਾਨੂੰ ਕੋਈ ਇਹ ਨਾ ਕਹੇ ਤੁਸੀਂ ਆਪਣੇ ਪ੍ਰਾਈਵੇਟ ਕੰਮ ਕਿਵੇਂ ਕਰ ਰਹੇ ਹੋ। ਇਸ ਲਈ ਤੁਸੀਂ ਸਾਨੂੰ ਉਹ ਜੋ ਸਰਕਾਰੀ ਤਰਫ 'ਤੇ ਕਰਨਾ ਹੋਊਗਾ ਉਹ ਕਰਵਾ ਕੇ ਦੇਣਾ। ਔਰ ਇਸੇ ਹੀ ਜਿਹੜਾ ਪ੍ਰਪੋਜ਼ਲ 'ਤੇ ਕੰਮ ਕਰਦੇ ਹਾਂ, ਮੌਜੂਦਾ ਜੋ ਐਜੂਕੇਸ਼ਨ ਸਪੋਰਟਸ ਔਰ NRI ਅਫੇਅਰ ਦੇ ਮਿਨਿਸਟਰ ਨੇ ਸਰਦਾਰ ਪ੍ਰਗਟ ਸਿੰਘ, ਉਹਨਾਂ ਦੇ ਸਹਿਯੋਗ ਨਾਲ ਰੈਜੂਲੇਸ਼ਨ ਪੈ ਚੁੱਕੇ ਨੇ। ਆਪਾਂ ਇੱਥੇ ਖੜੇ ਹਾਂ, ਇਹਦੀ ਫਰਸ਼ਬੰਦੀ ਦਾ ਜੋ ਐਸਟੀਮੇਟ
ਬਿਊਰੋਕ੍ਰੇਸੀ ਵੱਲੋਂ ਦਫ਼ਤਰੀ ਤੌਰ ਤੇ ਲੱਗਾ, ਉਹ ਐਸਟੀਮੇਟ ਤੇ ਸਰਦਾਰ ਨੇ ਸਾਈਨ ਕਰ ਦਿੱਤੇ ਨੇ। ਚੋਣ ਜ਼ਾਬਤੇ ਤੋਂ ਪਹਿਲਾਂ ਪਹਿਲਾਂ ਇਹ ਕੰਮ ਸ਼ੁਰੂ ਹੋਣ ਜਾ ਰਿਹਾ। ਔਰ ਜਿਹੜੀ ਪਾਣੀ ਦੀ ਸਮੱਸਿਆ, ਉਹਦੇ ਲਈ ਵੀ ਅਸੀਂ ਜਿਹੜਾ ਕੰਮ ਕਰਨੇ ਆ ਉਹ ਜਾ ਰਹੇ ਹਾਂ, ਤਾਂ ਕਿ ਸਭ ਤੋਂ ਪਹਿਲਾਂ ਬੱਚਿਆਂ ਦੀ ਜਿਹੜੀ ਮੁੱਢਲੀ ਸਹੂਲਤ ਆ, ਇਹਨਾਂ ਨੂੰ ਉਹ ਜਿਹੜਾ ਪਾਣੀ ਆ ਜਿਹੜਾ ਸਹੀ ਸਿਹਤ ਲਈ ਆ ਉਹ ਮੁਹੱਈਆ ਕਰਾਇਆ ਜਾ ਸਕੇ। ਇਸੇ ਤਰ੍ਹਾਂ ਹੀ ਆਪਾਂ ਦੇਖਾਂਗੇ, ਅਸੀਂ ਇੱਥੇ ਲਾਇਬ੍ਰੇਰੀ ਦਾ ਨੀਂਹ ਜਿਹੜੀ ਆ ਉਹ ਰੱਖੀ ਆ। ਸਾਡਾ ਇਹ ਪਰਪਸ ਹੀ ਨਹੀਂ, ਪੂਰਾ ਸਾਡਾ ਯਤਨ ਆ ਕਿ ਅਸੀਂ ਆਪਣੇ ਉਸ ਕਲੱਬ ਵੱਲੋਂ, ਮੈਂ ਉਹਦਾ ਨਾਂ ਰੱਖਿਆ ਹੋਇਆ ਕਿਉਂਕਿ ਮੈਨੂੰ ਹੀ ਉਹਨਾਂ ਨੇ ਪ੍ਰੈਜ਼ੀਡੈਂਟ ਲਿਆ ਹੋਇਆ, ਰੂਰਲ ਡਿਵੈਲਪਮੈਂਟ ਕਲੱਬ। ਮੈਂ ਉਹਨਾਂ ਨੂੰ ਬੇਨਤੀ ਕੀਤੀ ਆਪਣੇ ਭਰਾਵਾਂ ਨੂੰ, 1 ਸਾਲ ਮੈਨੂੰ ਹੋਰ ਦਿਓ, ਕਹਿੰਦੇ 2 ਸਾਲ ਦਿੰਨੇ ਆ, ਜੋ ਕਰਨਾ ਕਰ ਲਓ। ਕਿਉਂਕਿ ਜਿਵੇਂ ਕਮੇਟੀਆਂ ਦਾ ਜੋ ਸਿਸਟਮ ਹੁੰਦਾ ਸਾਰਿਆਂ ਨੂੰ ਪਤਾ ਵੀ ਉਹ ਪੈਸੇ ਪਾਏ ਜਾਂਦੇ ਆ, ਫਿਰ ਉਹ ਲਾਏ ਜਾਂਦੇ ਆ। ਇਸ ਤਰ੍ਹਾਂ ਉਹਦੇ ਵਿੱਚ ਮੇਰੇ ਬੱਚੇ ਵੀ ਸਹਿਯੋਗ ਕਰ ਰਹੇ ਆ। ਅਸੀਂ ਹੁਣ ਅਗਲਾ ਜਿਹੜਾ ਇਹ ਸਰਕਾਰੀ ਤੌਰ ਤੇ ਇੱਥੇ ਫਰਸ਼ ਲੱਗੇਗਾ, ਅਸੀਂ ਇਸ ਨੂੰ ਬਣਾਵਾਂਗੇ, ਨਾਲ ਬੱਚਿਆਂ ਦੇ ਪਾਣੀ ਦਾ ਪ੍ਰਬੰਧ ਬਹੁਤ ਛੇਤੀ ਅਸੀਂ ਕਰਕੇ ਦਿਆਂਗੇ। ਲਗਭਗ 150 ਬੰਦੇ ਵਿਦੇਸ਼ਾਂ ਵਿੱਚ ਵੱਸਦੇ ਆ, ਵੱਡੇ ਕੰਟਰੀਆਂ 'ਚ। ਉਹਨਾਂ ਸਾਰਿਆਂ ਵੱਲੋਂ ਜਦੋਂ ਸਾਡਾ ਲਾਈਟਿੰਗ ਸਿਸਟਮ ਦਾ ਕੰਮ ਚੱਲ ਰਿਹਾ ਸੀ, ਚਾਹੇ ਉਹ ਸਾਬਕਾ ਸਰਪੰਚ ਸਰਦਾਰ ਸੁਖਦੇਵ ਸਿੰਘ ਨੇ, ਚਾਹੇ ਅਵਤਾਰ ਸਿੰਘ ਨੇ, ਨੰਬਰਦਾਰ ਗੁਰਭੇਜ ਸਿੰਘ ਨੇ, ਮਾਸਟਰ ਗੁਰਮੀਤ ਸਿੰਘ ਜੀ ਦਾ ਪਰਿਵਾਰ ਹੈ, ਸਾਰਿਆਂ ਵੱਲੋਂ ਅਸੀਂ ਜੋ ਤੁਸੀਂ ਪ੍ਰੋਜੈਕਟ ਬਣਾਓਗੇ ਤੇ ਸਾਨੂੰ ਦੱਸੋਗੇ ਕਿੰਨੀ ਪ੍ਰਪੋਜ਼ਲ ਆ। ਇੱਥੇ ਮੈਨੂੰ ਇਹ ਗੱਲ ਤੇ ਬੜਾ ਮਾਣ ਹੁੰਦਾ, ਬਹੁਤ ਵੱਡਾ ਮਾਣ ਆ। ਸਾਡੇ ਸਤਿਕਾਰਯੋਗ ਸਰਦਾਰ ਜਗਤਾਰ ਸਿੰਘ, ਜਿਹੜੇ ਅਵਤਾਰ ਸਿੰਘ ਜੀ ਦੇ ਬ੍ਰਦਰ ਨੇ, ਬੰਬਾਰੀ ਤੋਂ ਸ਼ਾਇਦ ਪਹਿਲਾਂ ਜਾਂ ਬਾਅਦ ਵਿੱਚ ਉਹ ਵਿਦੇਸ਼ ਵਿੱਚ ਨੇ, ਮੈਂ ਉਹਨਾਂ ਦੇ ਦਰਸ਼ਨ ਨਹੀਂ ਕੀਤੇ। ਉਹ ਮੈਨੂੰ ਕਹਿੰਦੇ ਰਵਿੰਦਰ ਸਿੰਘ ਪ੍ਰੋਜੈਕਟ ਬਣਾ, ਛੱਪੜ ਤੇ ਜਾਂ ਜਿੱਥੇ ਵੀ ਜੋ ਕਰਨਾ ਮੇਰੇ ਜੁੰਮੇ ਲਾ, ਮੈਂ ਕਿੰਨਾ ਪੈਸਾ ਪਾਉਣਾ। ਕੀ ਨਾਮ ਸਰ ਆਪਣਾ? ਮੇਰਾ ਨਾਮ ਹਰਜੀਤ ਸਿੰਘ। ਹਰਜੀਤ ਸਿੰਘ ਜੀ, ਪਿੰਡ ਦੀ ਪੰਚਾਇਤ ਕਿਦਾਂ ਦਾ ਕੰਮ ਕਰਦੀ? ਪਿੰਡ ਦੀ ਪੰਚਾਇਤ ਪਹਿਲੇ ਤੇ ਜਿਹੜੇ ਸਰਪੰਚ ਬਣੇ ਆ ਉਹਨਾਂ ਤੇ ਜਮਾ ਹੀ ਨਫੇਟੀ ਕੀਤਾ। ਅੱਛਾ ਜੀ। ਹਾਂਜੀ, ਹੁਣ ਸਰਪੰਚ ਅਸੀਂ ਜਿਹੜੇ ਬਣਾਏ ਆ ਉਹ ਚਲੋ ਬਹੁਤ, ਮੈਂ ਕਹਿੰਦਾ ਉਹਨਾਂ ਦੇ ਨਾਲ ਸਹਿਯੋਗ ਦੇ ਰਹੇ, ਬਾਹਰਲੇ ਵੀ ਸਹਿਯੋਗ ਦੇਣਗੇ ਤੇ ਆਪਾਂ ਉਹਨਾਂ ਦੀ ਸ਼ੁਕਰੀਆ ਅਦਾ ਕਰਦੇ ਵੀ ਚਲੋ ਸਹਿਯੋਗ ਉਹਨਾਂ ਨੂੰ ਬਾਹਰਲੇ ਵੀ ਦੇਣਗੇ ਤੇ ਬਾਕੀ ਉਹ ਸਾਰਾ ਪਿੰਡ ਦਾ ਹਿਸਾਬ ਕਿਤਾਬ ਸਹੀ ਰੱਖ ਰਹੇ। ਸਕੂਲ ਦੀ ਕੰਡੀਸ਼ਨ ਕਿੰਨੇ ਚਿਰ ਤੋਂ ਇਦਾਂ ਦੀ ਆ? ਇਹ ਜੀ ਕੋਈ ਜਦੋਂ ਸਕੂਲ ਬਣਿਆ ਉਹ ਇਦਾਂ ਦਾ ਸੀ। ਸਭ ਤੋਂ ਪਹਿਲਾਂ ਤਾਂ ਸਕੂਲ ਦੀਆਂ ਕੰਧਾਂ ਹੀ ਹੈ ਨਹੀਂ ਸੀ। ਅੱਛਾ ਜੀ। ਜਦੋਂ ਅਸੀਂ ਪੜ੍ਹੇ ਤੇ ਹੁਣ ਇਸ ਟਾਈਮ ਤੇ ਚਲੋ ਬਣ ਗਿਆ, ਸਕੂਲ ਬਣ ਗਿਆ ਤੇ ਕੰਧਾਂ ਉੱਚੀਆਂ ਹੋ ਗਈਆਂ। ਇਹ ਵੀ ਇਹਨਾਂ ਸਰਪੰਚ ਆਉਣ ਦੇ ਵਿੱਚ ਹੋਇਆ ਸਾਰਾ ਕੁਝ। ਸਰਕਾਰਾਂ ਤੋਂ ਮੰਗ ਕਰਦੇ ਕਿ ਜਿਹੜਾ ਸਕੂਲ ਹੈਗਾ ਪ੍ਰੀ ਪ੍ਰਾਇਮਰੀ ਆ, ਇਹਨੂੰ ਹਾਈ ਲੈਵਲ ਤੇ ਜਾਂ ਕੁਝ ਹੋਰ ਮੰਗ ਕਰਦੇ ਹੋ? ਇਹ ਹਾਈ ਲੈਵਲ ਤੇ ਹੋਣਾ ਚਾਹੀਦਾ ਤੇ +2 ਤੱਕ ਤਾਂ ਹੋਵੇ। +2 ਤੇ, ਕਿਉਂ ਪਿੰਡ ਦੇ ਵਿੱਚੋਂ ਬਾਹਰ ਜਾਣਾ ਬਹੁਤ ਔਖਾ ਹੈ। ਬਾਹਰ ਜਾ ਕੇ ਜਿਹੜੀ ਪੜ੍ਹਾਈ ਕਰਨੀ ਆ, ਜਿਹੜੀ ਇੱਥੇ ਪੜ੍ਹਾਈ ਵਧੀਆ ਟੀਚਰ ਰੱਖੇ ਜਾਣ, ਜਿਹੜੇ ਟੀਚਰ ਇੱਥੇ ਆਣ ਕੇ ਆਪਣੇ ਗੱਲਾਂ ਕਰਦੇ ਰਹਿੰਦੇ, ਫੋਨ ਕਰਦੇ ਰਹਿੰਦੇ, ਤਾਂ ਉਹਨਾਂ ਦਾ ਫਾਇਦਾ ਹੀ ਕੋਈ ਨਹੀਂ। ਜਿਹੜੇ ਟੀਚਰ ਆ ਉਹ ਵਧੀਆ ਰੱਖੇ ਜਾਣ, ਪੂਰੀ ਉਹਨਾਂ ਦੇ ਨਾਲ ਜਿਹੜੇ ਮੈਂਬਰ ਆ ਪੂਰੀ ਉਹਨਾਂ ਤੇ ਹੱਕ ਰੱਖਣ ਵੀ ਠੀਕ ਹੈ, ਜੇ ਗਲਤ ਕੰਮ ਕਰਦੇ ਉਹਨਾਂ ਨੂੰ ਡੱਕਣ। ਕੀ ਨਾਮ ਆਪਣਾ? ਕੁਲਵਿੰਦਰ ਕੌਰ। ਤੁਸੀਂ ਮਨਰੇਗਾ ਵਰਕਰ ਹੋ? ਹਾਂਜੀ। ਮਨਰੇਗਾ ਦਾ ਕੰਮ ਪ੍ਰੋਪਰ ਚੱਲ ਰਿਹਾ? ਹਾਂਜੀ, ਚੱਲਦੇ ਪਿਆ। ਡਿਮਾਂਡ ਪ੍ਰੋਪਰਲੀ ਕੰਮ ਮਿਲਦਾ ਤੁਹਾਨੂੰ? ਹਾਂਜੀ, ਮਿਲਦਾ ਪਿਆ। ਜਿੱਦਾਂ ਕਿ ਗਰੁੱਪ ਬਣੇ ਹੋਏ ਆ, ਜਿੱਦਾਂ 8 ਜਾਣੀਆਂ ਨੂੰ 15 ਦਿਨੀ 10 ਦਿਨੀ ਮਿਲਦਾ ਪਿਆ ਕੰਮ। ਪੰਚਾਇਤ ਦਾ ਕਾਰਜਕਾਲ ਵਧੀਆ ਹੈ? ਹਾਂਜੀ, ਬਹੁਤ ਵਧੀਆ। ਕੋਈ ਪ੍ਰੋਬਲਮ ਤਾਂ ਨਹੀਂ ਗੀ? ਨਹੀਂ, ਉਹ ਸਾਡੀ ਸਮੱਸਿਆ ਕੋਈ ਵੀ ਹੁੰਦੀ ਹੱਲ ਕਰਦੇ ਪਏ ਆ। ਆਉਣ ਵਾਲੇ ਟਾਈਮ ਕਿਦਾਂ ਦੀ ਪੰਚਾਇਤ ਚਾਹੀਦੀ ਹੈ? ਵਧੀਆ ਹੋਵੇ, ਜਿਹੜੀ ਕਿ ਜਿੱਦਾਂ ਇਹੀ ਪੰਚਾਇਤ ਹੋਵੇ, ਜਿਹੜੀ ਕਿ ਵਧੀਆ ਕਰਨ, ਜਿਹੜੀ ਕਿ ਅੱਗੇ ਨਾਲੋਂ ਵੀ ਜਿੱਦਾਂ ਹੁਣ ਕੀਤਾ। ਕੀ ਨਾਮ ਹੈ? ਗਿਆਨ ਕੌਰ। ਕਿੱਦਾਂ ਪੰਚਾਇਤ ਦਾ ਕਾਰਜ ਕਿੱਦਾਂ? ਬਹੁਤ ਵਧੀਆ ਜੀ। ਠੀਕ ਹੋ? ਹਾਂਜੀ। ਤੁਸੀਂ ਮਨਰੇਗਾ ਵਰਕਰ ਹੋ? ਹਾਂਜੀ। ਪ੍ਰੋਪਰ ਕੰਮ ਮਿਲਦਾ? ਮਿਲਦਾ ਜੀ। ਕੋਈ ਸ਼ਿਕਾਇਤ ਤਾਂ ਨਹੀਂ? ਨਹੀਂ, ਸ਼ਿਕਾਇਤ ਨਹੀਂ। ਕੀ ਨਾਮ ਜੀ? ਚਰਨਜੀਤ ਕੌਰ। ਪ੍ਰੋਪਰ ਕੰਮ ਮਿਲਦਾ? ਹਾਂਜੀ। ਮਨਰੇਗਾ ਦਾ ਕੰਮ ਮਿਲਦਾ? ਹਾਂਜੀ। ਪੈਸੇ ਪ੍ਰੋਪਰ ਪੈਂਦੇ ਆ? ਹਾਂਜੀ। ਕਿੱਦਾਂ ਦੀ ਪੰਚਾਇਤ ਚਾਹੀਦੀ ਅੱਗੇ ਵਾਸਤੇ? ਬਹੁਤ ਵਧੀਆ ਜੀ। ਪੰਚਾਇਤ ਕਿੱਦਾਂ ਦੀ ਚਾਹੀਦੀ ਹੈ? ਹੁਣ ਵੀ ਵਧੀਆ ਹੀ ਆ ਜੀ। ਹਾਂਜੀ। ਕੀ ਨਾਮ ਜੀ? ਹਾਂਜੀ, ਕੁਲਵਿੰਦਰ ਕੌਰ। ਕੁਲਵਿੰਦਰ ਕੌਰ ਜੀ, ਮਨਰੇਗਾ ਵਰਕਰ ਹੋ? ਹਾਂਜੀ। ਪ੍ਰੋਪਰ ਕੰਮ ਮਿਲਦਾ ਹੈ? ਹਾਂਜੀ। ਕੋਈ ਪ੍ਰੋਬਲਮ ਤਾਂ ਨਹੀਂ? ਨਹੀਂ। ਪੰਚਾਇਤ ਦਾ ਕਾਰਜ ਕਿੱਦਾਂ ਦਾ ਹੈ? ਹਾਂਜੀ, ਬਹੁਤ ਵਧੀਆ ਆ। ਬਹੁਤ ਆਉਣ ਵਾਲੇ ਟਾਈਮ ਕਿੱਦਾਂ ਦੀ ਪੰਚਾਇਤ ਚਾਹੀਦੀ ਹੈ? ਬਹੁਤ ਵਧੀਆ ਚਾਹੀਦੀ, ਜਿੱਦਾਂ ਇਹ ਉਦਾਂ ਹੀ ਹੋਵੇ। ਮੌਜੂਦਾ ਪੰਚਾਇਤ ਨਾਲ ਕੋਈ ਸ਼ਿਕਾਇਤ ਹੈ? ਸ਼ਿਕਾਇਤ ਹੈਗੀ ਜੀ। ਇਹ ਤੇ ਆਹ ਵੇਖ ਲਓ 30 ਸਾਲ ਹੋ ਗਏ, ਇਹ ਨਾਲੀਆਂ ਜਿਹੜੀਆਂ ਪਹਿਲਾਂ ਬਣ ਗਈਆਂ ਉਹ ਬਣ ਗਈਆਂ, ਇਹ ਚਾਲੂ ਨਹੀਂ ਹੈ। ਇਹ ਤਾਂ ਸਕੂਲ ਦੇ ਸਾਹਮਣੇ ਇੱਕ ਗੰਦ ਪਿਆ ਆ। ਇਹ ਤਾਂ ਮੈਂ ਸਾਫ਼ ਕਹੂੰਗਾ, ਇੱਕ ਗੰਦ ਪਿਆ। ਨਿਆਣੇ ਨਿਕਲਦੇ, ਪੜ੍ਹ ਕੇ ਨਿਕਲਦੇ, ਲੋਕੇ ਕੇ ਵਿਦਿਆ ਪੜ੍ਹੋ ਤੇ ਸਿੱਖੋ ਤੇ ਵਧੋ, ਅੱਗੇ ਵਧੋ, ਤੇ ਇਹ ਤੇ ਇੱਕ ਉਹਨਾਂ ਨੂੰ ਗੰਦ ਸੁਕਾਉਣ ਡਏ ਆ।
ਠੀਕ ਹੈ, ਗੰਦਾ ਪਾਣੀ ਗੰਦਾ ਆਉਣਾ, ਇੱਧਰ ਦੀ ਪਾਣੀ ਕਿਸੇ ਬੰਨੇ ਨਿਕਾਸ ਹੋਵੇ ਫੇਰ ਹੀ ਹੈ ਨਾ। ਤੇ ਜੇ ਇਹ 30 ਸਾਲ ਤੋਂ ਕਿਸੇ ਪੰਚਾਇਤ ਨੇ ਨਹੀਂ 6 ਪੰਚਾਇਤਾਂ ਆ ਗਈਆਂ ਚਲ ਗਈਆਂ। ਮੈਂ ਕਿਹਾ ਕੀਤਾ ਹੀ ਨਹੀਂ ਕਿਸੇ ਨੇ। ਕੀ ਕਾਰਨ ਆ ਜੀ ਕਿ ਇਹ ਜਿਹੜਾ ਇਹਨਾਂ ਦੀ ਹੈਗੀ ਮੰਗ ਆ ਜਾਇਜ਼ ਆ, ਕੀ ਪ੍ਰੋਬਲਮ ਹੈ ਇੱਥੇ? ਮੰਗ ਤਾਂ ਜਾਇਜ਼ ਹੀ ਆ ਸਰ, ਪਰ ਇਹਨਾਂ ਦੀਆਂ ਆਪਣੀਆਂ ਵੀ ਥੋੜੀਆਂ ਜਿਹੀਆਂ ਕਮੀਆਂ ਆ। ਕਮੀਆਂ ਇਦਾਂ ਆ, ਜਦੋਂ ਕੋਈ ਸਰਪੰਚ ਜਿੱਦਾਂ ਹੁਣ ਸਾਡੀ ਪੰਚਾਇਤ ਬਣੀ ਆ, ਇਹ ਬੜਾ ਹਮੇ ਦਾਅਵੇ ਨਾ ਕਹਿ ਰਹੇ ਤੁਸੀਂ ਕਿਉਂ ਨਹੀਂ ਬਣਾ ਰਹੇ। ਮੈਂ ਕਿਹਾ ਵੀ ਕੋਈ ਗੱਲ ਨਹੀਂ, ਜਦੋਂ ਹੁਣ ਗਲੀਆਂ ਬਣ ਗਈਆਂ ਆਪਾਂ ਨਾਲੀਆਂ ਹੁਣ ਸ਼ੁਰੂ ਕਰ ਦੇਣੀਆਂ। ਪਿਛਲੀਆਂ ਪੰਚਾਇਤਾਂ ਨੂੰ ਇਹਨਾਂ ਨੇ ਕੋਈ ਰੋਸ ਨਹੀਂ ਪ੍ਰਗਟ ਕੀਤਾ, ਕੁਝ ਨਹੀਂ ਕੀਤਾ ਹੈਗਾ। ਪਰ ਪੰਚਾਇਤਾਂ ਦਾ ਦੇਖੋ, ਪੰਚਾਇਤਾਂ ਦਾ ਫਰਜ਼ ਵੀ ਬਣਦਾ ਕਿ ਜਦੋਂ ਤੁਸੀਂ ਵੋਟਾਂ ਲੈਣ ਘਰ ਘਰ ਘੁੰਮਦੇ ਹੋ ਤੇ ਪ੍ਰੋਬਲਮ ਵਾਸਤੇ ਵੀ ਘੁੰਮੋ। ਬਿਲਕੁਲ। ਤੇ ਹੁਣ ਇਹਨਾਂ ਨੂੰ ਅਸੀਂ ਇਹ ਕਿਹਾ ਵੀ ਕਦੀ ਨਾ ਕਦੀ ਇਹ ਨਾਲੀ ਅਸੀਂ ਜ਼ਰੂਰ ਬਣਾ ਦੇਵਾਂਗੇ। ਕਦੀ ਕਦੋਂ ਨੂੰ? ਯਾਨੀ ਮਹੀਨੇ 2 ਮਹੀਨਿਆਂ ਵਿੱਚ। ਹੁਣ ਪਹਿਲਾਂ ਗਲੀਆਂ ਦਾ ਕੰਮ ਕੰਪਲੀਟ ਕਰਕੇ ਨਾਲੀਆਂ ਸ਼ੁਰੂ ਆ। ਠੀਕ ਹੈ ਹਾਂਜੀ। ਸਹਿਮਤ ਹੋ ਜੀ? ਬਾਕੀ ਪਿੰਡ ਦੇ ਵਿੱਚ ਸਾਰਾ ਕੁਝ ਸਹਿਮਤ ਆ, ਸਾਰਾ ਕੁਝ ਚੱਲਦਾ ਪਿਆ। ਗਲੀਆਂ ਨਾਲੀਆਂ ਇੰਟਰਲੋਕ ਇੱਟਾਂ ਲੱਗ ਗਈਆਂ। ਤੇ ਸਾਡੀ ਨਾਲੀ ਬਾਰੇ ਕੀ ਵਿਚਾਰ ਆ? ਇਹਦੇ ਬਾਰੇ 2 ਮਹੀਨੇ ਅਜੇ ਮਹੀਨਾ ਉਦੋਂ ਬਾਕੀ ਆ ਗੌਰਮੈਂਟ ਦਾ ਹੁਣ ਬੰਦ ਹੋ ਜਾਣਾ ਹਿਸਾਬ ਕਿਤਾਬ। ਤੇ ਮੈਂ ਤੇ ਕਹੂੰਗਾ ਵੀ ਆ ਜਿਹੜਾ ਨਾਲੀ ਬਣਾਉਣੀ ਹੈ ਇੱਥੇ ਬੱਚਿਆਂ ਨੂੰ ਬਾਕੀ ਬੋ ਸੰਘਾਉਣੀ ਹੈ ਤੇ ਮੇਰੇ ਵੱਲੋਂ ਖੁਸ਼ ਹੋਣ। ਦੇਖੋ ਜੀ, ਵੋਟਰਾਂ ਦਾ ਗੁੱਸਾ ਇਸ ਟਾਈਮ ਬਿਲਕੁਲ ਜਾਇਜ਼ ਆ, ਬਿਲਕੁਲ ਜਾਇਜ਼ ਆ। ਅਸੀਂ ਪਾਈਆਂ ਇਸ ਕਰਕੇ ਵੀ ਸਾਨੂੰ ਹੋਰ ਸਰਪੰਚ ਤੇ ਵਿਸ਼ਵਾਸ ਨਹੀਂ, ਆਪਣੇ ਸਰਪੰਚ ਤੇ ਮਾਣ ਸੀ, ਮਾਣ ਕਰਕੇ ਵੋਟਾਂ ਪਾਈਆਂ। ਜੇ ਸਾਨੂੰ ਮਾਣ ਨਾ ਹੁੰਦਾ ਅਸੀਂ ਵੋਟਾਂ ਪਾਉਣੀਆਂ ਨਹੀਂ। ਮੈਂ ਸਾਫ਼ ਦੂਜੇ ਸਰਪੰਚ ਨੂੰ ਸਾਫ਼ ਨਾ ਕਰ ਦਿੱਤੀ ਸੀ। ਮੈਂ ਤਾਂ ਜਿੱਦਾਂ ਮਰਜ਼ੀ ਆਪਾਂ ਗੱਲ ਕਰਦੇ ਪੱਧਰੀ ਸਿੱਧੀ। ਮੈਨੂੰ ਦੂਜੇ ਸਰਪੰਚ ਤੇ ਮਾਣ ਨਹੀਂ, ਉਹਨੂੰ ਮੈਂ ਵੋਟ ਨਹੀਂ ਪਾਈ। ਮੈਂ ਆਪ ਗਿਆ ਇੱਧਰ ਨੂੰ ਵੀ ਵੋਟ ਪਾਉਣੀ ਆ, ਉਹਨਾਂ ਨੂੰ ਪਾਉਣੀ ਆ। ਤੇ ਪਰ ਜੇ ਮੇਰਾ ਕੰਮ ਹੀ ਨਾ ਹੋਊਗਾ, ਕੱਲ ਨੂੰ ਮੈਂ ਕੁੱਤਿਆਂ ਵਾਂਗੂ ਇੱਥੇ ਰੁਲਦਾ ਫਿਰੂੰਗਾ। ਤੇ ਹੁਣ ਬੋਰੇ ਲਿਆਣ ਕੇ ਸੀਮੈਂਟ ਦੇ ਮੈਂ ਆਪ ਕਰਦਾ ਫਿਰਾਂ ਕੰਮ। ਤੇ ਮੈਨੂੰ ਕੀ ਪਿੰਡ ਤੇ ਮਾਣ ਆ ਵੀ ਮੈਂ ਆਪਣੇ ਪਿੰਡ ਦੇ ਅੱਗੇ ਕੋਈ ਗੱਲਬਾਤ ਕਰ ਸਕਦਾ ਜਾਂ ਗੱਲ ਤੇ ਮੇਰੀ ਤੇ ਖੜਿਆ ਕੋਈ। ਇਹ ਉਹਨਾਂ ਨੇ ਕੂੜਾ ਚੱਕ ਕੇ ਤੇ ਇੱਥੇ ਸਿੱਟਦਾ ਸਾਡਾ। ਹਾਂਜੀ, ਉਹ ਮੈਂ ਕਿਹਾ ਕੈਮਰਾ ਜ਼ਰੂਰ ਲਾਉਣਾ ਹਨਾ, ਆਪਾਂ ਪਹਿਲਾਂ ਗੱਲ ਦੱਸ ਦਿੰਨੇ ਆ। ਹਾਂਜੀ, ਕੱਲ ਅਸੀਂ ਜਿਹੜਾ ਸਕੂਲ 'ਚ ਫੰਕਸ਼ਨ ਕੀਤਾ ਉਹਦਾ ਆ, ਅਸੀਂ ਪਿੰਡ ਦੇ ਵਿੱਚ ਰੇੜਾ ਲਾਇਆ ਹੋਇਆ। ਚੌਂਕੀਦਾਰ ਸਾਡਾ ਜਿਹੜਾ ਉਹਦੀ ਡਿਊਟੀ ਆ ਮੈਂ ਲਾਈ ਹੋਈ। ਚੇਤਨਾ ਸਮਾਗਮ ਸਮਾਪਤ ਹੁੰਦੇ ਸਾਰ ਸੋਮਵਾਰ ਨੂੰ ਇਹ ਕੂੜਾ ਜਿਹੜਾ ਕਲੀਅਰ ਹੋਊਗਾ। ਆਪਾਂ ਜਗ੍ਹਾ ਕਹੀਏ ਵੋਟਰਾਂ ਦਾ ਗੁੱਸਾ ਬਿਲਕੁਲ ਜਾਇਜ਼ ਹੈ, ਕਿਉਂਕਿ ਉਹਨਾਂ ਦਾ ਘਰ ਅੱਗੇ ਆ। ਉਹਨਾਂ ਨੇ ਕਹਿਣਾ ਕਿ ਇਹ ਕੂੜਾ ਨਹੀਂ ਹੋਣਾ ਚਾਹੀਦਾ। ਉਹ ਆਪਣੀ ਜਗ੍ਹਾ ਸਟੈਂਡ ਆ, ਸਹੀ ਆ। ਗਲਤੀ ਇਹਨਾਂ ਦੀ ਆ, ਇੱਕ ਸਕੂਲ ਵਰਕਰਾਂ ਦੀ ਆ ਜਿਹੜੇ ਕੂੜਾ ਛੱਡਦੇ ਆ। ਦੇਖੋ ਇਹ ਜਿਹੜਾ ਕੂੜਾ, ਕਿਉਂਕਿ ਫੰਕਸ਼ਨ ਹੋਇਆ, ਫੰਕਸ਼ਨ ਕੱਲ੍ਹ ਹੀ ਸੀਗਾ 9 ਤਰੀਕ ਨੂੰ। ਉਸ ਤੋਂ ਬਾਅਦ ਇਹ ਬਾਕੀ ਮੈਂ ਇਹ ਗੱਲ ਫੇਰ ਕਹੂੰਗਾ ਕਿ ਜਦੋਂ ਅਸੀਂ ਰੇੜਾ ਤਿਆਰ ਕੀਤਾ, ਉਸ ਤੋਂ ਬਾਅਦ ਮੈਂ ਪਿੰਡ ਦੇ ਬੰਦਿਆਂ ਨੂੰ ਇਹ ਵੀ ਕਿਹਾ ਵੀ ਭਾਈ ਤੁਸੀਂ ਸਾਨੂੰ ਦੱਸੋ, ਜੇ ਤੁਹਾਡੇ ਕੋਲੋਂ ਲਿਫਾਫਾ ਨਹੀਂ ਖਰੀਦ ਹੁੰਦਾ, ਮੈਂ ਪਿੰਡ ਵਾਲਿਆਂ ਨੂੰ ਲਿਫਾਫੇ ਖਰੀਦ ਦਿੰਨਾ। ਇੱਕ ਪੰਚ ਦੀ ਡਿਊਟੀ ਲਾ ਦਿੰਨਾ, ਉਹਦੇ ਕੋਲ ਇਸ ਪੰਚ ਕੋਲ ਲਿਫਾਫੇ ਹੋਣਗੇ, ਤੁਸੀਂ ਉਹਦੇ ਕੋਲੋਂ ਚੱਕ ਕੇ ਲੈ ਜਾਓ। ਜਿਹਦੇ ਕੋਲ ਲਿਫਾਫਿਆਂ ਲਈ ਪੈਸਾ ਖਰਚਣ ਨੂੰ ਨਹੀਂ ਹੈਗਾ, ਅਸੀਂ ਉਹਨੂੰ ਲਿਫਾਫੇ ਦੇਵਾਂਗੇ। ਗਿੱਲਾ ਕੂੜਾ ਸੁੱਕਾ ਕੂੜਾ ਵੱਖਰੇ ਵੱਖਰੇ ਲਿਫਾਫੇ 'ਚ ਪਾਓ। ਅਸੀਂ ਡੰਪ ਬਣਾਉਣ ਜਾ ਰਹੇ ਹਾਂ। ਔਰ ਮੈਨੂੰ ਇਸ ਗੱਲ 'ਤੇ ਮਾਣ ਆ, ਜਿਹੜੇ ਬੰਦਿਆਂ ਦੇ ਥੱਲੇ ਉਹ ਜ਼ਮੀਨ ਆ ਸਾਡੀ ਹੈ ਨਾ, ਜਿੱਥੇ ਅਸੀਂ ਡੰਪ ਬਣਾਉਣਾ, ਉਹ ਮੈਨੂੰ ਕਹਿੰਦੇ ਵੀ ਜਦੋਂ ਤੁਸੀਂ ਕਹੋਗੇ ਅਸੀਂ ਛੱਡ ਦਿਆਂਗੇ, ਉਹਨਾਂ ਚਿਰ ਅਸੀਂ ਪਾਉਂਦੇ ਹਾਂ। ਠੀਕ ਹੈ ਜੀ। ਉਹ ਅਸੀਂ ਜ਼ਮੀਨ ਵੀ ਛਡਾ ਰਹੇ ਹਾਂ। ਕੱਲ੍ਹ ਨੂੰ ਮੈਂ ਇੱਕ ਮੀਟਿੰਗ ਲੈ ਰਿਹਾ ਪਿੰਡ ਦੀ। ਬੇਸ਼ੱਕ ਮੇਰਾ ਵਿਦੇਸ਼ ਵਸਦਾ ਪਰਿਵਾਰ ਜਾਂ ਇੱਥੇ ਵਸਦਾ ਪਰਿਵਾਰ ਮੈਨੂੰ ਇਹ ਗੱਲ ਕਹਿੰਦਾ, ਮੈਂ ਮੀਟਿੰਗ ਲੈ ਰਿਹਾ ਵੀ ਕੱਲ੍ਹ ਨੂੰ ਇਹ ਜਿਹੜੇ ਨੰਬਰ ਮੈਂ ਛਡਵਾ ਰਿਹਾ, ਕੋਈ ਵੀ ਬੰਦਾ ਇਹ ਦਾਅਵਾ ਨਾ ਕਰੇ ਇਹ ਸਾਡੀ ਆ ਜੀ, ਹੈ ਨਾ। ਹੁਣ ਸਾਡਾ ਇੱਕ 33 ਨੰਬਰ ਆ ਜਿਹਦੇ ਉੱਤੇ ਬਿਲਕੁਲ ਨਜਾਇਜ਼ ਬੈਕਅਪ ਬੋਰਡ ਵਾਲੇ ਤੋਂ ਦਾਅਵੇ ਕਰਾਏ ਜਾਂਦੇ ਆ ਵੀ ਇਹ ਸਾਡਾ ਆ ਜੀ, ਇਹ ਸਾਡਾ ਆ। ਬੈਕਅਪ ਬੋਰਡ ਦੀ ਪਿੰਡ ਆਲਮਗੀਰ ਦੇ ਵਿੱਚ ਕੇਵਲ 35 ਨੰਬਰ, ਬੇਸ਼ੱਕ ਤੁਸੀਂ ਇਹਨੂੰ ਆਪਣੇ ਚੈਨਲ 'ਤੇ ਚਲਾਓ, ਬੈਕਅਪ ਬੋਰਡ ਦਾ ਇੱਕ 35 ਨੰਬਰ ਆ। ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ। 35 ਨੰਬਰ ਕਿਹਦੇ ਕੋਲ ਆ, ਕਿਹਦੇ ਕਬਜ਼ੇ ਵਿੱਚ ਆ। ਕੇਵਲ 10 ਮਰਲੇ ਉਹ ਕਬਰਾਂ ਦੀ ਜਗ੍ਹਾ ਆ ਬੈਕਅਪ ਬੋਰਡ ਦੀ, ਉੱਤੇ ਲਿਖਿਆ ਮਸਾਨ ਆ। ਜਦੋਂ ਵੀ ਕੋਈ ਮੇਰੇ ਨਾਲ ਕੰਪਿਊਟਰ 'ਤੇ ਬੈਠ ਕੇ ਕੰਮ ਕਰਨਾ ਚਾਹੇ ਮੈਂ ਉਹਨੂੰ ਦਿਖਾ ਸਕਦਾ। ਕੇਵਲ ਬੈਕਅਪ ਬੋਰਡ ਦਾ 10 ਮਰਲੇ ਥਾਂ ਆ ਸਾਡੇ ਪਿੰਡ ਵਿੱਚ। ਬਾਕੀ 33 ਨੰਬਰ ਜਿਹੜਾ ਆ ਤਕਰੀਬਨ ਉਹ 24 ਕਨਾਲ ਥਾਂ ਬਣਦਾ, ਜੋ ਹੁਣ ਦੀ ਸਰਕਾਰ ਨੇ ਫੈਸਲਾ ਕੀਤਾ, ਜਿਹੜਾ ਕਬਜ਼ਾ ਧਾਰੀ ਉਹਦਾ। ਠੀਕ ਹੈ ਨਾ। ਉਹ ਜਿਸ ਬੰਦੇ ਦੇ ਨਾਂ 'ਤੇ ਬੋਲਦਾ ਉਹ ਸਾਡੇ ਪਿੰਡ ਤੋਂ ਬਾਹਰਲਾ ਬੰਦਾ ਆ। ਔਰ ਮੈਂ ਉਹਦੀ ਇਨਕੁਆਇਰੀ ਕਰਵਾਈ ਆ। ਕੱਲ੍ਹ ਵੀ ਮੈਂ ਉਹਦੇ ਪਿੰਡ ਗਿਆ ਹੋਇਆ ਸੀ ਵੀ ਉਹਦੀ ਡੈਥ ਹੋ ਚੁੱਕੀ ਆ। ਸਹਿਮਤ ਹੋਏ ਤੁਹਾਡੀਆਂ ਜਿਹੜੀਆਂ ਮੰਗਾਂ ਭਰਾ ਦੀਆਂ, ਆਪਣੀ ਸਮੂਹ ਪੰਚਾਇਤ ਸਾਡੇ ਨਾਲ ਖੜੀ ਆ। ਆਪਾਂ ਦੱਸਤਾ ਉਹਨਾਂ ਨੂੰ ਕਿ ਤੁਸੀਂ ਆਪਣੀ ਜਗ੍ਹਾ ਸਹੀ ਸਟੈਂਡ ਕਰਦੇ ਹੋ, ਜੋ ਤੁਹਾਡੀਆਂ ਜਾਇਜ਼ ਮੰਗਾਂ ਉਹ ਪੂਰੀਆਂ ਕੀਤੀਆਂ ਜਾਣ। ਸਹਿਮਤ ਹੋ ਇਸ ਗੱਲ ਨਾਲ? ਬਿਲਕੁਲ
ਬਿਲਕੁਲ ਸਹਿਮਤੀ। ਆਉਣ ਵਾਲੇ ਟਾਈਮ ਦੇ ਵਿੱਚ ਕੋਈ ਤੁਹਾਡੇ ਘਰ ਮੂਹਰੇ ਕੂੜਾ ਵੀ ਨਹੀਂ ਹੋਊਗਾ ਔਰ ਤੁਹਾਡੀਆਂ ਜਿਹੜੀਆਂ ਗਲੀਆਂ ਨਾਲੀਆਂ ਦਾ ਕੰਮ ਰਹਿੰਦਾ ਉਹ ਵੀ ਹੋ ਜਾਣਾ। ਜ਼ਰੂਰ, ਠੀਕ ਹੈ ਜੀ। ਫਿਰ ਤਾਂ ਆਪਾਂ ਸ਼ੁਕਰੀਆ ਅਦਾ ਕਰਦੇ ਹਾਂ, ਪਿੰਡ ਵਾਲਿਆਂ ਦਾ ਪੂਰਾ ਸਹਿਯੋਗ ਦੇਵਾਂਗੇ, ਪੂਰੇ ਉਹਨਾਂ ਦੇ ਨਾਲ ਚੱਲਾਂਗੇ। ਤੇ ਅਸੀਂ ਤਾਂ ਸ਼ੁਰੂ ਤੋਂ ਪਿੰਡ ਵਾਲਿਆਂ ਦੇ ਨਾਲ ਸੀ, ਪਰ ਥੋੜਾ ਜਿਹਾ ਇਹਨਾਂ ਕਹੀਏ ਪੰਚਾਇਤ ਮੈਂਬਰਾਂ ਨੇ ਜਾਂ ਸਰਪੰਚਾਂ ਨੇ ਉਹਨਾਂ ਥੋੜਾ ਜਿਹਾ ਪਿੱਛੇ ਕਰ ਦਿੱਤਾ ਸੀ। ਤੇ ਪਰ ਹੁਣ ਇੱਕ ਠੋਕ ਕੇ ਕਹਿੰਦੇ ਆ ਵੀ ਨਾਲ ਚੱਲਾਂਗੇ, ਤੇ ਜੇ ਕੋਈ ਪਿੱਛੇ ਹਟਾਉਣਾ ਚਾਹੂਗਾ ਤੇ ਉਹਦਾ ਸਿਰ ਅਸੀਂ ਕੁਚਲ ਕੇ ਦਿਖਾਵਾਂਗੇ। ਹਾਂਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਛੱਪੜ ਤੇ ਖੜਿਆ ਇਹ ਗੱਲ ਦੱਸੀ ਸੀ ਵੀ ਸਾਡੇ ਪਿੰਡ ਦੀ ਜਿਹੜੀ ਸਪਲਾਈ ਆ ਪਾਣੀ ਦੀ, ਉਹਨੂੰ ਅਸੀਂ ਛੱਪੜ ਤੇ ਲੈ ਕੇ ਆਉਣਾ ਚਾਹੁੰਦੇ ਆ ਤੇ ਥਾਪੜ ਮਾਡਲ ਸਿਸਟਮ ਦੇ ਵਿੱਚ ਪਾ ਕੇ ਸਾਰੇ ਪਿੰਡ ਦਾ ਜਿਹੜਾ ਗੰਦਾ ਪਾਣੀ ਆ ਉਹਨੂੰ ਟਰਮੀਨੇਟ ਕਰਕੇ ਉਸ ਜਗ੍ਹਾ ਤੇ ਅਸੀਂ ਵਰਤਾਂਗੇ। ਇਹ ਜਿਹੜੇ ਕੰਮ ਆ ਅਸੀਂ ਇੱਥੋਂ ਪਾਈਪ ਲਾਈਨ ਪਾ ਕੇ ਇਹਨਾਂ ਨੂੰ ਇੱਥੇ ਹੌਦੀ ਦਿੱਤੀ ਜਾਊਗੀ। ਉਸ ਹੌਦੀ ਦੇ ਵਿੱਚ ਇਹਨਾਂ ਦਾ ਗੰਦ ਇਹਨਾਂ ਦੇ ਘਰ ਦੇ ਮੋਹਰੇ ਹੀ ਰਹੇਗਾ ਤੇ ਸਾਡਾ ਜਿਹੜਾ ਸਵੀਪਰ ਆ ਉਹ ਚੱਕੂਗਾ। ਇਹ ਅਸੀਂ ਅਗਲੇ ਸਾਲ ਵਿੱਚ, ਜਿਵੇਂ ਮੈਂ ਤੁਹਾਨੂੰ ਸਕੂਲ ਦੇ ਅੰਦਰ ਦੱਸਿਆ, ਸਾਡੀ ਅਗਲੀਆਂ ਪ੍ਰਪੋਜ਼ਲ ਦੇ ਵਿੱਚ ਇਹ ਸ਼ਾਮਲ ਆ। ਇਹ ਜਿਹੜੀ ਪੰਚਾਇਤ ਆ 31 ਦਸੰਬਰ 2023 ਤੱਕ ਆ। ਇਸ ਪੰਚਾਇਤ ਦੇ ਵਿੱਚ ਅਸੀਂ ਇਹ 3 ਕੰਮ ਵੱਡੇ ਕਰਨੇ ਆ। ਉਸਤਾਦ ਜੀ, ਇਹ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਦੋਂ ਹੋਈ ਸੀ ਇਹ ਦੱਸੋ। ਇਸ ਗੁਰਦੁਆਰਾ ਸਾਹਿਬ ਦੀ ਜਿਹੜਾ ਗੁਰਮਤਿ ਚੇਤਨਾ ਦਾ ਸਥਾਪਨਾ ਹੈ ਸਮਾਗਮ ਆ, ਉਹ ਕਦੋਂ ਤੋਂ ਕਰਾਇਆ ਜਾ ਰਿਹਾ ਔਰ ਕੀ ਵਿਸ਼ੇਸ਼ਤਾ ਉਹਦੀ? ਇਸ ਤਰ੍ਹਾਂ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਸਥਾਪਨਾ ਆ, ਦੋਨਾਂ ਪਿੰਡਾਂ ਦਾ ਇਹ ਸਾਂਝਾ ਗੁਰੂ ਘਰ ਆ। ਇਸ ਲਈ ਸਾਡੇ ਸਵਰਗੀ ਸਰਦਾਰ ਲਸ਼ਕਰ ਸਿੰਘ ਜੀ ਨੇ ਜ਼ਮੀਨ ਦਿੱਤੀ। ਕੁਝ ਸਾਡੇ ਜਿਹੜੇ ਬਾਕੀ ਦੇ ਵੀਰ ਨੇ ਉਹਨਾਂ ਨੂੰ ਜਿਹੜੀ ਜ਼ਮੀਨ ਦੀ ਕਾਟਣ ਲਈ ਨੇੜੇ ਥਾਂ ਮਿਲੇ ਸੀ, ਉਹ ਥਾਂ ਦਿੱਤੇ ਗਏ। ਇਹ ਗੁਰਦੁਆਰਾ ਸਥਾਪਿਤ ਹੋਇਆ। ਲਗਭਗ 50 ਸਾਲ ਇਸ ਗੁਰਦੁਆਰੇ ਦੀ ਸਥਾਪਨਾ ਹੋਈ ਨੂੰ ਹੋਏ ਨੇ। ਇਹ ਸਮਾਗਮ ਜਿਹੜਾ ਪਹਿਲਾਂ ਅਸੀਂ ਅੰਦਰ ਸਮਾਗਮ ਕਰਾਉਂਦੇ ਆ, ਪਰ ਆਹ ਗੁਰਮਤਿ ਚੇਤਨਾ ਸਮਾਗਮ ਜਿਵੇਂ ਤੁਸੀਂ ਪਿੱਛੇ ਪੜ੍ਹ ਹੀ ਰਹੇ ਹੋ, ਇਹ 400 ਸਾਲਾ ਪ੍ਰਕਾਸ਼ ਪੁਰਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਸ ਸਾਲ ਵਿੱਚ ਸੀ। ਇਸੇ ਤਰ੍ਹਾਂ ਵੱਖ-ਵੱਖ ਸ਼ਤਾਬਦੀਆਂ, ਬਬਰ ਅਕਾਲੀ ਲਹਿਰ ਦੀ 100 ਸਾਲਾ, ਗੁਰਦੁਆਰਾ ਪ੍ਰਬੰਧ ਸੁਧਾਰ ਦੀ 100 ਸਾਲਾ, ਨਨਕਾਣਾ ਸਾਹਿਬ ਦਾ 100 ਸਾਲਾ। ਸਭ ਤੋਂ ਵੱਡੀ ਗੱਲ ਕਿਸਾਨ ਮਜ਼ਦੂਰ ਏਕਤਾ ਮੋਰਚਾ ਜੋ ਆਪਣੇ ਹੱਕਾਂ ਲਈ ਸੰਘਰਸ਼ ਸ਼ੁਰੂ ਸੀ, ਜੋ 26 ਨਵੰਬਰ ਤੋਂ ਪੱਕਾ ਮੋਰਚਾ ਦਿੱਲੀ ਦੇ ਬਾਰਡਰਾਂ 'ਤੇ ਲਾਇਆ ਗਿਆ। ਉਸ ਵਿੱਚ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। 1971 ਵਿੱਚ ਜਿਹੜੇ ਜੀ ਸਾਡੇ ਤੋਂ ਵਿਛੜੇ ਉਸ ਸਮੇਂ ਨੂੰ 50 ਸਾਲ ਹੋ ਰਹੇ ਨੇ। ਇਸ ਸਾਰਿਆਂ ਸ਼ਹੀਦਾਂ ਦੀ ਯਾਦ ਵਿੱਚ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ। ਇਹ ਗੁਰਮਤਿ ਚੇਤਨਾ ਸਮਾਗਮ ਪ੍ਰੋਗਰਾਮ ਉਲੀਕਿਆ, ਜਿਹਦੇ ਵਿੱਚ ਜਿੱਥੇ ਵੱਖ-ਵੱਖ ਬੁਲਾਰੇ ਵਿਦਵਾਨ ਸਾਹਿਬਾਨ ਸੰਗਤਾਂ ਦੇ ਦਰਸ਼ਨ ਕਰਨਗੇ, ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ 5 ਪਿਆਰੇ ਸਾਹਿਬਾਨ ਪਹੁੰਚ ਕੇ ਅੰਮ੍ਰਿਤ ਵਿਲਾਖੀਆਂ ਨੂੰ ਖੰਡੇ ਕੀ ਪੌਲ ਬਖਸ਼ਣਗੇ, ਅੰਮ੍ਰਿਤ ਛਕਾਉਣਗੇ। ਅਤੇ ਇਹ ਜੋ ਜਿਸ ਧਰਤੀ 'ਤੇ ਆਪਾਂ ਖੜ੍ਹੇ ਹਾਂ ਗੁਰਦੁਆਰਾ ਸਾਹਿਬ ਦੇ ਬਾਹਰ ਫਰੰਟ 'ਤੇ, ਇਸ ਵਿੱਚ ਜੋ ਹੈ ਉਹ ਵੱਡੀ ਪਾਰਕ ਬਣਾਈ ਜਾਏਗੀ ਜੋ ਗੱਡੀਆਂ ਪਾਰਕਿੰਗ ਲਈ ਹੋਏਗੀ। ਔਰ ਇਹਦੇ ਜਿਹੜੀਆਂ ਪਹਿਲੀਆਂ 5 ਇੱਟਾਂ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ 5 ਪਿਆਰੇ ਸਾਹਿਬਾਨ ਕੱਲ੍ਹ ਨੂੰ ਧਰਨਗੇ। ਇਹ ਜਿਹੜਾ ਦ੍ਰਿਸ਼ ਦੇਖ ਰਹੇ ਹੋ ਤੁਸੀਂ, ਇਹ ਦ੍ਰਿਸ਼ ਤਾਂ ਨਹੀਂ ਹੈਗਾ। ਇੱਕ ਪਾਣੀ ਦਾ ਜਿਹੜੇ ਕੁਛ ਘਰ ਵਾ ਜਿਨ੍ਹਾਂ ਦਾ ਪਾਣੀ ਦਾ ਨਿਕਾਸੀ ਦਾ ਕਿਤੇ ਵੀ ਇੰਤਜ਼ਾਮ ਨਹੀਂ ਹੈਗਾ, ਉਹ ਪਾਣੀ ਜਿਹੜਾ ਕਿਸੇ ਦੇ ਖੇਤ 'ਚ ਪੈ ਰਿਹਾ ਹੈ। ਇਹਨਾਂ ਦਾ ਕਹਿਣਾ ਕਿ ਪੰਚਾਇਤ ਨੂੰ ਕਾਫੀ ਵਾਰੀ ਕਿਹਾ, ਕਾਫੀ ਪੰਚਾਇਤਾਂ ਆ ਗਈਆਂ, ਕਾਫੀ ਚਲ ਗਈਆਂ, ਪਰ ਇਹਨਾਂ ਦੀ ਸਮੱਸਿਆ ਜਿਹੜੀ ਕਿਸੇ ਨੇ ਹੱਲ ਨਹੀਂ ਕੀਤੀ। ਤੇ ਇਹਨਾਂ ਦੀ ਰੋਜ਼ ਖੇਤ ਵਾਲਿਆਂ ਨਾਲ ਲੜਾਈ ਹੁੰਦੀ ਆ, ਅਗਲਾ ਰੋਕਦਾ ਕਿ ਨਹੀਂ ਤੁਸੀਂ ਇੱਥੇ ਪਾਣੀ ਨਹੀਂ ਪਾਉਣਾ। ਬਾਕੀ ਇਹਨਾਂ ਦਾ ਕੀ ਕਹਿਣਾ ਆ? ਕੀ ਨਾਮ ਜੀ ਆਪਣਾ? ਮੇਰਾ ਨਾਮ ਸਰਾਜਦੀਨ ਹੈ ਜੀ। ਸਰਾਜਦੀਨ ਜੀ, ਕਿੰਨੇ ਚਿਰ ਤੋਂ ਰਹਿ ਰਹੇ ਹੋ ਤੁਸੀਂ? ਅਸੀਂ ਇੱਥੇ 2010 ਦੇ ਆਏ ਹਾਂ ਜੀ। ਵੋਟਾਂ ਹੈਗੀਆਂ ਜੀ? ਸਾਡੀਆਂ 12-13 ਵੋਟਾਂ ਹੈ ਜੀ। ਤੇ ਇਹ ਪਾਣੀ ਜਿਹੜਾ ਤੁਹਾਡਾ ਹੈਗਾ ਗੰਦਾ, ਇਹ ਕਿੱਥੇ ਪੈ ਰਿਹਾ? ਇਹ ਖੇਤ ਵਿੱਚ ਪੈ ਰਿਹਾ ਜੀ, ਜ਼ਿਮੀਂਦਾਰ ਦੇ ਵਿੱਚ। ਇੱਥੋਂ ਤਕਰੀਬਨ ਸਾਨੂੰ ਜਦੋਂ ਵੀ ਆ ਪਾਣੀ ਭਰ ਜਾਂਦਾ ਹੈ ਤੇ ਖੇਤ 'ਚ ਪੈਂਦਾ ਤੇ ਬਹੁਤ ਇੱਥੇ ਨਾ ਆ ਕੇ ਬੋਲਦੇ ਆ। ਜ਼ਿਮੀਂਦਾਰ ਦੀ ਗਲਤੀ ਨਹੀਂ, ਗਲਤੀ ਤੁਹਾਡੀ ਆ। ਗਲਤੀ ਤੁਹਾਡੀ ਆ, ਉਹਨਾਂ ਨੇ ਬੋਲਣਾ। ਤੁਸੀਂ ਪੰਚਾਇਤ ਨੂੰ ਕੋਈ ਲਿਖਤੀ ਰੂਪ 'ਚ ਦਿੱਤਾ ਨਹੀਂ, ਕੁਝ ਕਿਹਾ ਨਹੀਂਗਾ? ਬਹੁਤ ਵਾਰੀ ਕਿਹਾ ਜੀ, ਪੰਚਾਇਤ ਨੇ ਮੰਨਿਆ ਵੀ ਹੈਗਾ ਵੀ ਅਸੀਂ ਨਾਲਾ ਬਣਾ ਕੇ ਦਿਆਂਗੇ, ਤੁਹਾਡਾ ਪਾਣੀ ਕੱਢ ਕੇ ਦਿਆਂਗੇ। ਪੰਚਾਇਤ ਨੇ ਕੰਮ ਕੀਤਾ, ਆਹ ਸੜਕ ਬਣਾਈ ਹੈ ਤੇ ਭਈ ਸਾਨੂੰ ਮਗਰੋਂ ਹੀ ਪੈਸਾ ਨਹੀਂ ਕੋਈ ਸਰਕਾਰ ਵੱਲੋਂ ਆ ਰਿਹਾ ਵੀ ਅਸੀਂ ਆਪਣੇ ਕੋਲੋਂ ਕਿੱਥੋਂ ਬਣਾ ਦਈਏ। ਪੰਚਾਇਤ ਵਧੀਆ ਕੰਮ ਕਰ ਰਹੀ ਹੈ ਮਗਰ ਸਰਕਾਰ ਵੱਲੋਂ ਪੈਸਾ ਨਹੀਂ ਆ ਰਿਹਾ। ਤੇ ਕੋਈ ਬੇਨਤੀ ਹੈ ਸਰਕਾਰਾਂ ਨੂੰ ਤੁਹਾਨੂੰ? ਸਾਡੀ ਇਹੀ ਬੇਨਤੀ ਹੈ ਕਿ ਸਾਡਾ ਇੱਕ ਇਹ ਨਾਲਾ ਬਣਾਇਆ ਜਾਵੇ। ਸਾਨੂੰ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਆ, ਬੱਚੇ ਸਕੂਲੇ ਜਾਂਦੇ ਆ, ਬਾਲਟੀਆਂ ਲੈ ਕੇ ਨਹਾਉਣਾ ਪੈਂਦਾ ਹੈ। ਕੀ ਨਾਮ ਤੁਹਾਡਾ? ਹਰਜੋਤ ਸਿੰਘ। ਹਰਜੋਤ ਸਿੰਘ ਜੀ, ਜਿਹੜੀ ਪਿੰਡ ਦੀ ਪੰਚਾਇਤ ਨੌਜਵਾਨਾਂ ਵਾਸਤੇ ਕੁਛ ਕੀਤਾ ਉਹਨਾਂ ਨੇ?
ਹਾਂਜੀ ਨੌਜਵਾਨਾਂ ਲਈ ਬਹੁਤ ਕੁਝ ਕੀਤਾ। ਪਿੰਡ ਦੇ ਵਿੱਚ ਜਿਮ ਖੋਲ੍ਹੀ ਆ, ਜਿਮ ਦੇ ਵਿੱਚ ਬਹੁਤ ਸਮਾਨ ਆ। ਪਹਿਲੋਂ ਔਰ ਜਿਹੜੇ ਇੱਥੇ ਦੇ ਨੌਜਵਾਨ ਸੀ ਉਹ ਦੂਜੇ ਪਿੰਡਾਂ 'ਚ ਜਾਂਦੇ ਹੁੰਦੇ ਸੀਗੇ ਔਰ ਪੈਸੇ ਦੇ ਕੇ ਜਾਂਦੇ ਸੀ ਜਿੰਮਾਂ ਦੇ ਵਿੱਚ, ਬਟ ਹੁਣ ਪਿੰਡ ਦੇ ਵਿੱਚ ਫ੍ਰੀ ਜਿਮ ਆ। ਆਲੇ ਦੁਆਲੇ ਦੇ ਵੀ ਨੌਜਵਾਨ ਆਉਂਦੇ ਆ ਪਿੰਡਾਂ ਦੇ ਵਿੱਚ, ਇਸ ਕਰਕੇ ਬਹੁਤ ਵਧੀਆ ਕੰਮ ਹੋਇਆ ਜਿਮ ਦਾ ਵੀ। ਕਿੱਦਾਂ ਮਹਿਸੂਸ ਹੈ? ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਜਿਹੜੇ NRI ਵੀਰ ਸਾਡੀ ਹੈਲਪ ਕਰਦੇ ਆ ਨਾ, ਅਗਰ ਮੈਂ ਕਹਿੰਦਾ ਪੰਜਾਬ ਸਰਕਾਰ ਦਾ ਨਾਂ ਵਿੱਚੋਂ ਕ੍ਰਾਸ ਕਰਕੇ ਕਾਂਟਾ ਵਰ ਕੇ ਸੜਤਾ ਜਾਵੇ ਨਾ ਇੱਧਰ ਨਾਲੀ ਦੇ ਵਿੱਚ, ਉਹ ਵਾਲਾ ਕੰਮ ਆ। ਤੇ ਜੇ ਸਾਡੇ NRI ਵੀਰ ਇਕੱਲੇ ਸੰਭਾਲ ਲੈਣ ਨਾ ਪੰਜਾਬ ਨੂੰ, ਤੇ ਮੈਨੂੰ ਲੱਗਦਾ ਸੋਨੇ ਤੇ ਸੁਹਾਗਾ ਆ, ਸੋਨੇ ਦੀ ਚਿੜੀ ਬਣਨ ਨੂੰ ਥੋੜੇ ਦਿਨ ਹੀ ਲੱਗਣੇ ਆ। ਦੇਖੋ ਇਹਦੇ ਪਿੰਡ ਵਿੱਚ ਦੇਖੋ ਜਿੱਦਾਂ ਇਹ ਪਿੰਡ ਉਜੜਿਆ ਸੀਗਾ 71 ਦੀ ਲੜਾਈ ਦੇ ਵਿੱਚ, ਬੜੀ ਬੁਰੀ ਕੰਡੀਸ਼ਨ ਸੀ ਇੱਥੇ। ਅਗਰ NRI ਵੀਰ ਇਸ ਪਿੰਡ ਦੀ ਬਾਂਹ ਨਾ ਫੜਦੇ, ਨਾ ਮਦਦ ਕਰਦੇ, ਤੇ ਦੁਬਾਰਾ ਪਿੰਡ ਪੈਰਾਂ ਤੇ ਆਉਂਦਾ। ਕਮਲਜੀਤ, ਮੈਨੂੰ ਨਾ ਇਹ ਵਾਕਿਆ ਚੇਤਾ ਆਉਂਦਾ ਆ ਵੀ ਜਾਪਾਨ ਦੇ ਵਿੱਚ ਨਾਗਾਸਾਕੀ ਹੀਰੋਸ਼ੀਮਾ ਵਿੱਚ ਬੰਬ ਸੱਟਿਆ ਸੀਗਾ ਨਾ, ਤੇ ਮੈਂ ਉਹਨਾਂ ਨਾਲ ਕੰਪੈਰੀਜ਼ਨ ਕਰਦਾ ਇਹਦਾ ਪਿੰਡ ਦਾ ਇਸ ਵੇਲੇ, ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਆਪਣਾ ਇੰਪਲੀਮੈਂਟ ਕਰਕੇ ਆਪਣੇ ਆਪ ਨੂੰ ਕਿੰਨੀ ਛੇਤੀ ਪੈਰਾਂ ਤੇ ਲੈ ਆਂਦਾ, ਇਸ ਪਿੰਡ ਨੇ ਵੀ ਬਹੁਤ ਛੇਤੀ ਰਿਕਵਰ ਕੀਤਾ ਆਪਣੇ ਆਪ ਨੂੰ। ਪਰ ਸਰਕਾਰਾਂ ਦਾ ਇਹਦੇ ਵਿੱਚ ਕੋਈ ਨਾ ਮੈਨੂੰ ਜ਼ਿਆਦਾ ਸਹਿਯੋਗ ਨਹੀਂ ਦਿੰਦਾ ਜਿੰਨਾ ਇੱਥੇ NRI ਦਾ ਦਿਸਦਾ ਪਿਆ ਆ। ਜਦ ਕਿ ਇੰਪਲੀਮੈਂਟ ਜਿਹੜੀ ਚੀਜ਼ ਹੋਣੀ ਚਾਹੀਦੀ ਆ ਉਹ ਸਿਰਫ ਕਾਗਜ਼ਾਂ 'ਚ ਹੁੰਦੀ ਪਈ ਆ, ਤੇ ਜਿਹੜਾ ਗਰਾਊਂਡ ਲੈਵਲ ਤੇ ਦੇਖਿਆ ਜਾਂਦਾ ਉਹ ਸਾਰਾ NRI ਕਰਦੇ ਆ। ਆਪਾਂ ਇੱਕ ਚੀਜ਼ ਸਿੱਖੀ ਇਸ ਪਿੰਡ ਤੋਂ ਕਿ ਅਗਰਵਾਈਜ਼ ਸਰਕਾਰਾਂ ਜਿੱਦਾਂ NRI ਵੀਰਾਂ ਨੇ ਸਹਿਯੋਗ ਬੜਾ ਕੀਤਾ, ਅਗਰ ਸਰਕਾਰਾਂ ਮੋਢੇ ਨਾਲ ਮੋਢਾ ਲਾ ਕੇ ਚੱਲਣ NRI ਵੀਰਾਂ ਦੇ ਨਾਲ, ਤੇ ਪਿੰਡਾਂ ਦੀ ਜਿਹੜੀ ਸਥਿਤੀ ਉਹ ਕਿਤੇ ਦੀ ਕਿਤੇ ਪਹੁੰਚ ਹੈ। ਗੱਲ ਇੱਥੇ ਖੜ ਜਾਣੀ ਆ ਕੇ ਸਾਰੀ ਫਿਰ ਕਰਪਸ਼ਨ ਤੇ। ਜਿਹੜੇ ਚੋਰ ਬਜ਼ਾਰੀ ਆ ਨਾ ਸਾਡੇ ਜਿਹੜੇ ਖੂਨ ਦੇ ਵਿੱਚ ਰਚੀ ਹੋਈ ਆ, ਇਹਨੂੰ ਖਤਮ ਕਰਨ ਨੂੰ ਬਹੁਤ ਸਮਾਂ ਲੱਗਣਾ। ਇਮਾਨਦਾਰੀ, ਸਹਿਣਸ਼ੀਲਤਾ ਤੇ ਨਿਮਰਤਾ ਭਾਵ ਜਿਹੜਾ ਆਉਣਾ ਨਾ, ਉਹ ਬੰਦੇ ਦੇ ਵਿੱਚ ਸੁਭਾਵਿਕ ਨਹੀਂ ਹੁੰਦਾ, ਉਹ ਤਾਂ ਸਮੇਂ ਦੇ ਹਾਲਾਤ ਉਹਨੂੰ ਕਰ ਦਿੰਦੇ ਆ ਜਾਂ ਆ ਜਾਂਦਾ ਆ। ਨਹੀਂ ਤਾਂ ਹਰ ਬੰਦਾ ਇਹ ਇਸ ਵੇਲੇ ਇਹੀ ਸੋਚਦਾ ਆ ਵੀ ਆਪਣਾ ਫਨ ਚੱਕੀ ਫਿਰਦਾ, ਉਹ ਵੀ ਮੈਂ ਕਿਸ ਵੇਲੇ ਕਿਹਨੂੰ ਡੰਗਣਾ ਆ, ਤੇ ਮੈਂ ਕਿਹਦਾ ਪੈਸਾ ਹੜੱਪਣਾ, ਮੈਂ ਕਿਹਦੀ ਜ਼ਮੀਨ ਹੜੱਪਣੀ ਆ, ਜਾਂ ਮੈਂ ਵਕਫ ਬੋਰਡ ਦੀ ਡੱਪਣੀ ਆ, ਜਾਂ ਮੈਂ ਸਰਕਾਰੀ ਪੰਚਾਇਤੀ ਜ਼ਮੀਨ ਡੱਪਣੀ ਆ। ਹਰ ਬੰਦਾ ਇਹੀ ਸੋਚਦਾ ਪਿਆ ਮੈਂ ਕਿਸੇ ਨਾ ਕਿਸੇ ਇੰਟਰੈਕਟਿਵ ਤਰੀਕੇ ਨਾਲ ਫਟਾਫਟ ਇੰਨਾ ਅਮੀਰ ਹੋ ਜਾਵਾਂ ਵੀ ਸਾਰੇ ਲੋਕ ਮੈਨੂੰ ਸੁਣਨ, ਹੋਰ ਕਿਸੇ ਨੂੰ ਨਾ ਸੁਣਨ। ਕਹਿਣ ਦਾ ਭਾਵ ਹੈ ਕਿ ਅਗਰ ਪੰਚਾਇਤਾਂ ਤੇ ਸਰਕਾਰਾਂ ਪ੍ਰੋਪਰਲੀ ਕੰਮ ਕਰਨ ਤੇ ਪਿੰਡਾਂ ਦੀ ਕੰਡੀਸ਼ਨ ਤਾਂ ਕਿਤੇ ਦੀ ਕਿਤੇ ਜਾ ਪਹੁੰਚੇ। ਪੰਚਾਇਤ ਦਾ ਕਾਰਜਕਾਲ ਤੁਹਾਨੂੰ ਕਿੱਦਾਂ ਲੱਗਾ ਦੇਖਣ ਨੂੰ, ਕਿੱਦਾਂ ਪੰਚਾਇਤ ਕੰਮ ਕਰਦੀ ਹੈ? ਆਹ ਤਾਂ ਬਾਹਲਾ ਹੀ ਸੋਹਣਾ ਇੱਥੇ ਕੰਮ। ਪਰ ਮੈਂ ਇੱਥੇ ਇੱਕ ਹੋਰ ਗੱਲ ਦੱਸਦਾ, ਭਾਵੇਂ ਛੱਪੜ 'ਚ ਕਬਜ਼ੇ ਵੀ ਕੀਤੇ, ਪਰ ਇੱਥੇ ਛੱਪੜ ਏਡਾ ਵੱਡਾ ਆ, ਔਰ ਮੈਂ ਵਧਾਈ ਦੀ ਪਾਤਰ ਆ ਯਾਰ ਪੰਚਾਇਤ, ਫਿਰ ਵੀ ਬੜੀ ਹਿੰਮਤ ਵਾਲੇ ਆ। ਏਡਾ ਵੱਡਾ ਛੱਪੜ ਆ, ਪਾਣੀ ਦਾ ਨਿਕਾਸ ਕੀਤਾ ਹੋਇਆ, ਗਲੀਆਂ ਸਾਰੀਆਂ ਬਣਦੀਆਂ ਪਈਆਂ ਆ, ਕੁਛ ਜਿਹੜੀਆਂ ਰਹਿੰਦੀਆਂ ਉਹਨਾਂ ਦੇ ਮਤੇ ਪਏ ਆ, ਕੁਛ ਪੱਟੀਆਂ ਆ, ਕੁਛ ਕੰਮ ਕੈਂਟੀਨ ਨੂੰ ਕੰਮ ਚੱਲਦਾ ਪਿਆ। ਠੀਕ ਹੈ, ਜੇ ਤੁਸੀਂ ਕਹੋਗੇ ਵੀ ਹੁਣ ਤੱਤੀ ਖੀਰ ਫਟਾਫਟ ਮੂੰਹ 'ਚ ਪਾ ਲਈਏ, ਫਿਰ ਮੂੰਹ ਜਲਣਾ। ਇਸ ਕਰਕੇ ਥੋੜ੍ਹਾ ਜਿਹਾ ਤਾਂ ਪਿੰਡ ਦੇ ਜਿਹੜੇ ਨਿਵਾਸੀ ਹੁੰਦੇ ਆ, ਥੋੜ੍ਹਾ ਜਿਹਾ ਸਬਰ ਰੱਖਣਾ ਚਾਹੀਦਾ ਆ। ਠੀਕ ਹੈ, ਸੁਣੀ ਜਾਂਦੀ ਆ, ਦਰਗਾਹ ਵਿੱਚ ਵੀ ਸੁਣੀ ਜਾਂਦੀ, ਕੀੜੀ ਦੀ ਵੀ ਸੁਣੀ ਜਾਂਦੀ ਆ। ਵਾਰੀ ਆਊਗੀ ਆਪਣੀ, ਬਸ ਲਾਈਨ ਤਾਂ ਖੜੇ ਰਹੋ, ਇੰਤਜ਼ਾਰ ਤਾਂ ਕਰੋ। ਸਿੱਧਾ ਕਿਸੇ ਨੂੰ ਤੁਸੀਂ ਐਲੀਗੇਸ਼ਨ ਕਰ ਦੇਣਾ ਵੀ ਇਹ ਟਾਰਗੇਟ ਨਹੀਂ ਕਰਨਾ ਚਾਹੀਦਾ। ਟਾਰਗੇਟ ਨਹੀਂ, ਮੰਨ ਲਓ ਤੁਸੀਂ ਉਹਨਾਂ ਦੇ ਅਹੁਦੇ ਤੇ ਤੁਸੀਂ ਬੈਠੇ ਹੋਵੋ ਤੇ ਤੁਹਾਨੂੰ ਕੋਈ ਚਾਰ ਆ ਕੇ ਸਵਾਲ ਕਰੇ ਜੀ ਤੁਸੀਂ ਆਹ ਨਹੀਂ ਕੀਤਾ, ਉਹ ਨਹੀਂ ਕੀਤਾ, ਇਹ ਨਹੀਂ ਕੀਤਾ, ਤੁਸੀਂ ਵੀ ਇਹੀ ਜਵਾਬ ਦੋਗੇ ਮੇਰੇ ਕੋਲ ਪੈਸੇ ਨਹੀਂ ਸੀਗੇ, ਮੇਰੇ ਕੋਲ ਆਹ ਚੀਜ਼ ਪਾਸ ਨਹੀਂ ਹੋਈ। ਪੰਚਾਇਤਾਂ ਦੇ ਨਾਲ ਜ਼ਿੰਮੇਵਾਰੀ, ਪੰਚਾਇਤਾਂ ਦੇ ਨਾਲ ਚਲੋ ਪੰਚਾਇਤਾਂ ਦੀ ਜ਼ਿੰਮੇਵਾਰੀ ਤਾਂ ਬਣਦੀ ਹੈ, ਪਰ ਸਰਕਾਰਾਂ ਵੀ ਜ਼ਿੰਮੇਵਾਰ ਆ। ਅਗਰਵਾਈਜ਼ ਇਹਨਾਂ ਨੂੰ ਫੰਡਿੰਗ ਪ੍ਰੋਪਰ ਕਰਨ, ਫੰਡਿੰਗ ਹੋਵੇ ਤੇ ਫਿਰ ਪ੍ਰੋਪਰ ਪੰਚਾਇਤਾਂ ਕੰਮ ਕਰਨ। ਜੇ ਫੰਡਿੰਗ ਹੀ ਨਹੀਂ ਹੋਗੀ ਪੰਚਾਇਤਾਂ ਕੰਮ ਕਿੱਦਾਂ ਕਰਨਗੀਆਂ? ਦੇਖੋ ਮਨਪ੍ਰੀਤ ਸਿੰਘ ਬਾਦਲ ਦਾ ਤੁਹਾਨੂੰ ਪਤਾ ਹੀ ਹੈ, ਖਜ਼ਾਨਾ ਮੰਤਰੀ ਸਾਡੇ, ਉਹ ਤਾਂ ਹੱਥ ਹਮੇਸ਼ਾ ਇਹਦਾ ਖਾਲੀ ਰੱਖਦੇ ਆ ਵੀ ਖਾਲੀ 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 ਖਾਲੀ, ਹੈ ਨਾ। ਤੇ ਉਹ ਸਰਕਾਰ ਵੀ ਵਿਚਾਰੀ ਕੀ ਕਰੂਗੀ ਜੇ ਉਹਦਾ ਆਪਣਾ ਹੀ ਝੋਲਾ ਖਾਲੀ ਆ। ਠੀਕ ਆ, ਹਾਂ ਉਹ ਗੱਲ ਵੱਖਰੀ ਆ ਵੀ ਉਹਨਾਂ ਦਾ ਆਪਣਿਆਂ ਵਾਸਤੇ ਭਰਿਆ ਰਵੇ, ਉਹ ਗੱਲ ਵੱਖਰੀ ਆ। ਪਰ ਆਮ ਜਨਤਾ ਲਈ ਉਹ ਖਾਲੀ ਰਹਿੰਦਾ ਹੁੰਦਾ ਆ, ਉਹ ਹਮੇਸ਼ਾ ਹੀ ਇੱਦਾਂ ਹੁੰਦਾ ਆ। ਕਿਉਂਕਿ ਜਦੋਂ ਵੀ ਤੁਸੀਂ ਕੋਈ ਗ੍ਰਾਂਟ ਲੈਣ ਜਾਓਗੇ ਤਾਂ ਇਹੀ ਕਹਿਣਗੇ ਹਾਂਜੀ ਮਹੀਨੇ ਤੱਕ ਲੈ ਲਿਓ ਜੀ, ਹਲੇ ਪਿੱਛੋਂ ਨਹੀਂ ਆਏ, ਪਾਸ ਨਹੀਂ ਹੋਏ। ਇਹ ਐਕਸਕਿਊਜ਼ ਇਹ ਤਾਂ ਚੱਲਦੇ ਰਹਿੰਦੇ ਆ, ਹੈ ਨਾ। ਇੱਥੇ ਵਧਾਈ ਦੀ ਪਾਤਰ ਹੈ ਜੀ ਪਿੰਡ ਦੀ ਪੰਚਾਇਤ ਤੇ NRI ਵੀਰ, ਦੋਨੋਂ ਵਧਾਈ ਦੇ ਪਾਤਰ ਆ। NRI ਵੀਰਾਂ ਦੇ ਸਹਿਯੋਗ ਦੇ ਨਾਲ ਇਹ ਪਿੰਡ ਕਾਫੀ ਤਰੱਕੀ ਤੇ ਆ। ਸਾਡੇ ਚੈਨਲ ਥਰੂ ਇਹਨਾਂ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ। ਕੈਮਰਾਮੈਨ ਹਰਪ੍ਰੀਤ ਦੇ ਨਾਲ ਮੈਂ ਕਮਲਜੀਤ ਸਿੰਘ, ਪੰਚਾਇਤ ਹੈਡਲਾਈਨ ਜਲੰਧਰ।